ਵਜੇ ਤੱਕ ਅਮਰ ਸਿੰਘ ਪੱਡਾ ਲੈ ਕੇ ਆਉਂਦੇ ਨੇ ਤੇ ਹਲਕਾ ਪ੍ਰੋਗਰਾਮ ਇਸ ਪਰਿਵਾਰ ਦੇ ਵਿੱਚ ਵਾਧਾ ਹੋਇਆ ਜੀ। ਤੇ ਤੁਸੀਂ ਸਾਡਾ ਸਹਿਯੋਗ ਦੇ ਰਹੇ ਹੋ ਤੇ ਹੁਣ ਆਪਾਂ ਪੰਜਾਬ ਭਾਰਤ ਚੱਲਾਂਗੇ, ਉੱਥੋਂ ਖਬਰਾਂ ਲਵਾਂਗੇ। ਉਸ ਤੋਂ ਬਾਅਦ ਫਿਰ ਆਪਣੇ ਨਾਲ ਸਰਦਾਰ ਬਖਤੌਰ ਸਿੰਘ ਜੀ ਢਿੱਲੋਂ ਬਠਿੰਡੇ ਤੋਂ ਜੁੜਨਗੇ ਜੀ, ਉਹਨਾਂ ਦੇ ਕੋਲੋਂ ਖਬਰਾਂ ਤੇ ਅਪਡੇਟ ਲਵਾਂਗੇ। ਤੇ ਹਰਜਿੰਦਰ ਕੈਨੇਡੀਅਨ ਤੇ ਪੂਰੀ ਦੁਨੀਆ ਦੀ ਜਿਹੜੀ ਅਪਡੇਟ ਆ ਉਹ ਵੀ ਦਿੰਦੇ ਨੇ ਜੀ, ਕਰੋਨਾ ਵਾਇਰਸ ਨੂੰ ਲੈ ਕੇ ਕੀ ਕੁਛ ਘਟ ਵਾਪਰ ਰਿਹਾ। ਮੰਦਭਾਗੀ ਖਬਰ ਆਈ ਹੈ ਜੀ, ਜਿਹੜੀ ਸਾਡੇ ਪ੍ਰਧਾਨ ਮੰਤਰੀ ਹੈ ਜਸਟਨ ਟਰੂਡੋ, ਇਹ ਕਰੋਨਾ ਵਾਇਰਸ ਨੇ ਉਹਨਾਂ ਦੀ ਪਤਨੀ ਨੂੰ ਵੀ ਲਪੇਟੇ ਦੇ ਵਿੱਚ ਲੈ ਲਿਆ। ਅਰਦਾਸ ਕਰਦੇ ਹਾਂ ਪ੍ਰਮਾਤਮਾ ਉਹਨਾਂ ਨੂੰ ਵੀ ਤੇ ਸਾਰੀ ਦੁਨੀਆ ਨੂੰ ਤੰਦਰੁਸਤੀ ਦੇਵੇ ਜੀ। ਆਪਾਂ ਇੱਕ ਖਬਰਾਂ ਲੈ ਕੇ ਤੇ ਉਸ ਤੋਂ ਬਾਅਦ ਚੱਲਦੇ ਹਾਂ ਜੀ ਜੋ ਵੀ ਸਾਰਾ ਕੁਛ ਹੈ ਤੇ ਫਿਰ ਕਰਾਂਗੇ ਗੱਲਾਂ ਬਾਤਾਂ ਆਪਾਂ ਸਾਰੀਆਂ। PTN 24 ਹੱਕ ਸੱਚ ਦੀ ਆਵਾਜ਼ ਟਾਕ ਸ਼ੋ ਸੀਨੀਅਰ ਪੱਤਰਕਾਰ ਬਖਤੌਰ ਢਿੱਲੋਂ ਦੇ ਨਾਲ ਪੰਜਾਬ ਦੀ ਹਰ ਖਬਰ ਤੁਹਾਡੇ ਤੱਕ ਪਹੁੰਚੇ ਪੰਜਾਬ ਨਿਊਜ਼ ਰਾਹੀਂ। ਨਾਰਥ ਅਮਰੀਕਾ ਵਿੱਚ ਪੰਜਾਬੀਆਂ ਦੀਆਂ ਸਿਆਸੀ ਸਰਗਰਮੀਆਂ, ਹਰ ਖਬਰ ਦਾ ਸੱਚ ਜਾਣਨ ਲਈ ਸੁਣੋ ਅਤੇ ਦੇਖੋ PTN 24 ਹੱਕ ਸੱਚ ਦੀ ਆਵਾਜ਼। ਸਤਿ ਸ਼੍ਰੀ ਅਕਾਲ, ਨਮਸਕਾਰ। ਤੁਸੀਂ ਸੁਣਦੇ ਦੇਖ ਰਹੇ ਹੋ PTN 24 ਖਬਰਾਂ ਦੇ ਇਸ ਬੁਲੇਟਿਨ 'ਚ ਤੁਹਾਡਾ ਸਭ ਦਾ ਸਵਾਗਤ ਹੈ। ਮੈਂ ਹਰਸ਼ਦੀਪ ਸਿੰਘ। ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਹੈਡਲਾਈਨਸ ਤੇ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਪਤਨੀ ਸੋਫੀਆ ਦਾ ਕਰੋਨਾ ਵਾਇਰਸ ਟੈਸਟ ਆਇਆ ਪੋਜ਼ਿਟਿਵ। ਪ੍ਰਧਾਨ ਮੰਤਰੀ ਵੀ 14 ਦਿਨ ਘਰ ਵਿੱਚ ਹੀ ਰਹਿ ਕੇ ਕਰਨਗੇ ਕੰਮਕਾਰ। ਵਿਵਾਦਤ ਸਾਬਕਾ ਅਕਾਲੀ ਆਗੂ ਸੁੱਚਾ ਸਿੰਘ ਲੰਗਾ ਨੇ ਪੰਥ 'ਚ ਵਾਪਸੀ ਲਈ ਸ੍ਰੀ ਅਕਾਲ ਤਖਤ ਸਾਹਿਬ ਤੇ ਕੀਤੀ ਅਪੀਲ, ਕਿਹਾ ਅਣਜਾਣਪੁਣੇ 'ਚ ਹੋਈ ਗਲਤੀ। ਡਾਕਟਰ ਧਰਮਵੀਰ ਗਾਂਧੀ ਦਾ ਆਮ ਆਦਮੀ ਪਾਰਟੀ ਉੱਪਰ ਤਿੱਖਾ ਸ਼ਬਦੀ ਨਿਸ਼ਾਨਾ, ਕਿਹਾ ਪੰਜਾਬ ਵਿੱਚ ਨਹੀਂ ਗਲੇਗੀ ਆਮ ਆਦਮੀ ਪਾਰਟੀ ਦੀ ਸਰਕਾਰ। ਅਵਾਰਾ ਪਸ਼ੂਆਂ ਦੀ ਸਮੱਸਿਆ ਲਈ ਵਿਧਾਨ ਸਭਾ 'ਚ ਬਿੱਲ ਲਿਆਉਣ ਵਾਲੇ ਆਪ ਵਿਧਾਇਕ ਅਮਨ ਅਰੋੜਾ ਦਾ ਭਾਰਤੀ ਕਿਸਾਨ ਯੂਨੀਅਨ ਵੱਲੋਂ ਕੀਤਾ ਗਿਆ ਸਨਮਾਨ। ਅਮਨ ਅਰੋੜਾ ਨੇ ਕਿਹਾ ਅਮਰੀਕੀ ਗਾਵਾਂ ਨੂੰ ਸਲਾਟਰ ਹਾਊਸ 'ਚ ਭੇਜਣਾ ਜ਼ਰੂਰੀ। ਹੁਣ ਜਾਣਦੇ ਖਬਰਾਂ ਵਿਸਥਾਰ ਦੇ ਨਾਲ। ਸਭ ਤੋਂ ਵੱਡੀ ਖਬਰ ਕੈਨੇਡਾ ਤੋਂ ਹੈ, ਜਿੱਥੋਂ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਪਤਨੀ ਸੋਫੀ ਨੂੰ ਕਰੋਨਾ ਵਾਇਰਸ ਹੋ ਗਿਆ ਅਤੇ ਉਹਨਾਂ ਦਾ ਟੈਸਟ ਪੋਜ਼ਿਟਿਵ ਆਇਆ ਹੈ। ਇੱਥੇ ਇੱਕ ਸਿਹਤ ਮੰਤਰਾਲੇ ਵੱਲੋਂ ਬਿਆਨ ਜਾਰੀ ਕੀਤਾ ਗਿਆ, ਜਿਸ 'ਚ ਆਖਿਆ ਗਿਆ ਹੈ ਕਿ ਮੰਗਲਵਾਰ ਨੂੰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਪਤਨੀ ਲੰਡਨ ਤੋਂ ਵਾਪਸ ਆਈ ਸੀ ਤੇ ਉਸ ਤੋਂ ਬਾਅਦ ਉਹ ਲਗਾਤਾਰ ਬਿਮਾਰ ਚੱਲ ਰਹੀ ਸੀ ਅਤੇ ਅੱਜ ਉਹਨਾਂ ਦਾ ਟੈਸਟ ਪੋਜ਼ਿਟਿਵ ਆਇਆ ਹੈ। ਬੇਸ਼ੱਕ ਡਾਕਟਰਾਂ ਵੱਲੋਂ ਕਿਹਾ ਗਿਆ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਵਿੱਚ ਸਿੰਪਟਮ ਨਹੀਂ ਪਾਏ ਗਏ, ਪਰ ਫਿਰ ਵੀ ਉਹਨਾਂ ਆਖਿਆ ਕਿ ਉਹ 14 ਦਿਨਾਂ ਤੱਕ ਘਰ ਤੋਂ ਹੀ ਕੰਮਕਾਰ ਕਰਨਗੇ ਅਤੇ ਘਰ ਦੇ ਵਿੱਚ ਹੀ ਦੇਖਭਾਲ ਕਰਨਗੇ। ਇਸ ਦੌਰਾਨ ਉਹਨਾਂ ਵੱਲੋਂ ਦਫ਼ਤਰੀ ਕੰਮਕਾਜ, ਪ੍ਰੀਮੀਅਰਜ਼ ਅਤੇ ਫਸਟ ਨੇਸ਼ਨ ਦੇ ਲੀਡਰਾਂ ਨਾਲ ਹੋਣ ਵਾਲੀਆਂ ਮੀਟਿੰਗਾਂ ਵੀਡੀਓ ਕਾਨਫਰੰਸਿੰਗ ਜ਼ਰੀਏ ਅਟੈਂਡ ਕੀਤੀਆਂ ਜਾਣਗੀਆਂ। ਜੇਕਰ ਕਰੋਨਾ ਵਾਇਰਸ ਦੇ ਕਹਿਰ ਦੀ ਗੱਲ ਕੀਤੀ ਜਾਵੇ ਤਾਂ ਅਮਰੀਕਾ ਦੇ ਵਿੱਚ 1565 ਕੇਸ ਸਾਹਮਣੇ ਆ ਚੁੱਕੇ ਨੇ, 41 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ 31 ਲੋਕ ਰਿਕਵਰ ਵੀ ਹੋਏ ਨੇ। ਇਸੇ ਦੌਰਾਨ ਹੀ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਯੂਰਪ ਤੋਂ ਆਉਣ ਵਾਲੇ तमाम ਯਾਤਰੀਆਂ ਉੱਪਰ ਪਾਬੰਦੀ ਲਗਾ ਦਿੱਤੀ ਗਈ ਹੈ। ਜੇਕਰ ਕੈਨੇਡਾ ਦੀ ਗੱਲ ਕਰੀਏ ਤਾਂ ਕੈਨੇਡਾ ਦੇ ਵਿੱਚ 138 ਕਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆ ਚੁੱਕੇ ਨੇ, ਜਿਸ ਦੇ ਵਿੱਚ ਸਭ ਤੋਂ ਵੱਧ ਓਨਟਾਰੀਓ ਦੇ ਵਿੱਚ 59 ਮਾਮਲੇ ਅਤੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ 46 ਮਾਮਲੇ ਸਾਹਮਣੇ ਆਏ ਨੇ। ਇਸ ਤੋਂ ਇਲਾਵਾ ਅਲਬਰਟਾ ਦੇ ਵਿੱਚ 19, ਕਿਊਬਿਕ ਦੇ ਵਿੱਚ 13 ਅਤੇ ਨਿਊ ਬ੍ਰੰਸਵਿਕ ਦੇ ਵਿੱਚ ਵੀ ਇੱਕ ਮਾਮਲਾ ਸਾਹਮਣੇ ਆਇਆ ਹੈ। ਇਸ ਤੋਂ ਇਲਾਵਾ ਇੱਕ ਕੈਨੇਡੀਅਨ ਦੀ ਕਰੋਨਾ ਵਾਇਰਸ ਦੇ ਨਾਲ ਮੌਤ ਵੀ ਹੋਈ ਹੈ। ਦੂਜੇ ਪਾਸੇ ਭਾਰਤ ਦੇ ਵਿੱਚ ਵੀ ਕਰੋਨਾ ਵਾਇਰਸ ਦੇ ਨਾਲ ਇੱਕ ਦੀ ਮੌਤ ਹੋਈ ਹੈ ਤੇ ਵੱਖ-ਵੱਖ ਮੁਲਕਾਂ ਤੋਂ ਆਉਣ ਵਾਲੇ ਯਾਤਰੀਆਂ ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਪੰਜਾਬ ਦੇ ਵਿੱਚ ਅਵਾਰਾ ਪਸ਼ੂਆਂ ਤੋਂ ਕਿਸਾਨ ਅਤੇ ਪੰਜਾਬ ਵਾਸੀ ਬਹੁਤ ਪਰੇਸ਼ਾਨ ਹਨ ਤੇ ਪਸ਼ੂ ਕਿਸਾਨਾਂ ਦੀਆਂ ਫਸਲਾਂ ਬਰਬਾਦ ਕਰਦੇ ਨੇ ਤੇ ਕਈ ਸੜਕ ਹਾਦਸਿਆਂ ਦਾ ਕਾਰਨ ਵੀ ਬਣਦੇ ਨੇ। ਆਮ ਆਦਮੀ ਪਾਰਟੀ ਦੇ ਆਗੂ ਅਮਨ ਅਰੋੜਾ ਵੱਲੋਂ ਵਿਧਾਨ ਸਭਾ 'ਚ ਬਿੱਲ ਲਿਆਂਦਾ ਗਿਆ ਸੀ, ਜਿਸ 'ਚ ਉਹਨਾਂ ਮੰਗ ਕੀਤੀ ਸੀ ਕਿ ਅਮਰੀਕਨ ਨਸਲ ਦੀਆਂ ਗਾਵਾਂ ਅਤੇ ਢੱਠਿਆਂ ਨੂੰ ਸਲਾਟਰ ਹਾਊਸ 'ਚ ਭੇਜਿਆ ਜਾਵੇ। ਇਸ ਬਿੱਲ ਦਾ ਸਮਰਥਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਵੱਲੋਂ ਅਮਨ ਅਰੋੜਾ ਦਾ ਸਮਰਥਨ ਕੀਤਾ ਗਿਆ। ਦਿੱਲੀ ਵਿੱਚ ਸ਼ਾਨਦਾਰ ਜਿੱਤ ਮਗਰੋਂ ਆਮ ਆਦਮੀ ਪਾਰਟੀ ਪੰਜਾਬ ਵਿੱਚ ਵੀ ਸੱਤਾ ਦੇ ਸੁਪਨੇ ਵੇਖ ਰਹੀ ਹੈ। ਕਾਂਗਰਸ ਦੀ ਵਾਅਦਾ ਖਿਲਾਫੀ ਕਰਕੇ ਲੋਕ ਰੋਹ ਤੇ ਸ਼੍ਰੋਮਣੀ ਅਕਾਲੀ ਦਲ ਖਿਲਾਫ ਪੰਥਕ ਹਲਕਿਆਂ ਦੇ ਗੁੱਸੇ ਨੂੰ ਵੇਖ ਕੇ ਆਪ ਲੀਡਰਾਂ ਨੂੰ ਸੱਤਾ ਨੇੜੇ ਹੀ ਦਿਖਾਈ ਦੇ ਰਹੀ ਹੈ। ਇਸ ਲਈ ਉਹ ਜ਼ੋਰ ਸ਼ੋਰ ਨਾਲ ਮੈਦਾਨ 'ਚ ਨਿਤਰੇ ਹੋਏ ਨੇ। ਇਸ ਸਭ ਨੂੰ ਦੇਖਦਿਆਂ ਕੁਝ ਸਿਆਸੀ ਮਾਹਿਰ ਸਮਝਦੇ ਨੇ ਕਿ ਆਮ ਆਦਮੀ ਪਾਰਟੀ ਮੁੜ ਪੈਰਾਂ ਤੇ ਹੋ ਸਕਦੀ ਹੈ। ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਸਾਬਕਾ ਸੰਸਦ ਮੈਂਬਰ ਤੇ ਪੰਜਾਬ ਦੀ ਸਿਆਸਤ ਦੀ ਚੰਗੀ ਸਮਝ ਰੱਖਣ ਵਾਲੇ ਡਾਕਟਰ ਧਰਮਵੀਰ ਗਾਂਧੀ ਦਾ ਕਹਿਣਾ ਹੈ ਕਿ ਦਿੱਲੀ ਵਾਲਾ ਜਲਵਾ ਪੰਜਾਬ 'ਚ ਵਿਖਾਉਣਾ ਮੁਸ਼ਕਲ ਹੈ।
ਉਹਨਾਂ ਦਾ ਕਹਿਣਾ ਹੈ ਕਿ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਦੀ ਦੋਗਲੀ ਰਾਜਨੀਤੀ ਕਾਰਨ ਹੀ ਪਿਛਲੀਆਂ ਵਿਧਾਨ ਸਭਾ ਚੋਣਾਂ ਵੀ ਆਮ ਆਦਮੀ ਪਾਰਟੀ ਹਾਰ ਗਈ ਸੀ ਤੇ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਵੀ ਬੁਰੀ ਤਰ੍ਹਾਂ ਹਾਰ ਮਿਲੇਗੀ। ਡਾਕਟਰ ਗਾਂਧੀ ਨੇ ਕਿਹਾ ਹੈ ਕਿ ਇੱਕ ਪਾਸੇ ਅਰਵਿੰਦ ਕੇਜਰੀਵਾਲ ਧਰਮ ਨਿਰਪੱਖਤਾ ਦੀ ਗੱਲ ਕਰਦੇ ਨੇ ਤੇ ਦੂਜੇ ਪਾਸੇ ਭਾਜਪਾ ਵਰਗੀ ਰਾਜਨੀਤੀ ਕਰ ਰਹੇ ਨੇ। ਸਾਬਕਾ ਮੰਤਰੀ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਮੈਂਬਰ ਸੁੱਚਾ ਸਿੰਘ ਲੰਗਾ ਨੇ ਸ੍ਰੀ ਅਕਾਲ ਤਖਤ ਸਾਹਿਬ ਸਕੱਤਰੇਤ ਜਾ ਕੇ ਜਥੇਦਾਰ ਦੇ ਨਾਮ ਇੱਕ ਪੱਤਰ ਸੌਂਪ ਦਿੱਤਾ ਹੈ, ਜਿਸ ਵਿੱਚ ਉਹਨਾਂ ਪੰਥ 'ਚ ਮੁੜ ਸ਼ਾਮਲ ਕਰਨ ਦੀ ਬੇਨਤੀ ਕੀਤੀ ਹੈ। ਇਸ ਪੱਤਰ ਵਿੱਚ ਸੁੱਚਾ ਸਿੰਘ ਲੰਗਾ ਨੇ ਲਿਖਤੀ ਰੂਪ 'ਚ ਮਾਫੀ ਮੰਗੀ ਹੈ ਅਤੇ ਆਖਿਆ ਕਿ ਉਹਨਾਂ ਤੋਂ ਅਣਜਾਣਪੁਣੇ ਦੇ ਨਾਲ ਗਲਤੀ ਹੋ ਗਈ ਸੀ। ਕਾਬਲੇ ਗੌਰ ਹੈ ਕਿ ਪਿਛਲੇ ਦਿਨੀ ਇੱਕ ਵਿਵਾਦਤ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਜਥੇਦਾਰ ਵੱਲੋਂ ਸੁੱਚਾ ਸਿੰਘ ਲੰਗਾ ਨੂੰ ਪੰਥ 'ਚ ਵਿੱਚੋਂ ਛੇਕ ਦਿੱਤਾ ਗਿਆ ਸੀ ਤੇ ਇਸੇ ਦੌਰਾਨ ਹੀ ਇੱਕ ਵਿਧਵਾ ਔਰਤ ਨੇ ਉਹਨਾਂ ਤੇ ਜਿਨਸੀ ਸ਼ੋਸ਼ਣ ਕਰਨ ਅਤੇ ਬਲੈਕਮੇਲ ਕਰਨ ਦੇ ਦੋਸ਼ ਵੀ ਲਗਾਏ ਸਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਛੇਤੀ ਹੀ ਰੈਗੂਲਰ ਜਥੇਦਾਰ ਬਣਾਇਆ ਜਾ ਸਕਦਾ ਹੈ। ਸਮਝਿਆ ਜਾ ਰਿਹਾ ਹੈ ਕਿ ਸ਼੍ਰੋਮਣੀ ਕਮੇਟੀ ਵੱਲੋਂ ਆਗਾਮੀ ਅੰਤਰਿਮ ਕਮੇਟੀ ਦੀ ਸੱਦੀ ਜਾਣ ਵਾਲੀ ਬੈਠਕ 'ਚ ਗਿਆਨੀ ਹਰਪ੍ਰੀਤ ਸਿੰਘ ਦੇ ਬਤੌਰ ਜਥੇਦਾਰ ਵੱਲੋਂ ਪਦ ਨਿਯੁਕਤੀ ਦੇ ਮਾਮਲੇ ਉੱਤੇ ਮੋਹਰ ਲੱਗ ਸਕਦੀ ਹੈ। ਇਸ ਮਾਮਲੇ ਉੱਤੇ ਉੱਠੇ ਸਵਾਲ ਉੱਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਜੋ ਇੱਥੇ ਖਾਲਸਾ ਕਾਲਜ ਵੱਲੋਂ ਕਰਵਾਈ ਗਈ ਗਲੋਬਲ ਪੰਜਾਬੀ ਕਾਨਫਰੰਸ ਲਈ ਪਟਿਆਲੇ ਪਹੁੰਚੇ ਸਨ। ਉਹਨਾਂ ਕਿਹਾ ਕਿ ਅੰਤਰਿਮ ਕਮੇਟੀ ਦੀ ਮੀਟਿੰਗ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਦੀ ਪੱਕੀ ਨਿਯੁਕਤੀ ਬਾਰੇ ਫੈਸਲਾ ਹੋ ਸਕਦਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨਾਲ ਵੱਖ-ਵੱਖ ਮੋਰਚਿਆਂ 'ਚ ਸਾਥ ਦੇਣ ਵਾਲੇ ਗਰਚਾ ਪਰਿਵਾਰ ਨੂੰ ਬੀਤੇ ਦਿਨ ਆਪਣੇ ਨਾਲ ਸ਼ਾਮਲ ਕਰਨ ਤੋਂ ਬਾਅਦ ਸੁਖਦੇਵ ਸਿੰਘ ਢੀਂਡਸਾ ਨੇ ਇੱਕ ਵਾਰ ਮੁੜ ਤੋਂ ਪ੍ਰਕਾਸ਼ ਸਿੰਘ ਬਾਦਲ ਤੇ ਨਿਸ਼ਾਨਾ ਸਾਧਿਆ ਹੈ। ਉਹਨਾਂ ਆਖਿਆ ਕਿ ਪ੍ਰਕਾਸ਼ ਸਿੰਘ ਬਾਦਲ ਲਗਾਤਾਰ ਟਕਸਾਲੀ ਲੀਡਰਾਂ ਨੂੰ ਇਗਨੋਰ ਕਰਦੇ ਆ ਰਹੇ ਨੇ ਅਤੇ ਪੁੱਤਰ ਮੋਹ ਅੱਗੇ ਬੇਬਸ ਹੋਏ ਸ਼੍ਰੋਮਣੀ ਅਕਾਲੀ ਦਲ ਦਾ ਨੁਕਸਾਨ ਵੀ ਕਰ ਰਹੇ ਨੇ। ਉਹਨਾਂ ਆਖਿਆ ਕਿ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਨੂੰ ਪੂਰੀ ਤਰ੍ਹਾਂ ਸਿਧਾਂਤਾਂ ਤੋਂ ਦੂਰ ਕਰ ਦਿੱਤਾ ਹੈ। ਸੁਖਦੇਵ ਸਿੰਘ ਢੀਂਡਸਾ ਨੇ ਆਖਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣਾਂ ਜਲਦੀ ਤੋਂ ਜਲਦੀ ਕਰਵਾਉਣ ਦੀ ਮੰਗ ਨੂੰ ਲੈ ਕੇ ਦੇਸ਼ ਦੇ ਗ੍ਰਹਿ ਮੰਤਰੀ ਨੂੰ ਮਿਲਿਆ ਜਾਵੇਗਾ ਅਤੇ ਨਾਲੋਂ ਨਾਲ ਮੰਗ ਕੀਤੀ ਜਾਵੇਗੀ ਕਿ ਇਹਨਾਂ ਚੋਣਾਂ ਨੂੰ ਕੇਂਦਰੀ ਨਿਗਰਾਨੀ ਹੇਠ ਸਹੀ ਤਰੀਕੇ ਦੇ ਨਾਲ ਕਰਵਾਇਆ ਜਾ ਸਕੇ ਤਾਂ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਕੁਰੀਤੀਆਂ ਦੂਰ ਕਰਕੇ ਪੰਥ-ਪ੍ਰਸਤ ਪਾਰਟੀਆਂ ਇਸ ਉੱਪਰ ਕਾਬਜ ਹੋਣ ਤੇ ਸਹੀ ਢੰਗ ਦੇ ਨਾਲ ਜਥੇਦਾਰ ਸਹਿਬਾਨ ਫੈਸਲੇ ਲੈ ਸਕਣ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਬੰਧ ਚਲਾਇਆ ਜਾ ਸਕੇ। ਪੰਜਾਬ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਸਾਬਕਾ ਆਗੂ ਤੇ ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਐਚ.ਐਸ. ਫੂਲਕਾ ਨੇ ਕਿਹਾ ਕਿ ਦਿੱਲੀ ਦੇ ਫਿਰਕੂ ਦੰਗੇ ਸਿਆਸੀ ਗੇਮ ਬਿਨਾਂ ਸੰਭਵ ਨਹੀਂ ਹੋ ਸਕਦੇ, ਜਿਸ ਲਈ ਸੀਏ ਨੂੰ ਦੰਗਿਆਂ ਦਾ ਚਿਹਰਾ ਮੋਹਰਾ ਬਣਾਇਆ ਗਿਆ ਹੈ। ਉਹਨਾਂ ਕਿਹਾ ਕਿ ਸਮਾਜ ਅਤੇ ਸਿਆਸਤ ਦੇ ਮੱਥੇ ਤੋਂ ਅਜੇ ਤੱਕ 84 ਦੇ ਸਿੱਖ ਕਤਲੇਆਮ ਦਾ ਦਾਗ ਨਹੀਂ ਲੱਥਿਆ ਸੀ, ਪਰ ਹੁਣ ਇਹਨਾਂ ਦੰਗਿਆਂ ਨਾਲ ਸਮਾਜਿਕ ਸਫਾ ਮੁੜ ਸ਼ਰਮਸਾਰ ਹੋਈਆਂ ਨੇ। ਸ੍ਰੀ ਫੂਲਕਾ ਨੇ ਕਿਹਾ ਕਿ ਉਹਨਾਂ ਦੇ ਸੁਰੱਖਿਆ ਕਰਮੀ ਗੁਰਮੀਤ ਸਿੰਘ ਮਿੱਡੂ ਖੇੜਾ ਦੇ ਸਮਾਗਮ ਵਿੱਚ ਅੱਜ ਪਹੁੰਚੇ ਹਨ, ਪਰ ਇਸ ਮੌਕੇ ਵੀ ਉਹਨਾਂ ਨੂੰ ਦੇਸ਼ ਦੇ ਤਾਜ਼ਾ ਹਾਲਾਤਾਂ ਉੱਪਰ ਡਾਢੀ ਚਿੰਤਾ ਹੈ। ਪੰਜਾਬ ਦੇ ਵਿੱਚ ਭਾਰੀ ਬਰਸਾਤ ਅਤੇ ਗੜੇਮਾਰੀ ਹੋਈ ਹੈ, ਜਿਸ ਕਾਰਨ ਕਿਸਾਨਾਂ ਦੀਆਂ ਫਸਲਾਂ ਦਾ ਕਾਫੀ ਜ਼ਿਆਦਾ ਨੁਕਸਾਨ ਹੋਇਆ ਹੈ। ਇਸ ਦੌਰਾਨ ਹੀ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਸੂਬੇ ਦੇ ਕਈ ਖੇਤਰਾਂ 'ਚ ਗੜੇਮਾਰੀ ਕਾਰਨ ਫਸਲਾਂ ਅਤੇ ਕਿੰਨੂ ਦੇ ਬਾਗਾਂ ਦੇ ਹੋਏ ਨੁਕਸਾਨ ਦੀ ਭਰਪਾਈ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਜਲਦ ਹੀ ਗਿਰਦਾਵਰੀ ਕਰਾਉਣ ਲਈ ਕਿਹਾ ਗਿਆ ਹੈ। ਜਾਖੜ ਨੇ ਕਿਹਾ ਕਿ ਬੀਤੇ ਦਿਨ ਹੋਈ ਬਰਸਾਤ ਅਤੇ ਗੜੇਮਾਰੀ ਨਾਲ ਫਾਜ਼ਿਲਕਾ ਜ਼ਿਲ੍ਹੇ ਤੇ ਵਿਸ਼ੇਸ਼ ਤੌਰ ਤੇ ਪੰਜਾਬ ਦੇ ਕਾਫੀ ਬਾਕੀ ਭਾਗਾਂ ਵਿੱਚ ਤੂਫਾਨ ਅਤੇ ਗੜੇਮਾਰੀ ਕਾਰਨ ਕਣਕ ਦੀ ਫਸਲ ਨੂੰ ਵੀ ਨੁਕਸਾਨ ਪੁੱਜਾ ਹੈ। ਉਹਨਾਂ ਕਿਹਾ ਕਿ ਸੰਕਟ ਦੀ ਇਸ ਘੜੀ 'ਚ ਕਾਂਗਰਸ ਦੀ ਪੰਜਾਬ ਸਰਕਾਰ ਆਪਣੇ ਕਿਸਾਨਾਂ ਦੇ ਨਾਲ ਖੜੀ ਹੈ ਅਤੇ ਫਸਲਾਂ ਦਾ ਮੁਆਵਜ਼ਾ ਦਿੱਤਾ ਜਾਵੇਗਾ। ਜਾਖੜ ਨੇ ਕਿਹਾ ਕਿ ਫਾਜ਼ਿਲਕਾ ਜ਼ਿਲ੍ਹੇ ਦੇ ਉਪਮੰਡਲ ਅਬੋਹਰ ਅਤੇ ਉਪਮੰਡਲ ਉਪ ਤਹਿਸੀਲ ਖੂਹੀਆਂ ਸਰਵਰ ਖੇਤਰ ਦੇ ਕਿਸਾਨਾਂ ਨੇ ਫਸਲੀ ਵਿਭਿੰਨਤਾ ਪ੍ਰੋਗਰਾਮ ਨੂੰ ਅਪਣਾਉਂਦੇ ਹੋਏ ਵੱਡੇ ਪੱਧਰ ਤੇ ਰਵਾਇਤੀ ਫਸਲਾਂ ਦਾ ਚੱਕਰ ਛੱਡ ਕੇ ਕਿੰਨੂ ਦੇ ਬਾਗ ਲਾਏ ਸਨ, ਜਦਕਿ ਬੀਤੇ ਦਿਨ ਹੋਈ ਗੜੇਮਾਰੀ ਕਾਰਨ ਕਈ ਸਾਲ ਪੁਰਾਣੇ ਬਾਗਾਂ ਨੂੰ ਵੀ ਨੁਕਸਾਨ ਪੁੱਜਿਆ ਹੈ। ਸੋ ਅਪੀਲ ਕਰਦੇ ਨੇ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜਲਦੀ ਗਿਰਦਾਵਰੀ ਕਰਾ ਕੇ ਕਿਸਾਨਾਂ ਨੂੰ ਯੋਗ ਮੁਆਵਜ਼ਾ ਦੇਣ। ਸੋ ਫਿਲਹਾਲ ਦੇ ਲਈ ਪੰਜਾਬ ਬੁਲੇਟਿਨ ਦੇ ਵਿੱਚ ਇੰਨਾ ਹੀ। ਜਲਦੀ ਹੀ ਸੁਖਵਿੰਦਰ ਸਿੰਘ ਚੰਦੀ ਸੀਨੀਅਰ ਪੱਤਰਕਾਰ ਬਖਤੌਰ ਸਿੰਘ ਢਿੱਲੋਂ ਦੇ ਨਾਲ ਟਾਕ ਸ਼ੋ ਲੈ ਕੇ ਹਾਜ਼ਰ ਹੋਣਗੇ। ਸੋ ਤੁਸੀਂ ਸੁਣਦੇ ਅਤੇ ਦੇਖਦੇ ਰਹੋ PTN 24। ਧੰਨਵਾਦ ਜੀ, ਧੰਨਵਾਦ
ਅਰਸ਼ਦੀਪ ਸੰਧੂ ਜੀ ਸਾਡੀ ਮੋਹਾਲੀ ਦੀ ਟੀਮ ਹੈ ਜੀ, ਖਬਰਾਂ ਲੈ ਕੇ ਆਉਂਦੇ ਨੇ। ਬਹੁਤ ਬਹੁਤ ਧੰਨਵਾਦ ਉਹਨਾਂ ਦਾ। ਤੇ ਹੁਣ ਆਪਣੇ ਨਾਲ ਬਖਤੌਰ ਸਿੰਘ ਜੀ ਢਿੱਲੋਂ ਤੇ ਨਾਲ ਹੀ ਜੁੜਨਗੇ ਆਪਣੇ ਨਾਲ ਹਰਜਿੰਦਰ ਸਿੰਘ ਧਨੋਆ, ਜਿਹੜੀ ਇੱਥੋਂ ਨਾਰਥ ਅਮਰੀਕਾ ਦੀ ਅਪਡੇਟ ਆ ਪੂਰੀ ਦੁਨੀਆ ਦੀ, ਉਹਦੇ ਤੇ ਗੱਲਬਾਤ ਕਰਾਂਗੇ ਜੀ। ਇਸ ਪ੍ਰੋਗਰਾਮ ਦੇ ਹਿੱਸੇ ਨੂੰ ਸਪਾਂਸਰ ਕੀਤਾ ਵਨ ਟੱਚ ਕਮਿਊਨੀਕੇਸ਼ਨ ਤੋਂ। ਜੇ ਤੁਸੀਂ ਅਮਰੀਕਾ ਨੂੰ ਟਰੱਕ ਚਲਾਉਣੇ ਜਾਂ ਕੈਨੇਡਾ ਨੂੰ ਕਿਤੇ ਵੀ ਲੌਂਗ ਡਿਸਟੈਂਸ ਤੇ ਸਸਤੀਆਂ ਵਰਲਡ ਵਾਈਡ ਫੋਨ ਲਾਈਨਾਂ ਜਾਂ ਇੰਟਰਨੈਟ ਲੈਣ ਵਾਸਤੇ 905 203 3636 ਤੇ ਸੁਖਦੇਵ ਥਾਪਰ ਹੋਣਾ ਨਾਲ ਗੱਲਬਾਤ ਕਰ ਸਕਦੇ ਹੋ। ਜੇ ਕਿਉਂਕਿ ਹੁਣ 에ਅਰਲਾਈਨਾਂ ਜਿਹੜੀਆਂ ਬੜੀਆਂ ਕੈਂਸਲ ਹੋ ਰਹੀਆਂ ਜੀ, ਤੇ ਬੜੇ ਹਰ ਜਗ੍ਹਾ ਦੇ ਉੱਤੇ ਜਿਹੜੀ ਹੈ ਬੜੀ ਪ੍ਰੋਬਲਮ ਆਈ ਹੈ। ਤੁਸੀਂ ਕਿਸੇ ਤਰ੍ਹਾਂ ਦੀ ਵੀ ਜਾਣਕਾਰੀ ਲੈਣੀ ਹੈ ਵੀ 에ਅਰਲਾਈਨ ਜਿਹੜੀ ਟਿਕਟ ਆ ਉਹ ਕੈਂਸਲ ਹੋ ਸਕਦੀ, ਕੈਂਸਲੇਸ਼ਨ ਫੀਸ ਪੈਣੀ ਆ ਜਾਂ ਨਹੀਂ ਪੈਣੀ, ਔਰ ਲਿੰਕ ਟਰੈਵਲ ਦੀ ਕਿਸੇ ਵੀ ਬ੍ਰਾਂਚ ਦੇ ਨਾਲ ਸੰਪਰਕ ਕਰ ਸਕਦੇ ਹੋ, ਜਾਂ ਖਾਸ ਕਰਕੇ ਬੱਲਾ ਦਸਾਂਝ ਦੇ ਨਾਲ 416 293 8700 ਤੇ ਜੋਬ ਦੀ ਭਾਲ ਵਿੱਚੋਂ ਕੈਨੇਡਾ ਜਾਂ ਅਮਰੀਕਾ ਦੇ ਵਿੱਚ KJS ਟਰਾਂਸਪੋਰਟ ਉਹ GTA ਦੇ ਵਿੱਚ ਉਹਨਾਂ ਦੀ ਬਹੁਤ ਵੱਡੀ ਟਰਾਂਸਪੋਰਟ ਆ, ਤੇ ਨਾਲ ਹੀ ਇੱਕ ਟਰਮੀਨਲ ਉਹਨਾਂ ਦਾ ਇੰਡੀਆਨਾ ਐਪਲਸ ਦੇ ਵਿੱਚ ਆ। ਜੇ ਤੁਸੀਂ ਅਮਰੀਕਾ ਦੇ ਵਿੱਚ ਵੀ ਟਰੱਕ ਚਲਾਉਣਾ ਚਾਹੁੰਦੇ ਹੋ ਜਾਂ ਬ੍ਰੋਕਰ ਬਣਨਾ ਚਾਹੁੰਦੇ ਹੋ ਤੇ ਕਾਲ ਕਰ ਸਕਦੇ ਜਿੰਦਰ ਬੁੱਟਰ ਜਾਂ ਕੁਲਵੰਤ ਸਿੰਘ ਦੇ ਨਾਲ 905 799 9500। ਤਾਜ਼ੀ ਤੇ ਫਰੈਸ਼ ਗਰੋਸਰੀ ਲੈਣ ਵਾਸਤੇ ਇੱਕੋ ਇੱਕ ਨਾਂ ਏਸ਼ੀਅਨ ਫੂਡ ਸੈਂਟਰ, ਤੁਸੀਂ ਆਪਣੇ ਨੇੜੇ ਤੇ ਕਿਸੇ ਵੀ ਸਟੋਰ ਤੇ ਜਾ ਸਕਦੇ ਹੋ। ਜੇ ਵਧੇਰੇ ਜਾਣਕਾਰੀ ਲਈ ਮੇਜਰ ਨੱਤ ਹੋਣਾ ਦੇ ਨਾਲ 416 543 7107 ਤੇ ਗੱਲਬਾਤ ਕੀਤੀ ਜਾ ਸਕਦੀ ਆ। ਆਪਣੇ ਨਾਲ ਪਹਿਲਾਂ ਕਾਲਰ ਜਿਹੜੇ ਜੀ ਕਾਲ ਲੈ ਲਈਏ ਤੇ ਉਸ ਤੋਂ ਬਾਅਦ ਆਪਾਂ ਹੋਰ ਵੀ ਗੱਲਾਂ ਬਾਤਾਂ ਕਰਦੇ ਹਾਂ। ਬਾਅਦ ਨਾਲ ਹੀ ਢਿੱਲੋਂ ਸਾਹਿਬ ਉਹਨਾਂ ਨੂੰ ਲਵਾਂਗੇ ਆਪਾਂ। ਹਾਂਜੀ ਵੀਰ ਜੀ, ਸਵਾਗਤ ਹੈ ਤੁਹਾਡਾ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਜੀ, ਕੀ ਕਹਿਣਾ ਚਾਹੋਗੇ ਵੀਰ? ਮੈਂ ਤਾਂ ਕੁਐਸਚਨ ਭਾਜੀ ਨਾਲ ਕਰਨੀ ਸੀ ਗੱਲ, ਤੇ ਜੋ ਆਪਣੇ ਲਗਾ ਦਾ ਜਿਹੜੀ ਉਹਨੇ ਆਪਣੀ ਚਿੱਠੀ ਦਿੱਤੀ ਆ ਉੱਥੇ ਜੀ ਭਾਜੀ, ਇਹਦੇ ਨਾਲ ਤੁਹਾਨੂੰ ਨਹੀਂ ਲੱਗਦਾ ਵੀ ਜੇ ਉਹਨੂੰ ਮਾਫੀ ਦਿੱਤੀ ਜਾਵੇ ਤੇ ਆਪਣੇ ਉਹਦੇ ਜੋ ਜਥੇਦਾਰ ਨੇ ਉਹਨਾਂ ਦੀ ਇਮੇਜ ਘਟੂਗੀ ਹੈ ਜੀ? ਕਿਉਂਕਿ ਇਹੋ ਜਿਹੇ ਬੰਦਿਆਂ ਤੋਂ ਆਪਾਂ ਕਰਾਉਣਾ ਕੀ ਆ, ਉਹਨਾਂ ਨੂੰ ਮਾਫ ਕਰਕੇ ਹੈ ਜੀ। ਤੇ ਦੂਸਰੀ ਗੱਲ ਆ, ਇਹ ਕਹਿੰਦੇ ਵੀ ਅਣਜਾਣੇ ਚ ਕੋਈ ਗਲਤੀ ਨਹੀਂ ਹੋਈ ਭਾਜੀ, ਜਾਣ ਬੁੱਝ ਕੇ ਕੀਤੀ ਆ, ਸਾਰਾ ਕੰਮ ਚੱਲ ਰਿਹਾ ਸੀ। ਤੇ ਇਹਦੇ ਨਾਲ ਤੁਸੀਂ ਦੱਸੋ ਭਾਜੀ ਨੂੰ ਪੁੱਛੋ ਵੀ ਜੇ ਮਤਲਬ ਉਹਨਾਂ ਨੂੰ ਮਾਫੀ ਦਿੰਦੇ ਆ ਤੇ ਅਕਾਲੀ ਦਲ ਦੀ ਤੇ ਆਪਣੇ ਜਥੇਦਾਰ ਦੀ ਇਮੇਜ ਨੂੰ ਫਰਕ ਦੁਬਾਰੇ ਪਊਗਾ ਕਿ ਨਹੀਂ ਜੀ? ਧੰਨਵਾਦ ਵੀਰ ਜੀ। ਬਿਲਕੁਲ ਜੀ, ਆਪਾਂ ਇਹੀ ਖਬਰ ਸਾਂਝੀ ਕਰਨੀ ਸੀਗੀ। ਧੰਨਵਾਦ ਤੁਹਾਡਾ। ਢਿੱਲੋਂ ਸਾਹਿਬ ਹੋਣੀ ਸੁਣ ਰਹੇ ਜੀ, ਤੁਹਾਨੂੰ ਤਾਂ ਆਪਣੇ ਨਾਲ ਜੁੜ ਚੁੱਕੇ ਆ ਜੀ। ਢਿੱਲੋਂ ਸਾਹਿਬ, ਸਵਾਗਤ ਹੈ ਤੁਹਾਡਾ। ਸਤਿ ਸ਼੍ਰੀ ਅਕਾਲ ਜੀ। ਧੰਨਵਾਦ ਜੀ, ਮਿਹਰਬਾਨੀ। ਸਾਰੇ ਹੀ ਦਰਸ਼ਕਾਂ ਨੂੰ, ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਢਿੱਲੋਂ ਸਾਹਿਬ। ਆਪਾਂ ਖਬਰ ਵੀ ਸਾਂਝੀ ਕਰਨੀ ਸੀ ਤੇ ਵੀਰ ਦਾ ਸਵਾਲ ਵੀ ਇਹ ਆ ਗਿਆ ਜੀ। ਸੁੱਚਾ ਸਿੰਘ ਲੰਗਾ ਬਲੂ ਫਿਲਮ ਦਾ ਹੀਰੋ, ਖਾਸ ਕਰਕੇ ਅਕਾਲੀ ਦਲ ਦੇ ਵਿੱਚ ਕਾਫੀ ਲੀਡਰ ਆ ਜੀ ਜਿਹੜੇ ਇਹਨਾਂ ਫਿਲਮਾਂ ਦੇ ਹੀਰੋ ਰਹੇ ਆ, ਤੇ ਸ਼ੇਰ ਸਿੰਘ ਘਬਾਇਆ ਉਹਨਾਂ ਦਾ ਵੀ ਲੱਗਾ ਸੀਗਾ, ਉਹਨਾਂ ਤੇ ਵੀ ਇਲਜ਼ਾਮ ਲੱਗਾ ਸੀਗਾ। ਉਸ ਤੋਂ ਬਾਅਦ ਉਹਨਾਂ ਨੇ ਅਕਾਲੀ ਦਲ ਛੱਡ ਕੇ ਤੇ ਕਾਂਗਰਸ ਦੇ ਵਿੱਚ ਆ ਗਏ ਜੀ। ਉਹ ਪੰਥ ਜੀ ਕਹਿੰਦੇ ਮੁੜ ਸ਼ਾਮਲ ਹੋਣ ਲਈ ਸੁੱਚਾ ਸਿੰਘ ਲੰਗਾ ਅਕਾਲ ਤਖਤ ਨੂੰ ਅਪੀਲ ਕਰ ਰਹੇ ਆ ਜੀ। ਅਸੀਂ ਕਿਸੇ ਵੀ ਪਾਰਟੀ ਨੂੰ ਟਾਰਗੇਟ ਨਹੀਂ ਕਰਦੇ ਤੇ ਕਿਸੇ ਵੀ ਪਾਰਟੀ ਨੂੰ ਸਟੀਅਰ ਨਹੀਂ ਕਰਦੇ ਜੀ। ਇਹ ਭਾਰਤੀ ਸਿਆਸਤ ਦੀ ਬਦਕਿਸਮਤੀ ਹੈ, ਇੱਥੋਂ ਦੇ ਲੋਕਾਂ ਦੀ ਬਦਕਿਸਮਤੀ ਹੈ ਕਿ ਜਦੋਂ ਸਾਡੇ ਲੀਡਰ ਸਿਆਸਤ ਦੇ ਵਿੱਚ ਪਰਪੱਕ ਹੋ ਜਾਂਦੇ ਆ ਤੇ ਦੋ ਕੰਮ ਹੁੰਦੇ ਇਹਨਾਂ ਦੇ। ਪਹਿਲਾਂ ਸਿਆਸਤ ਦੇ ਵਿੱਚ ਜਦੋਂ ਲੀਡਰ ਆਉਂਦੇ ਹੁੰਦੇ ਸੀ ਉਹ ਇਸ ਕਰਕੇ ਆਉਂਦੇ ਸੀ ਕਿ ਅਸੀਂ ਦੇਸ਼ ਸੇਵਾ ਕਰਨੀ ਹੈ, ਲੋਕਾਂ ਦੀ ਸੇਵਾ ਕਰਨੀ ਹੈ ਜਿਨ੍ਹਾਂ ਨੇ ਮੁਲਕ ਨੂੰ ਆਜ਼ਾਦ ਕਰਵਾਇਆ ਸੀ, ਤੇ ਇਹਦੇ ਨਾਲ ਹੀ ਥੋੜਾ ਜਿਹਾ ਇਹ ਲਾਲਚ ਹੁੰਦਾ ਕਿ ਸਾਡਾ ਨਾਂ ਅਸੀਂ ਕਮਾਈਏ, ਸਾਡੇ ਪੁੱਤ ਧੀਆਂ ਦੇ ਵਿੱਚ ਲੋਕ ਬਾਅਦ ਦੇ ਵਿੱਚ ਕਹਿਣ ਕਿ ਇਹ ਫਲਾਣੇ ਦਾ ਪੁੱਤ ਹੈ, ਫਲਾਣੇ ਦੀ ਧੀ ਹੈ, ਬੰਦਾ ਬੜਾ ਚੰਗਾ ਸੀ। ਹੌਲੀ ਹੌਲੀ ਫਿਰ ਇਹ ਆ ਗਿਆ ਕਿ ਨਾਂ ਚਮਕਾਉਣ ਦੇ ਨਾਲ ਨਾਲ ਪੈਸਾ ਵੀ ਹੋ ਜੇ, ਤੇ ਪੈਸੇ ਵਾਲੇ ਚੱਕਰ 'ਚ ਵੀ ਸਿਆਸਤਦਾਨ ਪੈ ਗਏ, ਤੇ ਫਿਰ ਇਹ ਪੈਸੇ ਵੀ ਕਾਫੀ ਹੋ ਗਏ, ਨਾਂ ਵੀ ਚਮਕ ਗਿਆ, ਤੇ ਫਿਰ ਉਹ ਅਸ਼ਲੀਲਤਾ ਵਾਲੇ ਮਾਮਲੇ ਦੇ ਵਿੱਚ ਫਸ ਜਾਂਦੇ ਹੈ। ਇਸ ਨਿਕੰਮੇ ਰਾਹ ਪਾਏ ਜਾਂਦੇ ਆ ਤੇ ਇਸ ਸਮਾਜ ਲਈ ਇੱਕ ਬਹੁਤ ਹੀ ਕਲੰਕ ਹੈ। ਜੇ ਆਪਾਂ ਚਲੋ ਸੁੱਚਾ ਸਿੰਘ ਲੰਗਾ ਦੀ ਵੀਡੀਓ ਫਿਲਮ ਸਾਹਮਣੇ ਆ ਗਈ ਸੀ, ਤੁਸੀਂ ਜ਼ਿਕਰ ਕੀਤਾ ਸ਼ੇਰ ਸਿੰਘ ਘੁਬਾਇਆ ਦਾ, ਪਰ ਉਹ ਤੋਂ ਪਹਿਲਾਂ ਵੀ ਮੈਂ ਯਾਦ ਕਰਾਉਣਾ ਚਾਹੂੰਗਾ ਤੁਹਾਨੂੰ, ਗੁਜਰਾਤ ਦੀ ਇਲੈਕਸ਼ਨ ਸੀ। ਗੁਜਰਾਤ ਦੀ ਇਲੈਕਸ਼ਨ ਵੇਲੇ ਪੰਜਾਬ ਦੇ ਵਿੱਚੋਂ ਕਾਂਗਰਸ ਪਾਰਟੀ ਦੇ ਲੀਡਰ ਗੁਜਰਾਤ 'ਚ ਗਏ ਸੀ। ਇੱਧਰ ਤਾਂ ਭਾਵੇਂ ਖਬਰਾਂ ਨਹੀਂ ਲੱਗੀਆਂ, ਕਿਸੇ ਕਿਸੇ ਪੇਪਰ ਦੇ ਵਿੱਚ ਲੱਗੀ ਸੀ, ਲੇਕਿਨ ਗੁਜਰਾਤ ਦੇ ਪੇਪਰਾਂ ਦੇ ਵਿੱਚ ਡਾਢੀ ਚਰਚਾ ਹੋਈ ਸੀ ਕਿ ਪੰਜਾਬ ਦੇ ਜਿਹੜੇ ਵਜ਼ੀਰ ਗਏ ਸੀ ਉਹ ਵਜ਼ੀਰ ਉੱਥੇ ਜਾ ਕੇ ਜਿਹੜਾ ਹੈਗਾ ਇਸ ਨਿਕੰਮੇ ਕੰਮ ਦੇ ਵਿੱਚ ਪੈ ਗਏ ਸੀ। ਗਿੱਦੜਬਾਹਾ ਦੀ ਵਾਈ ਇਲੈਕਸ਼ਨ ਹੋਈ
ਗਿੱਦੜਬਾਹਾ ਦੀ ਬਾਈ ਇਲੈਕਸ਼ਨ 1995 ਚ ਬੇਅੰਤ ਸਿੰਘ ਨੇ ਬੜੀ ਮਜ਼ਬੂਤੀ ਨਾਲ ਲੜੀ ਸੀ ਬਾਦਲਾਂ ਦੇ ਖਿਲਾਫ। ਜਦੋਂ ਮਨਪ੍ਰੀਤ ਬਾਦਲ ਪਹਿਲੀ ਵਾਰੀ MLA ਬਣਦਾ ਹੈ, ਉਦੋਂ ਜ਼ਿਆਦਾਤਰ ਲੀਡਰ ਜਿਹੜੇ ਹੈਗੇ ਕਾਂਗਰਸ ਪਾਰਟੀ ਦੇ ਵਜ਼ੀਰ ਖਾਸ ਕਰਕੇ ਤੇ ਉਹ ਬਠਿੰਡੇ 'ਚ ਰਹਿੰਦੇ ਹੁੰਦੇ ਸੀ। ਅੱਜ ਵੀ ਇੱਕ ਲੀਡਰ ਉਹਨਾਂ ਦੇ ਵਿੱਚੋਂ ਜਿਉਂਦਾ ਹੈ, ਵੱਡੀ ਉਮਰ ਦਾ। ਉਸ ਵੇਲੇ ਵੀ ਉਹ ਇਹੋ ਜਿਹੇ ਕੰਮ ਵਿੱਚ ਪਿਆ ਹੋਇਆ ਸੀ। ਮੇਰਾ ਇੱਕ ਦੋਸਤ ਹੈ ਜਿਹੜਾ ਯੂਥ ਕਾਂਗਰਸ ਦਾ ਲੀਡਰ ਹੁੰਦਾ ਸੀ, ਉਹਦੇ PA ਨੇ ਉਹਨੂੰ ਕਿਹਾ ਸੀ ਉਹਨਾਂ ਦਿਨਾਂ ਦੇ ਵਿੱਚ ਕਿ ਕੋਈ ਕੁੜੀ ਲੈ ਕੇ ਆਓ। ਸੋ ਇਹ ਸਾਡੇ ਜਿਹੜੇ ਹੈਗੇ ਹੈ ਸਿਆਸਤ ਦਾ ਹੁਣ ਇੱਕ ਕਰੈਕਟਰ ਬਣ ਗਿਆ ਹੈ। ਮੈਂ ਸਾਰਿਆਂ ਨੂੰ ਨਹੀਂ ਕਹਿੰਦਾ, ਲੇਕਿਨ ਕਾਫੀ ਸਾਰੇ ਜਿਹੜੇ ਇਸ ਕੰਮ ਦੇ ਵਿੱਚ ਪਏ ਹੈ। ਸੁੱਚਾ ਸਿੰਘ ਲੰਗਾਹ ਦੀ ਅਸੀਂ ਗੱਲ ਕਰਦੇ ਹਾਂ ਤਾਂ ਇਹ ਗੱਲ 2017 ਦੀ ਹੈ। 2017 ਚ ਤੁਹਾਡੇ ਧਿਆਨ ਚ ਹੋਣਾ ਕਿ ਇੱਕ ਵਾਈ ਇਲੈਕਸ਼ਨ ਹੋਈ ਸੀ ਗੁਰਦਾਸਪੁਰ ਹਲਕੇ ਦੀ, ਜਿਹਦੇ ਵਿੱਚ ਸੁਨੀਲ ਜਾਖੜ ਕਾਂਗਰਸ ਪਾਰਟੀ ਵੱਲੋਂ ਮੈਦਾਨ ਚ ਨਿਤਰੇ ਸੀ ਔਰ ਉਹ ਸੀਟ ਉਹਨਾਂ ਨੇ ਜਿੱਤੀ ਵੀ ਸੀ। ਉਹਨਾਂ ਦਿਨਾਂ ਦੇ ਵਿੱਚ ਇੱਕ ਨੀਲੀ ਫਿਲਮ ਹੈ ਜਿਹੜੀ ਬੜੀ ਚਰਚਾ ਦਾ ਵਿਸ਼ਾ ਬਣੀ ਸੀ, ਤੇ ਉਸ ਫਿਲਮ ਦੇ ਵਿੱਚ ਜਿਹੜੀ ਬੀਬੀ ਸੀ, ਉਸ ਬੀਬੀ ਨੇ ਇੱਕ ਚਿੱਠੀ ਲਿਖ ਕੇ ਦੇਤੀ ਸੀ ਪੁਲਿਸ ਅਧਿਕਾਰੀਆਂ ਨੂੰ। ਉਹਦੀ ਪੜਤਾਲ ਹੋਈ ਤੇ ਫਿਰ FIR ਦਰਜ ਹੋਈ। ਸੁੱਚਾ ਸਿੰਘ ਲੰਗਾਹ ਗ੍ਰਿਫਤਾਰ ਹੋਏ, ਕਾਫੀ ਸਮਾਂ ਜੇਲ੍ਹ 'ਚ ਰਹੇ। ਮਾਫ ਕਰਨਾ, ਮੈਂ ਕੋਈ ਧਾਰਮਿਕ ਬੰਦਾ ਨਹੀਂ, ਇਹਦੇ ਬਾਵਜੂਦ ਉਸ ਵੇਲੇ ਜੋ ਉਹਨੇ ਕਕਾਰਾਂ ਦੀ ਬਦਨਾਮੀ ਕਰਾਈ ਹੈ, ਜਿਹਨਾਂ ਲੋਕਾਂ ਨੇ ਫਿਲਮ ਦੇਖੀ ਹੈ, ਉਹਨਾਂ ਦਾ ਅੱਜ ਵੀ ਜਿਹੜਾ ਹੈਗਾ ਸਿਰ ਝੁਕ ਜਾਂਦਾ ਕਿ ਆਹ ਲੋਕ ਸਾਡੇ ਲੀਡਰ, ਆਹ ਸਾਡੇ ਪੰਥਕ ਲੀਡਰ, ਕਿਸ ਤਰ੍ਹਾਂ ਉਹ ਬੰਦਾ ਆਪਣਾ ਸ੍ਰੀ ਸਾਹਿਬ ਲਾ ਕੇ ਰੱਖਦਾ, ਕਿਸ ਤਰ੍ਹਾਂ ਉਹ ਦਸਤਾਰ ਨੂੰ ਸਿਰਦਾ। ਇਹ ਉਹ ਚੀਜ਼ਾਂ ਜਿਹੜੀਆਂ ਦਾ ਅਸੀਂ ਨਾਕਾਬਲੇ ਬਰਦਾਸ਼ਤ ਹੈ। ਸਾਰਾ ਕੁਛ ਹੋਇਆ, ਪਟਿਆਲਾ ਜੇਲ੍ਹ ਦੇ ਵਿੱਚ ਰਿਹਾ ਤੇ ਫਿਰ ਅਚਨਚੇਤ ਇੱਕ ਖਬਰ ਆ ਗਈ ਕਿ ਸੁੱਚਾ ਸਿੰਘ ਲੰਗਾਹ ਬਰੀ ਹੋ ਗਿਆ। ਬਰੀ ਹੋਇਆ ਕਿਵੇਂ? ਖਬਰਾਂ ਪਹਿਲਾਂ ਹੀ ਆ ਗਈਆਂ ਸੀ ਕਿ ਗੱਲਬਾਤ ਚੱਲ ਰਹੀ ਹੈ, ਬੀਬੀ ਨੂੰ ਬਰਿਆਇਆ ਜਾ ਰਿਹਾ। ਜਿਹੜੀ ਬੀਬੀ ਉਹਦੇ ਵਿੱਚ ਸੀ ਉਸ ਫਿਲਮ ਦੇ ਵਿੱਚ, ਉਸ ਬੀਬੀ ਬਾਰੇ ਉਹਨਾਂ ਦਿਨਾਂ ਦੇ ਵਿੱਚ ਜਿਹੜੀਆਂ ਖਬਰਾਂ ਲੱਗੀਆਂ ਸੀ, ਉਹ ਕਹਿੰਦੀ ਕਿ ਮੇਰੀ ਜਦੋਂ ਮਜਬੂਰੀ ਦਾ ਫਾਇਦਾ ਉਠਾਉਣ ਲੱਗਿਆ ਸੁੱਚਾ ਸਿੰਘ ਲੰਗਾਹ ਤੇ ਮੈਂ ਉਹਨੂੰ ਬੇਨਤੀ ਕੀਤੀ ਸੀ ਕਿ ਅੰਕਲ ਜੀ ਮੇਰੀ ਉਮਰ ਤੁਹਾਡੀ ਬੱਚੀ ਵਰਗੀ ਹੈ, ਤੁਸੀਂ ਇਹ ਕੰਮ ਨਾ ਕਰੋ। ਮੈਂ ਨਹੀਂ ਕਹਿੰਦਾ ਕਿ ਉਹ ਸੱਚ ਬੋਲਦੀ ਹੈ ਜਾਂ ਝੂਠ ਬੋਲਦੀ ਹੈ, ਲੇਕਿਨ ਅਖਬਾਰਾਂ ਦੇ ਵਿੱਚ ਉਦੋਂ ਖਬਰਾਂ ਛਪੀਆਂ ਸੀ ਤੇ ਬੰਦਾ ਜਿਹਦਾ ਚਿਹਰੇ ਮੂਹਰੇ ਤੋਂ ਆਪਣੇ ਆਪ ਨੂੰ ਪੰਥਕ ਦਰਸਾਉਂਦਾ ਹੋਵੇ, ਇਹੋ ਜਿਹਾ ਕੁਛ ਹੋਵੇ, ਕਿੰਨੀ ਮਾੜੀ ਗੱਲ ਹੈ। ਫਿਰ ਬਾਅਦ ਦੇ ਵਿੱਚ ਖਬਰਾਂ ਆਉਣੀਆਂ ਸ਼ੁਰੂ ਹੋ ਗਈਆਂ ਕਿ ਬੀਬੀ ਦੇ ਨਾਲ ਇੱਕ ਸਮਝੌਤਾ ਹੋ ਗਿਆ, ਜਿਹੜੀ ਉਹਦੀ ਜ਼ਮੀਨ ਵਗੈਰਾ ਲਈ ਸੀ ਉਹ ਵਾਪਸ ਕਰ ਦਿੱਤੀ ਹੈ, ਉਹਦੇ ਲਈ ਪੈਸਿਆਂ ਦਾ ਵੀ ਇੰਤਜ਼ਾਮ ਕਰਤਾ ਸੀ, ਕੋਠੀ ਵਗੈਰਾ ਜਿਹੜੀ ਹੈ ਉਹਦਾ ਵੀ ਇੰਤਜ਼ਾਮ ਕਰਤਾ ਸੀ, ਕਿਸੇ ਵੱਡੇ ਸ਼ਹਿਰ ਦੇ ਵਿੱਚ ਲੈ ਦਿੱਤੀ ਹੈ। ਤੇ ਅਚਨਚੇਤ ਖਬਰ ਆ ਗਈ ਕਿ ਸੁੱਚਾ ਸਿੰਘ ਲੰਗਾਹ ਕੇਸ 'ਚੋਂ ਬਰੀ ਹੋ ਗਈ। ਦੁਨਿਆਵੀ ਅਦਾਲਤ 'ਚੋਂ ਬੰਦਾ ਬਰੀ ਹੋ ਸਕਦਾ ਹੈ, ਪੈਸੇ ਵਾਲਾ ਬੰਦਾ ਹਰ ਹਰਬਾ ਵਰਤ ਕੇ ਪ੍ਰਭਾਵਿਤ ਕਰ ਸਕਦਾ ਪੀੜਤਾਂ ਨੂੰ। ਪੀੜਤ ਵੀ ਇਹ ਸੋਚਦਾ ਕਈ ਵਾਰੀ ਕਿ ਜੋ ਕੁਛ ਹੋਣਾ ਸੀ ਹੋ ਗਿਆ, ਚਲੋ ਘੱਟੋ ਘੱਟ ਬੱਚੇ ਤਾਂ ਐਸ਼ ਕਰਨਗੇ। ਇਹੋ ਜਿਹੇ ਕੁਛ ਲੋਕ ਦੇਖੇ ਹੈ। ਇੱਕ ਹੋਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰੰਗ ਕਮੇਟੀ ਦਾ ਮੈਂਬਰ ਹੁੰਦਾ ਸੀ, ਸਾਡੇ ਹਲਕੇ ਦਾ, ਉਹਦੇ ਨਾਲ ਵੀ ਇਹੋ ਹੀ ਕੁਛ ਉਹਨੇ ਕੀਤਾ ਸੀ। ਆਪਣੇ ਕਿਸੇ ਪਿੰਡ ਦੀ ਕੁੜੀ ਨੂੰ ਉਹਨੇ ਆਪਣੇ ਘਰ ਬਣਾ ਕੇ ਰੱਖਿਆ ਸੀ। ਮੈਂ ਉਹ ਖਬਰ ਉਦੋਂ ਡਿਟੈਕਟ ਕੀਤੀ ਸੀ ਤੇ ਮੈਂ ਉਸ ਬੀਬੀ ਦੇ ਘਰ ਵਾਲੇ ਨੂੰ ਜਾ ਕੇ ਮਿਲਿਆ ਸੀ ਸੰਗਰੂਰ ਜ਼ਿਲ੍ਹੇ 'ਚ। ਉਹਨੂੰ ਮੈਂ ਪੁੱਛਿਆ ਸੀ ਕਿ ਭਲਿਆ ਮਾਨਸਾ ਤੂੰ ਕੁਛ ਸਿੱਖਦਾ ਹੀ ਕੋਈ ਨਹੀਂ, ਤੇਰੀ ਵਾਈਫ ਨੂੰ ਲਈ ਬੈਠਾ, ਪਿੰਡ ਦੀ ਧੀ ਨੂੰ ਆਪਣੀ ਵਾਈਫ ਬਣਾਈ ਬੈਠਾ ਹੈ, ਤੇਰੇ ਵੀ ਬੱਚੇ ਸੀ ਤੇ ਉਹਦੇ ਹੋਰ ਵੀ ਬੱਚੇ ਹੋਏ ਹੈ, ਇਹਦੇ ਬਾਰੇ ਤੂੰ ਕੀ ਕਹੇਗਾ? ਤਾਂ ਉਸ ਬੰਦੇ ਦਾ ਕਹਿਣਾ ਸੀ ਕਿ ਮੈਂ ਹਾਲਾਤ ਨਾਲ ਸਮਝੌਤਾ ਕਰ ਲਿਆ, ਚਲੋ ਮੇਰੇ ਬੱਚਿਆਂ ਨੂੰ ਤਾਂ ਕਹਿੰਦਾ ਉਹਨੇ ਅਫਸਰ ਬਣਾਤਾ ਨਾ, ਜੋ ਹੋਵੇ ਸੋ ਹੋਵੇ। ਔਰ ਮੈਂ ਉਸ ਵੇਲੇ ਦੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਵੀ ਟੈਲੀਫੋਨ ਤੇ ਜਦੋਂ ਵਰਜਨ ਲੈਣ ਲੱਗਿਆ ਤੇ ਮੈਂ ਪੁੱਛਿਆ ਸੀ ਕਿ ਜਥੇਦਾਰ ਸਾਹਿਬ ਆਹ ਕੀ ਹੋ ਰਿਹਾ, ਤੁਸੀਂ ਇਹਨੂੰ ਕੀ ਮਹਿਸੂਸ ਕਰਦੇ ਹੋ? ਕੀ ਕੋਈ ਸਿੱਖ ਅਜਿਹਾ ਕੋ ਕਰਮ ਕਰ ਸਕਦਾ ਹੈ? ਉਹਨਾਂ ਨੇ ਕਿਹਾ ਨਹੀਂ, ਜੇ ਕਰੂਗਾ ਤਾਂ ਉਹ ਸਿੱਖੀ ਦੇ ਕਾਬਲ ਹੀ ਨਹੀਂ। ਮੈਂ ਉਹਨਾਂ ਨੂੰ ਕਿਹਾ ਕਿ ਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੈਂਬਰ ਹੋਵੇ, ਅੰਤਰਿਮ ਕਮੇਟੀ ਦਾ ਮੈਂਬਰ ਹੋਵੇ, ਕਿ ਜੇ ਉਹ ਇਹੋ ਜਿਹਾ ਕੰਮ ਕਰੋਗੇ ਤਾਂ ਤੁਸੀਂ ਕੀ ਕਹੋਗੇ? ਮੇਰੇ ਯਾਦ ਆ ਗਿਆਨੀ ਬਿਦੰਤੀ ਜੀ ਹੁੰਦੇ ਸੀ, ਉਹਨਾਂ ਦੇ ਸ਼ਬਦ ਯਾਦ ਆ, ਉਹਨਾਂ ਨੇ ਚੀਜ਼ ਕਿਹਾ ਸੀ ਤੋਬਾ 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 ਕਰਕੇ, ਤੇ ਉਹਨਾਂ ਨੇ ਫੋਨ ਕੱਟਤਾ ਸੀ। ਮੇਰੀ ਉਹ ਖਬਰ ਉਦੋਂ ਪ੍ਰਕਾਸ਼ਿਤ ਹੋਈ ਸੀ, ਧਰਮ ਉਹ ਕੁਕਰਮ, ਉਹ ਖਬਰ ਪ੍ਰਕਾਸ਼ਿਤ ਹੋਈ ਸੀ। ਸੋ ਇਹ ਬੜਾ ਕੁਛ ਹੁੰਦਾ ਰਹਿੰਦਾ ਹੈ, ਇਹ ਕੁਕਰਮ ਹੋ ਰਹੇ ਆ, ਹੁੰਦੇ ਰਹਿੰਦੇ ਹੈ। ਪਰ ਜਿਵੇਂ ਵੀਰ ਜੀ ਨੇ ਗੱਲ ਉਠਾਈ ਹੈ ਕਿ ਇਹਨੂੰ ਇਸ ਬੰਦੇ ਨੂੰ ਦੁਬਾਰਾ ਵਾਪਸ ਲੈਣ ਦੇ ਨਾਲ ਉਹਨੇ ਕਹਿਤਾ ਜੀ ਅਣਜਾਣੇ ਵਿੱਚ ਗਲਤੀ ਹੋਈ ਹੈ, ਉਹ ਬੱਚਾ ਸੀ ਕੋਈ, ਉਹ ਲੜਕੀ ਕਹਿ ਰਹੀ ਹੈ, ਬੀਬੀ ਕਹਿ ਰਹੀ ਹੈ ਕਿ ਮੈਂ ਤੁਹਾਡੀਆਂ ਧੀਆਂ ਵਰਗੀ ਹਾਂ, ਔਰ ਉਹਨੇ ਸ਼ਾਇਦ ਇਹ ਵੀ ਗੱਲ ਕਹੀ ਸੀ ਕਿ ਤੁਹਾਡੀ ਧੀ ਵੀ ਮੇਰੀ ਜਮਾਤਨ ਹੈ ਜੀ। ਔਰ ਬੰਦਾ ਸੱਤਾ ਦੇ ਨਸ਼ੇ ਦੇ ਵਿੱਚ ਚੂਰ ਹੋਵੇ, ਉਦੋਂ ਉਹਨੂੰ ਦਿਖਦਾ ਹੀ ਕੁਛ ਨਹੀਂ ਸੀ, ਤਾਂ ਸੋਚਿਆ ਹੀ ਨਹੀਂ ਸੀ ਉਹਨੇ ਕਦੇ ਕਿ ਮੈਨੂੰ
ਆ ਲਾਲ ਟੋਪੀਆਂ ਵਾਲਿਆਂ ਨਾਲ ਵੀ ਵਾਹ ਪੈ ਜਾਊਗਾ, ਹਾਲਾਤ ਬਦਲਣਗੇ, ਸਰਕਾਰਾਂ ਬਦਲ ਜਾਂਦੀਆਂ ਹੁੰਦੀਆਂ। ਸੱਤਾ ਦਾ ਅੰਨਾ ਹੋਇਆ ਬੰਦਾ ਮਜ਼ਲੂਮਾਂ ਦੀ, ਗਰੀਬਾਂ ਦੀ, ਲੋੜਵੰਦਾਂ ਦੀ ਮਜਬੂਰੀ ਦਾ ਫਾਇਦਾ ਕਿਵੇਂ ਉਠਾਉਂਦਾ ਹੈ? ਤੇ ਜਿਹੜੇ ਲੋਕ ਇਹੋ ਜਿਹਾ ਫਾਇਦਾ ਉਠਾਉਂਦੇ ਆ ਸੱਤਾ 'ਚ ਆ ਕੇ, ਠੀਕ ਕੀਤਾ ਉਦੋਂ ਅਕਾਲ ਤਖਤ ਸਾਹਿਬ ਦੇ ਜੋ ਵੀ ਜਥੇਦਾਰ ਸਾਹਿਬ ਸੀ, ਚਾਹੇ ਸਮਾਜਿਕ ਬਦਨਾਮੀ ਤੋਂ ਡਰਦੇ ਕੁਛ ਵੀ ਕੀਤਾ, ਉਸ ਬੰਦੇ ਨੂੰ ਪੰਥ ਚੋਂ ਖਾਰਜ ਕਰਤਾ। ਅੱਜ ਅਸੀਂ ਇੱਕ ਸਧਾਰਨ ਕੁਰਈਆ ਨਹੀਂ ਕਹਿ ਸਕਦੇ ਕਿ ਇੱਕ ਉਹਨੇ ਸਧਾਰਨ ਗਲਤੀ ਕਰ ਲਈ ਤੇ ਉਹਨੂੰ ਲੈ ਲਈ। ਇਹ ਐਡੀ ਵੱਡੀ ਸਦਾਚਾਰਕ ਗਲਤੀ ਹੈ ਜਿਹੜੀ ਸਾਨੂੰ ਕਲੰਕਿਤ ਕਰ ਰਹੀ ਹੈ। ਇਹਦੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵੀ ਅਕਸ ਖਰਾਬ ਹੋਣੇ। ਮੈਂ ਤਾਂ ਇੱਥੋਂ ਅਗਾਂਹ ਤੁਰਦਾ ਕਿ ਅਕਾਲ ਤਖਤ ਸਾਹਿਬ ਦਾ ਅਕਸ ਵੀ ਜਿਹੜਾ ਹੈਗਾ, ਜਿਹੜਾ ਦੁਨੀਆ ਦੇ ਵਿੱਚ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਮੰਨਿਆ ਜਾਂਦਾ ਕਿ ਸਿੱਖਾਂ ਦਾ ਸੁਪਰੀਮ ਲੀਡਰ ਹੈ, ਇਹ ਸੁਪਰੀਮ ਧਾਰਮਿਕ ਲੀਡਰ ਹੈ। ਜਿਵੇਂ ਪੋਪ ਦੀ ਕ੍ਰਿਸਚੀਅਨ ਭਾਈਚਾਰੇ ਦੇ ਵਿੱਚ ਇੱਜ਼ਤ ਹੁੰਦੀ ਹੈ, ਸਾਡੇ ਸਿੰਘ ਸਾਹਿਬ ਦੀ ਇੱਜ਼ਤ ਇਸ ਤਰ੍ਹਾਂ ਹੁੰਦੀ ਹੈ। ਪਹਿਲਾਂ ਵੀ ਇੱਕ ਵਾਰੀ ਨੇ ਜਥਨ ਕੀਤਾ ਸੀ, ਉਦੋਂ ਵੀ ਦਰਖਾਸਤ ਭੇਜੀ ਸੀ, ਉਸ ਵੇਲੇ ਦੇ ਸਿੰਘ ਸਾਹਿਬ ਨੇ ਵੀ ਇਹਨੂੰ ਵਿਚਾਰਨਾ ਮੁਨਾਸਿਬ ਨਹੀਂ ਸੀ ਸਮਝਿਆ। ਅੱਜ ਜਿਸ ਢੰਗ ਦੇ ਨਾਲ ਉਹ ਗਿਆ, ਜਿਵੇਂ ਤਸਵੀਰਾਂ ਆਈਆਂ ਸੋਸ਼ਲ ਮੀਡੀਆ ਤੇ ਤੁਸੀਂ ਦੇਖ ਲਈਆਂ ਹੋਣੀਆਂ, ਜਿਵੇਂ ਉਹਨੇ ਐਪਲੀਕੇਸ਼ਨ ਦਿੱਤੀ ਹੈ, ਮੈਨੂੰ ਨਹੀਂ ਪਤਾ ਕਿ ਉਹਦੇ ਵਿੱਚ ਐਪਲੀਕੇਸ਼ਨ 'ਚ ਲਿਖਿਆ ਕੀ ਹੈ, ਪਰ ਜਿਵੇਂ ਸਾਡੇ ਵੀਰ ਨੇ ਨਿਊਜ਼ ਬੁਲੇਟਿਨ ਦੇ ਵਿੱਚ ਦੱਸਿਆ ਕਿ ਉਹਨੇ ਕਿਹਾ ਕਿ ਅਣਜਾਣੇ ਵਿੱਚ ਹੋਈ ਗਲਤੀ ਹੈ। ਜੇ ਇਹ ਅਣਜਾਣੇ ਵਿੱਚ ਹੋਈ ਗਲਤੀ ਹੈ ਤੇ ਫਿਰ ਜਾਣ ਬੁੱਝ ਕੇ ਕੀਤੀ ਹੋਈ ਗਲਤੀ ਕੀ ਗੁਲ ਖਲਾਊਗੀ? ਸੋਚਣ ਵਾਲੀ ਗੱਲ ਇਹ ਹੈ। ਗਿਆਨੀ ਹਰਪ੍ਰੀਤ ਸਿੰਘ ਪੜ੍ਹੇ ਲਿਖੇ ਜਥੇਦਾਰ ਹੈ, ਬੜੇ ਲੰਬੇ ਅਰਸੇ ਬਾਅਦ ਸਾਨੂੰ ਇੱਕ ਜਿਹੜਾ ਹੈਗਾ ਉੱਚ ਸਿੱਖਿਅਤ ਜਥੇਦਾਰ ਸਾਹਿਬ ਮਿਲੇ ਹੈ। ਅਸੀਂ ਅਕਾਲ ਤਖਤ ਸਾਹਿਬ ਦਾ ਸਤਿਕਾਰ ਇਸ ਲਈ ਕਰਦੇ ਹਾਂ ਕਿਉਂਕਿ ਸਾਹਿਬ ਦੇ ਲਈ ਉਹ ਇੱਕ ਮੰਨਣਯੋਗ ਥਾਂ ਹੈ। ਗੁਰੂ 6ਵੇਂ ਪਾਤਸ਼ਾਹ ਜੀ ਨੇ ਉਹਦਾ ਨਿਰਮਾਣ ਕਰਵਾਇਆ ਸੀ, ਉਹਨਾਂ ਨੇ ਇੱਥੇ ਸਾਰਾ ਕੁਛ ਕਰਵਾਇਆ ਸੀ। ਉੱਥੇ ਚਲੋ ਕਈ ਵਾਰੀ ਹਾਲਾਤ ਇਹੋ ਜਿਹੇ ਬਣ ਜਾਂਦੇ ਹੈ ਕਿ ਕੁਛ ਵਿਵਾਦਤ ਬੰਦੇ ਵੀ ਆ ਜਾਂਦੇ, ਪਰ ਅਕਾਲ ਤਖਤ ਸਾਹਿਬ ਮਹਾਨ ਹੈ ਜੀ। ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੁਣ ਜਥੇਦਾਰ ਸਾਹਿਬਾਨ ਦੀ ਨਿਯੁਕਤੀ ਕਰਦੀ ਹੈ, ਪਰ ਇਹਦੇ ਬਾਵਜੂਦ ਮੈਂ ਸਮਝਦਾ ਕਿ ਪਿਛਲੇ ਸਮੇਂ ਦੇ ਦੌਰਾਨ ਸਾਰੇ ਸਿੰਘ ਸਾਹਿਬਾਨ ਦੇ ਨਾਲੋਂ ਜ਼ਿਆਦਾ ਪੜ੍ਹਿਆ ਲਿਖਿਆ ਲਾਇਕ ਸਾਡੇ ਸਿੰਘ ਸਾਹਿਬ ਹੈ, ਜਥੇਦਾਰ ਸਾਹਿਬ ਹੈ, ਔਰ ਉਹਨਾਂ ਨੂੰ ਇਸ ਮਾਮਲੇ ਨੂੰ ਲੈਣਾ ਚਾਹੀਦਾ ਕਿ ਇਹਨੇ ਸਿਰਫ ਤੇ ਸਿਰਫ ਅਕਾਲੀ ਦਲ ਨੂੰ ਨੁਕਸਾਨ ਨਹੀਂ ਪਹੁੰਚਾਉਣਾ। ਇਹਨੇ ਸਿੱਖ ਜੇ ਫੈਸਲਾ ਹੁੰਦਾ ਹੈ ਉਹਨੂੰ ਵਾਪਸ ਲੈਣ ਵਾਲਾ, ਤਾਂ ਇਹ ਸਿੱਖੀ ਲਈ ਵੀ ਤੇ ਅਕਾਲ ਤਖਤ ਸਾਹਿਬ ਦੀ ਜਿਹੜੀ ਮਰਿਆਦਾ ਹੈ ਇਹ ਉਹਦੇ ਤੇ ਵੀ ਆਂਚ ਆਉਣ ਵਾਲੀ ਗੱਲ ਹੈ। ਇਹ ਸੋਚਣਾ ਚਾਹੀਦਾ, ਵਿਚਾਰਨਾ ਚਾਹੀਦਾ, ਫੇਰ ਹੀ ਕੋਈ ਫੈਸਲਾ ਲੈਣਾ ਚਾਹੀਦਾ। ਬਿਲਕੁਲ ਵਾਕਿਆ ਗੱਲ ਸਹੀ ਹੈ ਢਿੱਲੋਂ ਸਾਹਿਬ, ਫਿਰ ਹੀ ਫੈਸਲਾ ਲੈਣਾ ਚਾਹੀਦਾ ਕਿਉਂਕਿ ਇਹ ਕਿਤੇ ਚੂਚਾ ਨਹੀਂਗਾ ਜੀ। 14-15 ਸਾਲਾਂ ਦਾ ਵੀ ਬੁੱਢਾ ਹੋ ਗਿਆ ਤੇ ਹਾਲੇ ਵੀ ਨਸ਼ਾ ਸੱਤਾ ਦਾ ਨਹੀਂ ਜੀ, ਇਹ ਬੜੇ ਤਰ੍ਹਾਂ ਦੇ ਨਸ਼ੇ ਕਰਦੇ ਆ। ਕਾਲੀ ਨਾਗਣੀ ਦਾ ਨਸ਼ਾ ਹੈ, ਜਿਹੜੇ ਆਪਣੇ ਆਪ ਨੂੰ ਯੰਗ ਸਮਝਦੇ, ਅਸੀਂ ਬੜੇ ਨੌਜਵਾਨ ਹਾਲੇ ਤੇ ਆਪਣੇ ਆਪ ਨੂੰ 18-20 ਸਾਲਾਂ ਦਾ ਹੀ ਸਮਝਦੇ ਆ ਜੀ। ਬੜੇ ਤਰ੍ਹਾਂ ਦੀਆਂ ਜੜੀਆਂ ਬੂਟੀਆਂ ਖਾਂਦੇ। ਆਪਣੇ ਨਾਲ ਕਾਲਰ ਜੁੜੇ, ਕਾਲ ਵੀ ਲੈ ਲਈਏ। ਹਾਂਜੀ ਵੀਰ ਜੀ, 2156 ਸਵਾਗਤ ਹੈ ਜੀ ਤੁਹਾਡਾ। ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਤੇ ਢਿੱਲੋਂ ਸਾਹਿਬ ਨੂੰ ਸਤਿ ਸ਼੍ਰੀ ਅਕਾਲ। ਤੇ ਦੇਖੋ ਜੀ, ਇਹ ਤਾਂ ਲਗਾਅ ਵਾਸਤੇ ਵੀ ਇੱਕ ਇਮਤਿਹਾਨ ਦੀ ਘੜੀ ਆ, ਤਾਂ ਜਥੇਦਾਰਾਂ ਵਾਸਤੇ ਵੀ ਇਹ ਇਮਤਿਹਾਨ ਦੀ ਘੜੀ ਆ ਵੀ ਕਿੱਧਰ ਨੂੰ ਜਾਂਦਾ। ਜੇ ਸਿੱਖੀ ਨੂੰ ਇਹਨਾਂ ਨੇ ਚੜ੍ਹਦੀ ਕਲਾ 'ਚ ਲਿਜਾਣਾ ਜਾਂ ਢਹਿੰਦੀ ਕਲਾ 'ਚ ਲਗਾਉਣਾ, ਹੁਣ ਉਹਨਾਂ ਦੇ ਹੱਥ 'ਚ ਆ। ਵੈਸੇ ਜੇ ਪੰਜਾਬ ਦੀ ਹਿਸਟਰੀ ਦੇਖੀਏ ਤੇ ਇਹ ਸੁੱਚਾ ਲਗਾਅ ਸਾਹਿਬ ਤਾਂ ਮੁੱਖ ਮੰਤਰੀ ਬਣਨੇ ਦੇ ਕਾਬਲ ਹੈਗੇ ਆ, ਕਿਉਂਕਿ ਕੈਪਟਨ ਸਾਹਿਬ ਦਾ ਵੀ ਕਿਰਦਾਰ ਇੱਦਾਂ ਦਾ ਹੀ ਆ। ਉਹ ਕੈਰੋ ਸਾਹਿਬ ਦੇ ਮੁੰਡਿਆਂ ਨੇ ਵੀ ਇੱਦਾਂ ਦਾ ਕਿਰਦਾਰ ਕੀਤਾ ਸੀ। ਹੁਣ ਲਗਾਅ ਵੀ ਹੋ ਜਾਊਗਾ ਤਾਂ ਵੀ ਹਿਸਟਰੀ ਪੱਕੀ ਹੋ ਜਾਊਗੀ ਜੀ ਵੀ ਪੰਜਾਬ ਦੇ ਜਿਹੜੇ ਮੁੱਖ ਮੰਤਰੀ ਆ ਸਾਰੇ ਇੱਦਾਂ ਦੇ ਹੀ ਆ। ਤੇ ਇਹਨੂੰ ਤਾਂ ਹੁਣ ਮਾਫੀ ਨਹੀਂ ਦੇਣੀ, ਇਹ ਬਾਦਲ ਕੋਲ ਜਾਵੇ ਸਿੱਧਾ। ਉਹ ਸੁਖਬੀਰ ਦੀ ਜਗ੍ਹਾ ਇਹਨੂੰ ਅਕਾਲੀ ਪਾਰਟੀ ਦਾ ਪ੍ਰਧਾਨ ਬਣਾ ਲੈਣ ਤਾਂ ਉਹਨਾਂ ਦੀ ਤਾਂ ਚੜ੍ਹਦੀ ਗੱਲ ਹੋ ਜੂ ਨਾ, ਧਰਮ ਜਿਹੜਾ ਬਚ ਜਾਊਗਾ। ਤੇ ਮੈਂ ਤਾਂ ਇਹੀ ਕਹਿਣਾ ਜੀ। ਧੰਨਵਾਦ ਜੀ। ਹਾਂਜੀ, ਉਹਦੇ ਕੈਪਟਨ ਸਾਹਿਬ ਦੇ ਲਓ, ਵੀ ਹੁਣ ਗਾਹਾਂ ਜਾਣ ਦਾ ਟਾਈਮ ਕੀ ਕਰਨ ਡਿਆ ਵਾ। ਬਿਲਕੁਲ ਜੀ ਬਿਲਕੁਲ, ਵਾਕਿਆ ਗੱਲ ਤੁਹਾਡਾ ਜਿਹੜਾ ਨਿਸ਼ਾਨਾ ਬੜਾ ਤੁਸੀਂ ਟਿਕਾ ਕੇ ਮਾਰਿਆ ਜੀ। ਧੰਨਵਾਦ, ਚੰਗੇ ਵਿਚਾਰ ਆ ਢਿੱਲੋਂ ਸਾਹਿਬ ਤੁਹਾਡੇ। ਤੁਸੀਂ ਕੋਈ ਟਿੱਪਣੀ ਕਰਨ ਤੇ ਹੈ ਗੁੰਜਾਇਸ਼? ਨਹੀਂ ਜੀ, ਗੁੰਜਾਇਸ਼ ਹੈਗੀ ਹੈ। ਦੇਖੋ, ਅਕਾਲੀ ਦਲ ਜਿਹੜਾ ਹੈਗਾ ਵੀ ਅਕਾਲੀ ਦਲ ਦਾ ਪ੍ਰਧਾਨ ਬਣਾ ਦੇਣਾ ਚਾਹੀਦਾ, ਮੈਂ ਇਹਦੇ ਨਾਲ ਬਿਲਕੁਲ ਹੀ ਸਹਿਮਤ ਨਹੀਂ ਜੀ। ਕਿਉਂਕਿ ਅਕਾਲੀ ਦਲ ਜਿਹੜਾ ਹੈਗਾ, ਅਕਾਲੀ ਦਲ ਦੇ ਵਿੱਚ ਅੱਜ ਪ੍ਰਧਾਨ ਨਾਲ ਤੇ ਕਿੰਤੂ ਪਰੰਤੂ ਹੁੰਦਾ ਹੈ, ਲੇਕਿਨ ਅਕਾਲੀ ਦਲ ਉਹ ਅਕਾਲੀ ਦਲ ਹੈ ਜਿਹਨੇ ਗੁਰਦੁਆਰਾ ਪ੍ਰਬੰਧ ਨੂੰ, ਜਿਹੜਾ ਮੌਜੂਦਾ ਗੁਰਦੁਆਰਾ ਪ੍ਰਬੰਧ ਹੈ, ਇਹ ਜੇ ਹੋਂਦ ਵਿੱਚ ਆਇਆ ਤਾਂ ਡਿਊ ਟੂ ਅਕਾਲੀ ਦਲ ਆਇਆ ਸੀ ਜੀ। ਅਕਾਲੀ ਦਲ ਬਣਾਇਆ ਹੀ ਇਸ ਲਈ ਗਿਆ ਸੀ ਕਿ ਮਹੰਤਾਂ ਤੋਂ ਗੁਰਦੁਆਰਿਆਂ ਨੂੰ ਆਜ਼ਾਦ ਕਰਵਾਉਣਾ, ਔਰ ਲੜਾਈ ਲੜ ਕੇ ਵੱਡੀਆਂ ਕੁਰਬਾਨੀਆਂ ਦੇ ਕੇ ਪਤਾ ਨਹੀਂ ਅਣਗਿਣਤ ਲੋਕਾਂ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ। ਅਕਾਲੀ ਦਲ ਉਹ ਅਕਾਲੀ ਦਲ ਹੈ। ਤੇ ਜੇ ਇਸ ਅਕਾਲੀ ਦਲ ਦਾ ਪ੍ਰਧਾਨ ਅਸੀਂ ਸੁੱਚਾ ਸਿੰਘ ਲਗਾਹ ਵਰਗੇ ਬੰਦੇ ਨੂੰ ਲੋਚੀਏ ਤਾਂ ਮੇਰੇ ਖਿਆਲ ਮੁਤਾਬਕ ਇਹ ਅਕਾਲੀ ਦਲ ਨਾਲ ਵੀ ਬੇਇਨਸਾਫੀ ਹੈ, ਸਿੱਖਾਂ ਨਾਲ ਵੀ ਬੇਇਨਸਾਫੀ ਹੈ। ਜਦੋਂ ਅਸੀਂ ਕਿਸੇ ਬੰਦੇ ਦਾ ਕੰਪੇਅਰ ਕਰਦੇ ਹਾਂ ਨਾ,
ਜੇ ਕਿਸੇ ਮਾੜੇ ਬੰਦੇ ਦਾ ਕੰਪੇਅਰ ਕਰਨਾ ਤਾਂ ਉਹਦੇ ਮੁਕਾਬਲੇ ਤੇ ਸਾਨੂੰ ਚੰਗਾ ਬੰਦਾ ਲਿਆਉਣਾ ਚਾਹੀਦਾ। ਮਾੜੇ ਬੰਦੇ ਦਾ ਮਾੜੇ ਬੰਦੇ ਨਾਲ ਕੰਪੇਅਰ ਕਰੋ ਕਿ ਫਲਾਨਾ ਵੀ ਉੱਥੇ ਬੈਠਾ ਜੀ, ਇੱਕ ਮੁੱਖ ਮੰਤਰੀ ਅੱਜ ਵਾਲੇ ਮੁੱਖ ਮੰਤਰੀ ਦਾ ਨਾਮ ਵੀ ਲਿਆ ਜਾਂਦਾ, ਪੁਰਾਣੇ ਦਾ ਵੀ ਲਿਆ ਜਾਂਦਾ ਵੀ ਉਹ ਵੀ ਉੱਥੇ ਬੈਠੇ, ਤੇ ਇਹਨੂੰ ਆਹ ਕਰ ਲੈਣਾ ਚਾਹੀਦਾ। ਠੀਕ ਹੈ, ਪਾਰਟੀਆਂ ਦੀ ਮਜਬੂਰੀ ਹੁੰਦੀ ਹੈ, ਪਾਰਟੀਆਂ ਕਈ ਵਾਰੀ ਮਾੜੇ ਬੰਦਿਆਂ ਨੂੰ ਬਰਦਾਸ਼ਤ ਕਰ ਲੈਣਗੇ, ਕਈ ਵਾਰੀ ਸਮਾਜ ਵੀ ਮਾੜੇ ਬੰਦਿਆਂ ਨੂੰ ਬਰਦਾਸ਼ਤ ਕਰਦਾ, ਪਰ ਅਸੀਂ ਸੁਚੇਤ ਲੋਕ ਹਾਂ। ਸਾਨੂੰ ਇਹ ਚਾਹੀਦਾ ਕਿ ਇੱਕ ਬੁਰਾਈ ਨੂੰ ਜਿਹੜਾ ਹੈਗਾ ਬੁਰਾਈ ਨੂੰ ਖਤਮ ਕਰਨਾ ਹੈ। ਮਾੜਾ ਬੰਦਾ ਕਿਸੇ ਵੀ ਪਾਰਟੀ ਦਾ ਹੋਵੇ ਉਹ ਕਦੇ ਵੀ ਚੌਦੇ ਤੇ ਨਹੀਂ ਚਾਹੀਦਾ। ਜੇ ਆਪਾਂ ਮੁੱਖ ਮੰਤਰੀ ਦੀ ਗੱਲ ਕਰਦੇ ਹਾਂ, ਮੁੱਖ ਮੰਤਰੀ ਦਾ ਉਹਦਾ ਕੋਈ ਛੋਟਾ ਉਹਦਾ ਨਹੀਂ, ਪੰਜਾਬ ਦਾ ਮੁੱਖ ਮੰਤਰੀ ਬਹੁਤ ਵੱਡੀ ਗੱਲ ਹੈ, ਬੜੇ ਸੰਵਿਧਾਨ ਦੀ ਸਹੁੰ ਚੁੱਕ ਕੇ ਆਉਂਦੀ ਹੈ। ਅਸੀਂ ਉਹਦੇ ਨਾਲ ਘੱਟੋ ਘੱਟ ਕੰਪੇਅਰ ਨਾ ਕਰੀਏ। ਮੇਰੇ ਖਿਆਲ ਮੁਤਾਬਕ ਤਾਂ ਇਹੀ ਹੈ ਕਿ ਮਾੜਾ ਬੰਦਾ ਕਿਤੇ ਵੀ ਹੋਵੇ ਉਹਨੂੰ ਮਾੜਾ ਕਹੋ, ਉਹਨੂੰ ਇਹ ਨਾ ਕਹੋ ਕਿ ਜੇ ਫਲਾਨਾ ਵੀ ਹੈਗਾ। ਮੇਰੇ ਯਾਦ ਆਉਂਦੀ ਆਪਣੇ ਛੋਟੇ ਹੁੰਦੇ ਦੇ ਕਹਾਵਤਾਂ ਸੁਣਦੇ ਹੁੰਦੇ ਸੀ ਕਿ ਤੇਰੀ ਮਾਂ ਗਹੀਰਿਆਂ 'ਚ ਫਿਰਦੀ ਦੇਖੀ ਆ। ਗਹੀਰੇ ਸਾਡੇ ਮਾਲ ਵਿੱਚ ਕਹਿੰਦੇ ਪੱਥੀਆਂ, ਜਦੋਂ ਆਪਾਂ ਪੱਥ ਕੇ ਤੇ ਵੱਡੇ ਵੱਡੇ ਉਹਨੂੰ ਲਾਉਣੇ ਆ, ਕੁੰਨੂ ਲਾ ਦਿੰਦੇ ਆ, ਜਿਵੇਂ ਛਟੀਆਂ ਦੇ ਕੁੰਨੂ ਹੁੰਦੇ, ਤੂੜੀ ਦੇ ਕੁੰਨੂ ਹੁੰਦੇ, ਕੁੰਨੂ ਲਾ ਦਿੰਦੇ ਆ ਜਿੱਥੇ ਕਾਫੀ ਸਾਰੇ ਕੁੰਨੂ ਲੱਗੇ ਹੁੰਦੇ ਆ, ਉਹਨੂੰ ਗਹੀਰੇ ਕਹਿ ਦਿੰਦੇ ਆ। ਉਹ ਕਹਿੰਦੇ ਤੇਰੀ ਮਾਂ ਗਹੀਰਿਆਂ 'ਚ ਫਿਰਦੀ ਸੀ। ਕਹਿੰਦਾ ਤੈਨੂੰ ਕੌਣ ਕਹਿੰਦਾ, ਕਿਹਨੇ ਵੇਖੀ ਹੈ? ਕਹਿੰਦਾ ਮੇਰੀ ਮਾਂ ਵੀ ਉੱਥੇ ਗਈ ਸੀ, ਮੇਰੀ ਮਾਂ ਨੇ ਮੈਨੂੰ ਦੱਸਿਆ। ਇਸ ਕਰਕੇ ਅਸੀਂ ਘੱਟੋ ਘੱਟ ਹੈ ਇਹ ਸਾਡੇ ਪਵਿੱਤਰ, ਚਲੋ ਠੀਕ ਆ ਮਾੜੇ ਬੰਦੇ ਆ ਅਕਾਲੀ ਦਲ ਦੇ ਵਿੱਚ, ਚਲੋ ਆ ਗਿਆ, ਕੁਛ ਵੀ ਆ ਗਿਆ ਉਹ ਆ ਗਿਆ, ਪਰ ਆਪਾਂ ਘੱਟੋ ਘੱਟ ਮਾੜਿਆਂ ਨਾਲ ਮਾੜਿਆਂ ਦਾ ਮੁਕਾਬਲਾ ਨਾ ਕਰੀਏ। ਮਾੜੇ ਦਾ ਮੁਕਾਬਲੇ ਤੇ ਚੰਗੇ ਦੀ ਮਿਸਾਲ ਲਈਏ। ਜੀ ਜੀ ਹਾਂ ਬਿਲਕੁਲ ਜੀ। ਆਪਣੇ ਨਾਲ ਹਰਜਿੰਦਰ ਸਿੰਘ ਧਨੋਆ ਵੀ ਜੁੜ ਚੁੱਕੇ। ਉਸ ਤੋਂ ਪਹਿਲਾਂ ਇੱਕ ਕਾਲ ਲੈ ਲਈਏ ਜੀ ਤੇ ਫਿਰ ਆਪਾਂ ਉਹਨਾਂ ਦੀ ਅਪਡੇਟ ਲੈਂਦੇ ਹਾਂ ਜੀ, ਪੂਰੀ ਜਾਣਕਾਰੀ ਦੇਣਗੇ ਪੂਰੀ ਨਿਊਜ਼ ਦੇ ਉੱਪਰ। ਹਾਂਜੀ ਧਨੋਆ ਸਾਹਿਬ ਕੀ ਕਹਿਣਾ ਚਾਹੋਗੇ? ਹਾਂਜੀ, ਚੰਦੀ ਸਾਹਿਬ ਤੇ ਢਿੱਲੋਂ ਸਾਹਿਬ ਦੋਵੇਂ ਹੱਥ ਜੋੜ ਕੇ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਹਾਂਜੀ ਚੰਦੀ ਸਾਹਿਬ, ਜਿੰਨੀਆਂ ਵੀ ਹਰ ਰੋਜ਼ ਹੁਣ ਖਬਰਾਂ ਆਉਂਦੀਆਂ ਕਰੋਨਾ ਵਾਇਰਸ ਦੇ ਇਰਦ ਗਿਰਦ ਘੁੰਮਦੀਆਂ ਰਹਿੰਦੀਆਂ, ਹੁਣ ਤਾਂ ਤੁਸੀਂ ਆਪਾਂ ਇਹੀ ਕਹਿ ਸਕਦੇ ਕਰੋਨਾ ਵਾਇਰਸ ਜਿਹੜਾ ਉਹ ਆਪਣੇ ਜਸਟਿਨ ਟਰੂਡੋ ਦੇ ਵੀ ਘਰੇ ਆ ਗਿਆ। ਜਿਵੇਂ ਹੁਣ ਪਤਾ ਹੀ ਸੀਗਾ ਇੱਥੇ ਆਪਣੇ ਟੋਰਾਂਟੋ ਦੇ ਵਿੱਚ ਇੱਕ ਕਾਨਫਰੰਸ ਹੋਈ ਸੀ, ਉੱਥੇ ਜਸਟਿਨ ਟਰੂਡੋ ਐਕਚੁਅਲੀ ਇਹਨਾਂ ਨੂੰ ਉਹ ਕੈਂਸਲ ਕਰਨੀ ਚਾਹੀਦੀ ਸੀਗੀ, ਚਲੋ ਨਹੀਂ ਕੈਂਸਲ ਹੋਈ। ਇੱਕ ਇੱਧਰ ਥੰਡਰਵੇ ਤੋਂ ਨਾਰਥ ਤੋਂ ਕੋਈ ਆਇਆ ਸੀ ਤੇ ਉਹਦੇ ਕਾਰਨ ਇਹਨਾਂ ਨੂੰ ਵੀ ਉਹ ਪ੍ਰੋਬਲਮ ਆਈ ਆ। ਇਹ ਗਏ ਸੀ ਸਪੀਕਿੰਗ ਉੱਥੇ ਇੰਗਲੈਂਡ ਦੇ ਵਿੱਚ, ਉੱਥੇ ਫਿਰ ਟੈਸਟ ਹੋਇਆ ਤੇ ਉਹ ਚਲੋ ਟੈਸਟ ਦਾ ਮਾਈਲਡ ਹੀ ਆ, ਪਰ ਫਿਰ ਵੀ ਡਾਕਟਰ ਦੀ ਸਲਾਹ ਦੇ ਨਾਲ ਸੋਫੀ ਟਰੂਡੋ ਨੂੰ 14 ਦਿਨ ਲਈ ਪਰਿਵਾਰ ਨਾਲੋਂ ਵੱਖ ਰਹਿਣ ਦੀ ਉਹਨਾਂ ਨੇ ਡਾਕਟਰ ਨੇ ਅਪੀਲ ਕੀਤੀ ਆ। ਹੁਣ ਜਿੰਨੀਆਂ ਵੀ ਜਸਟਿਨ ਟਰੂਡੋ ਦੀਆਂ ਕੁਝ ਮੀਟਿੰਗਾਂ ਸੀ ਸਾਰੀਆਂ ਉਹਨਾਂ ਨੇ ਕੈਂਸਲ ਕੀਤੀਆਂ। ਘਰੇ ਬਹਿ ਕੇ ਹੀ ਉਹ ਟੈਲੀ ਕਾਨਫਰੰਸ ਦੇ ਰਾਹੀਂ ਉਹ ਕਰਨਗੇ। ਜਿਹੜੀ ਇਹਨਾਂ ਦੀ ਕੱਲ ਮੀਟਿੰਗ ਸੀਗੀ ਉਹਦੇ ਵਿੱਚ ਤਾਂ ਇਹਨਾਂ ਤੋਂ ਕੋਈ ਫੈਸਲਾ ਲਿਆ ਨਹੀਂ ਗਿਆ। ਅੱਜ ਉਹਨਾਂ ਨੇ ਹੁਣ ਕਈ ਪ੍ਰਾਂਤਾਂ ਦੇ ਪ੍ਰੀਮੀਅਰ ਦੇ ਇਹਨਾਂ ਦੀ ਦੁਬਾਰਾ ਮੀਟਿੰਗ ਹੈ, ਸ਼ਾਇਦ ਉਹ ਕੁਝ ਫੈਸਲਾ ਵੀ ਲਿਆ ਜਾਵੇ। ਤੇ ਬਾਕੀ ਜਿਹੜੀ NHL ਜਿਵੇਂ NBA ਦੀ ਉਹ ਪਹਿਲਾਂ ਹੀ ਕੈਂਸਲੇਸ਼ਨ ਸੀਜ਼ਨ ਕੈਂਸਲ ਸਸਪੈਂਡ ਕਰ ਦਿੱਤਾ ਸੀ, ਇਸ ਤਰ੍ਹਾਂ ਹੀ ਹੁਣ NHL ਜਿਹੜਾ ਸੀਜ਼ਨ ਹੈ ਉਹ ਵੀ ਸਸਪੈਂਡ ਕਰ ਦਿੱਤਾ। ਇਸ ਤਰ੍ਹਾਂ ਹੀ ਆਪਾਂ IPL ਦੀ ਵੀ ਗੱਲ ਕਰਦੇ ਸੀ, IPL ਵੀ ਜਿਹੜਾ ਉਹਨਾਂ ਨੇ ਅੱਗੇ ਪਾਤਾ, ਹੁਣ 15 ਅਪ੍ਰੈਲ ਤੱਕ ਉਹ ਵੀ ਸਸਪੈਂਡ ਕੀਤਾ ਆ। ਇੱਥੋਂ ਦੇ ਜਿੰਨੇ ਵੀ ਆਪਣੇ ਅੰਟੇਰੀਓ ਦੇ ਪਬਲਿਕ ਫੰਡਿੰਗ ਸਕੂਲ ਆ, ਕੋਈ ਅਰਾਊਂਡ 4800 ਬਣ ਜਾਂਦੇ ਆ, ਉਹ ਵੀ ਆਫਟਰ ਮਾਰਚ ਬ੍ਰੇਕ ਅੱਜ ਲਾਸਟ ਡੇ ਆ, ਉਸ ਤੋਂ ਬਾਅਦ ਮਾਰਚ ਬ੍ਰੇਕ 1 ਵੀਕ ਲਈ ਸ਼ੁਰੂ ਹੋ ਜਾਣਾ ਸੀ। ਉਸ ਤੋਂ 2 ਵੀਕ ਬਾਅਦ ਮਤਲਬ ਕਿ 5 ਅਪ੍ਰੈਲ ਤੱਕ ਇਹ ਸਕੂਲ ਇਹ ਵੀ ਬੰਦ ਰਹਿਣਗੇ। ਇਹ ਇਹਨਾਂ ਦੇ ਗੌਰਮੈਂਟ ਆਪਣੇ ਅੰਟੇਰੀਓ ਗੌਰਮੈਂਟ ਦਾ ਕਹਿਣਾ ਹੈ ਕਿ ਅਸੀਂ ਇਹ ਆਪਣੇ ਆਪ ਨਹੀਂ ਬੰਦ ਕੀਤੇ, ਇਹਨਾਂ ਨੇ ਡਾਕਟਰ ਵਿਲੀਅਮ ਦੀ ਸਲਾਹ ਦੇ ਨਾਲ ਇਹ ਸਾਰਾ ਕੁਝ ਬੰਦ ਕੀਤਾ। ਤੇ ਬਾਕੀ ਜਿਹੜੀ ਆ ਕੋਰਟ ਅਪੀਅਰੈਂਸ ਆ, ਬਹੁਤ ਸਾਰੇ ਕੇਸ ਆ, ਜੂਰੀ ਆ, ਕੁਛ ਜਿਹੜੇ ਆ ਉਹ ਚੱਲ ਵੀ ਰਹੇ ਆ, ਪਰ ਕਈ ਜਿਹੜੇ ਬਹੁਤ ਸਾਰੇ ਉਹ ਕੈਂਸਲ ਵੀ ਹੋਏ ਆ। ਮੈਂ ਤਾਂ ਆਪਣੇ ਸਰੋਤਿਆਂ ਨੂੰ ਇਹੀ ਅਪੀਲ ਕਰਦਾ, ਜੇ ਕਿਸੇ ਦੀ ਕੋਈ ਡੇਟ ਆ ਤਾਂ ਸਿਰਫ ਮੇਕ ਸ਼ੋਰ ਕਰਕੇ ਉੱਥੇ ਜਾਣ ਬਈ ਉਹਨਾਂ ਦੀ ਡੇਟ ਹੈਗੀ ਆ ਜਾਂ ਉਹ ਕੈਂਸਲ ਕਰ ਦਿੱਤਾ ਗਿਆ, ਉਹਨਾਂ ਨੂੰ ਨਵੀਆਂ ਡੇਟਾਂ ਵੀ ਦਿੱਤੀਆਂ ਜਾਂਦੀਆਂ ਜੀ, ਹਨਾ। ਬਾਕੀ ਜਸਟਿਨ ਟਰੂਡੋ ਦੇ ਆਪਣੇ ਡੋਨਾਲਡ ਟਰੰਪ ਦੇ ਨਾਲ ਵੀ ਗੱਲਬਾਤ ਕੀਤੀ ਆ, ਇਟਲੀ ਦੇ ਪ੍ਰਾਈਮ ਮਿਨਿਸਟਰ ਨਾਲ ਵੀ ਗੱਲ ਕੀਤੀ ਆ ਕਿ ਇਹ ਜਿਹੜਾ ਹੁਣ ਕਰੋਨਾ ਵਾਇਰਸ ਆ ਇਹਨੂੰ ਕਿੱਦਾਂ ਮਿਨੀਮਾਈਜ਼ ਕੀਤਾ ਜਾਵੇ, ਇਹਨੂੰ ਕਿੱਦਾਂ ਖਤਮ ਕੀਤਾ ਜਾਵੇ, ਉਹ ਵੀ ਇਹਨਾਂ ਨੇ ਆਪਸ ਵਿੱਚ ਸਲਾਹ ਕੀਤੀ ਆ। ਤੇ ਇਸ ਤਰ੍ਹਾਂ ਹੀ ਅਮਰੀਕਾ ਦੀ ਇਕੋਨਮੀ ਇਹਦੇ ਨਾਲ ਹੁਣ ਇਕੋਨਮੀ ਦਾ ਡਾਊਨ ਸਾਰੇ ਪਾਸੇ ਹੋ ਰਹੀ ਆ, ਫਿਰ ਵੀ ਅਮਰੀਕਾ ਨੇ ਪਹਿਲ ਦਿਖਾਉਂਦਿਆਂ $1.5 ਟ੍ਰਿਲੀਅਨ ਜਿਹੜਾ ਮਾਰਕੀਟ ਦੇ ਵਿੱਚ ਸਿੱਟਿਆ ਜੀ, ਉਹਨੂੰ ਮਾਰਕੀਟ ਨੂੰ ਇਸ ਤਰ੍ਹਾਂ ਹੀ ਚਲਾਇਆ ਜਾਵੇ। ਇੱਕ ਆਪਣੇ ਖਬਰ ਇੱਥੋਂ ਆ ਰਹੀ ਆ ਕੌਂਸਲਰ ਜਨਰਲ ਤੋਂ, ਪਹਿਲਾਂ ਤਾਂ ਸੀਗਾ ਕਿ ਜਿੰਨੇ ਵੀ ਇਹ ਆਪਣੇ ਨੌਨ ਇੰਡੀਅਨ ਆ ਜਿਨ੍ਹਾਂ ਤੋਂ ਕਿਸੇ ਹੋਰ ਕੰਟਰੀ ਦੇ ਪਾਸਪੋਰਟ ਆ, ਜਿਵੇਂ ਕੈਨੇਡੀਅਨ, ਅਮਰੀਕਨ ਜਾਂ ਕਿਸੇ ਹੋਰ ਕੰਟਰੀ ਦੇ ਵੀ ਹੈਗੇ ਆ, ਉਹਨਾਂ ਤੇ ਪਾਬੰਦੀ ਲਾਈ ਸੀ ਇਹਨਾਂ ਨੇ 15 ਅਪ੍ਰੈਲ ਤੱਕ, 13 ਮਾਰਚ ਤੋਂ ਲੱਗ ਕੇ 15 ਅਪ੍ਰੈਲ ਤੱਕ। ਹੁਣ ਉਹਨਾਂ ਨੇ ਇਹ ਕਹਿ ਦਿੱਤਾ ਕਿ ਜਿਹੜੇ ਇੰਡੀਅਨ ਹੋਲਡਰ ਪਾਸਪੋਰਟ ਵੀ ਆ, ਜੇ ਉਹ ਟਰੈਵਲ ਕਰਦੇ ਆ ਇੰਡੀਆ,
ਇਹਨਾਂ ਦੇ ਜਿਹੜੇ ਸਪੈਸ਼ਲ ਸੈਂਟਰ ਬਣੇ ਹੋਏ ਆ ਜੀ, ਉੱਥੇ ਇਹਨਾਂ ਨੂੰ 14 ਦਿਨ ਲਈ ਰੱਖਿਆ ਜਾਊਗਾ। ਪਰ ਉਹਨਾਂ ਨੇ ਇਹ ਵੀ ਅਪੀਲ ਕੀਤੀ ਹੈ ਜਿਹੜੇ ਵੀ ਇੰਡੀਅਨ ਹੋਲਡਰ ਪਾਸਪੋਰਟ ਆ, ਜਿੱਥੇ ਜਿੱਥੇ ਜਿਨ੍ਹਾਂ ਕੰਟਰੀਆਂ 'ਚ ਵੀ ਬੈਠੇ ਆ, ਬੈਠ ਰਿਹਾ ਕਿ ਉੱਥੇ ਹੀ ਰਹਿਣ, ਕੋਈ ਹਿਲਜੁਲ ਬਾਹਲੀ ਜ਼ਿਆਦਾ ਨਾ ਕਰਨ ਜੀ। ਬਾਕੀ ਆਪਣੇ ਇੱਥੇ ਵੈਨਕੂਵਰ ਤੋਂ ਵੀ ਖਬਰ ਆ ਰਹੀ ਹੈ, ਉੱਥੇ ਜਿਹੜਾ ਨਗਰ ਕੀਰਤਨ ਸੀਗਾ ਉਹ ਵੀ ਉਹਨਾਂ ਨੇ ਸਾਰਾ ਲੋਕਾਂ ਦੇ ਆਲੇ ਦੁਆਲੇ ਸਲਾਹ ਲੈ ਕੇ ਦੇਖਿਆ ਕਿ ਜਿਹੜੇ ਵੱਡੇ ਵੱਡੇ ਈਵੈਂਟ ਕੈਂਸਲ ਹੋ ਰਹੇ ਆ, ਕਿਉਂ ਨਾ ਅਸੀਂ ਆਪਣਾ ਨਗਰ ਕੀਰਤਨ ਵੀ ਅਸੀਂ ਕੈਂਸਲ ਕਰ ਦਿੱਤਾ ਜਾਵੇ। ਤੇ ਇਸ ਤਰ੍ਹਾਂ ਹੀ ਉਹਨਾਂ ਨੇ ਹੁਣ ਏਅਰਪੋਰਟ ਤੇ ਵੀ BC ਨੇ ਆਪਣੇ ਕੁਝ ਰੂਲ ਨਵੇਂ ਟਰੈਵਲਰ ਜਿਹੜੇ ਆਉਂਦੇ ਆ ਉਹਨਾਂ ਦੇ ਉੱਤੇ ਬਣਾਏ ਆ। ਬਾਕੀ ਆਪਣੇ ਇੱਥੋਂ ਗੁਰਰਤਨ ਸਿੰਘ ਆਪਣੇ NDP ਦੇ ਲੀਡਰ ਆ ਜੀ, ਇਹਨਾਂ ਨੇ ਇੱਕ ਬਿੱਲ ਲੈ ਕੇ ਆਂਦਾ ਸੀ ਪਿਛਲੇ ਵੀਕ, ਉਹਦੇ ਵਿੱਚ ਇਹਨਾਂ ਨੂੰ ਕਾਫੀ ਸਹਿਮਤੀ ਮਿਲੀ ਆ। ਇਹਨਾਂ ਦੇ ਪੱਖ ਵਿੱਚ ਵੋਟ ਪਈ ਆ ਕਿ ਜਿਹੜਾ 1984 ਦੇ ਵਿੱਚ ਜੈਨੋਸਾਈਡ ਹੋਇਆ ਉਹ ਆਪਣੇ ਨਵੰਬਰ ਦੇ ਪਹਿਲੇ ਵੀਕ ਹੁਣ ਮਨਾਇਆ ਜਾਊਗਾ ਜੀ, ਹਨਾ। ਤੇ ਬਾਕੀ ਹੁਣ ਜਿਹੜਾ ਕਰੋਨਾ ਵਾਇਰਸ ਡੇ ਬਾਏ ਡੇ ਇੰਨਾ ਵੱਧਦਾ ਜਾ ਰਿਹਾ ਹੈ ਕਿ ਹੁਣ ਤੱਕ ਜਿਹੜੇ ਕੁੱਲ ਕੇਸ ਆ 1,39,000 ਆ ਗਏ ਆ। ਡੈਥ ਜਿਹੜੀ ਆ 5116 ਹੋ ਗਈਆਂ, ਪਰ ਇਹ ਨਹੀਂ ਇਹਦੇ 'ਚ ਰਿਕਵਰੀ ਵੀ ਹੋ ਰਹੀ ਆ 70,727 ਦੀ ਰਿਕਵਰੀ ਵੀ ਹੋ ਗਈ ਆ। ਜਿਹੜੇ ਐਕਟਿਵ ਕੇਸ ਆ ਉਹ ਵੀ 63,162 ਆ। ਜੇ ਆਪਾਂ ਆਪਣੇ ਗੁਆਂਢੀ ਮੁਲਕ ਦੀ ਗੱਲ ਕਰਦੇ ਆ ਜੀ, ਇੱਥੇ ਹੁਣ 1832 ਕੇਸ ਹੋ ਗਏ ਆ ਕਿ ਜਿਹੜੇ ਜੇ ਆਪਾਂ ਪਿਛਲੇ 24 ਘੰਟਿਆਂ ਦਾ ਦੇਖਦੇ ਆ 135 ਕੇਸ ਉਹ ਨਵੇਂ ਆਏ ਆ ਤੇ 41 ਦੀ ਉੱਥੇ ਮੌਤ ਹੋਈ ਆ। ਕੈਨੇਡਾ ਦੇ ਵਿੱਚ ਵੀ 158 ਤੇ 16 ਕੇਸ ਜਿਹੜੇ ਨਵੇਂ ਆਏ ਆ। ਤੇ ਇਹ ਸੀਗਾ। ਤੇ ਬਾਕੀ ਬਹੁਤ ਸਾਰੇ ਮੈਨੂੰ ਵੀ ਪੁੱਛਦੇ ਆ, ਤੁਹਾਨੂੰ ਵੀ ਚੰਦੀ ਸਾਹਿਬ ਕਾਲਾਂ ਆਉਂਦੀਆਂ ਹੋਣਗੀਆਂ, ਪ੍ਰੀਕਾਸ਼ਨ ਕਿੱਦਾਂ ਰੱਖਿਆ ਜਾਵੇ। ਹੁਣ ਤੁਸੀਂ ਦੇਖੋ ਕਿ ਇੱਕ ਦੇਸ਼ ਦਾ ਪ੍ਰਧਾਨ ਮੰਤਰੀ ਹੋਵੇ, ਉਹਦੀ ਵਾਈਫ ਨੂੰ ਇਹ ਪ੍ਰੋਬਲਮ ਆਈ ਆ, ਕਿਤੇ ਉਹ ਪ੍ਰੀਕਾਸ਼ਨ ਨਹੀਂ ਕਰਦੇ ਹੋਣੇ, ਕਰਦੇ ਹੋਣਗੇ, ਪਰ ਫਿਰ ਪ੍ਰੀਕਾਸ਼ਨ ਕੀਤੀ ਤੇ ਵੀ ਇਹ ਬਿਮਾਰੀ ਉਹਨਾਂ ਨੂੰ ਆ ਗਈ ਆ। ਮੈਂ ਤਾਂ ਇਹੀ ਕਹੂੰਗਾ ਕਿ ਜਿਹੜੇ ਲੋਕ ਆਪਣੇ ਘਰੇ ਬਹਿ ਕੇ ਕੰਮ ਕਰ ਸਕਦੇ ਆ ਕੰਪਿਊਟਰ ਦੇ ਉੱਤੇ, ਉਹਨਾਂ ਨੂੰ ਕਰਨਾ ਚਾਹੀਦਾ ਆ ਕਿ ਜਦੋਂ ਆਪਾਂ ਕਿਸੇ ਦੇ ਨਾਲ ਗੱਲਬਾਤ ਕਰਦੇ ਆ, ਗੱਲਬਾਤ ਦੂਰ ਰਹਿ ਕੇ ਕੀਤੀ ਜਾਵੇ ਤੇ ਹੈਂਡਸ਼ੇਕ ਨਾ ਕੀਤਾ ਜਾਵੇ। ਆਪਣੀ ਕਮਿਊਨਿਟੀ ਦੇ ਵਿੱਚ ਇਹ ਹੈ ਜੀ, ਜੇ ਆਪਾਂ ਜਿੰਨਾ ਚਿਰ ਇੱਕ ਦੂਜੇ ਨਾਲ ਹੱਥ ਮਿਲਾ ਕੇ ਸਤਿ ਸ੍ਰੀ ਅਕਾਲ ਨਹੀਂ ਨਾ ਆਪਾਂ ਕਰਦੇ, ਉਹਨਾਂ ਚਿਰ ਆਪਾਂ ਸੋਚਦੇ ਆ ਕਿ ਦੂਸਰੇ ਬੰਦੇ ਨੇ ਸਾਡੀ ਇਨਸਲਟ ਕੀਤੀ ਹੈ। ਇਹਨਾਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ। ਤੇ ਨਾਲੇ ਡਾਕਟਰ ਤਰੀਸਾ ਨੇ ਵੀ ਕਿਹਾ ਆ ਕਿ ਜਿਹੜੇ ਹੱਥ ਆ ਸਾਬਣ ਦੇ ਨਾਲ ਘੱਟੋ ਘੱਟ 20 ਸੈਕਿੰਡ ਹੱਥਾਂ ਨੂੰ ਮਲ ਕੇ ਉਹਦੇ ਨਾਲ ਧੋਤਾ ਜਾਣਾ ਚਾਹੀਦਾ ਆ। ਬਾਕੀ ਅਜੇ ਜਿੰਨੀਆਂ ਵੀ ਇੱਥੋਂ ਦੀਆਂ ਯੂਨੀਵਰਸਿਟੀਆਂ, ਉਹਨਾਂ ਦਾ ਤਾਂ ਅਜੇ ਕੋਈ ਫੈਸਲਾ ਆਇਆ ਨਹੀਂ, ਪਰ ਬਹੁਤ ਸਾਰੀਆਂ ਯੂਨੀਵਰਸਿਟੀਆਂ ਨੇ ਵੀ ਕੈਂਸਲੇਸ਼ਨ ਕਰਨੀ ਸ਼ੁਰੂ ਕਰ ਦਿੱਤੀ ਹੈ ਕਿ ਬੱਚਿਆਂ ਨੂੰ ਆਨਲਾਈਨ ਹੀ ਸਟੱਡੀ ਦਿੱਤੀ ਜਾਵੇ। ਤੇ ਬਾਕੀ ਹੁਣ ਅੱਗੇ ਦੇਖਦੇ ਆ ਹੁਣ ਕੀ ਹੁੰਦਾ ਜੀ। ਬਾਕੀ ਮੈਂ ਹੋਰ ਗੱਲ ਦੱਸਦਾ ਚੰਦੀ ਸਾਹਿਬ, ਜਿਸ ਤਰ੍ਹਾਂ ਹੁਣ ਏਅਰਲਾਈਨ ਨੇ ਆਪਣੇ ਇੰਡੀਆ ਜ਼ਿਆਦਾ ਤਾਂ ਆਪਣੀ ਗਿਣਤੀ ਜਿਹੜੇ ਲੋਕਾਂ ਦੀ ਆ ਇੰਡੀਆ ਨੂੰ ਹੀ ਜਾਂਦੇ ਆ, ਜਿਹੜੀਆਂ ਹੁਣ ਫਲਾਈਟਾਂ ਕੈਂਸਲ ਹੋਈਆਂ ਜੀ, ਹਨਾ, ਉਹ ਹੁਣ ਮੈਨੂੰ ਇੱਕ ਦੋ ਕੱਲ ਫੋਨ ਵੀ ਆਇਆ। ਬਹੁਤ ਸਾਰੇ ਜਿਹੜੇ ਟਰੈਵਲ ਏਜੰਟ ਹੈ, ਮੈਂ ਕਿਸੇ ਦਾ ਵੀ ਨਾਂ ਨਹੀਂ ਲਊਂਗਾ, ਉਹ ਮਿਸਯੂਜ਼ ਬਹੁਤ ਕਰਦੇ ਆ। ਕੈਂਸਲੇਸ਼ਨ ਫੀਸ ਜਿਹੜੀ ਆ ਆਮ ਜੇ ਕਿਤੇ ਰੈਗੂਲਰ ਤੁਸੀਂ ਕੈਂਸਲ ਕਰਾਉਂਦੇ ਆ ਤਾਂ ਉਹ ਬਹੁਤ ਘੱਟ ਹੁੰਦੀ ਆ, ਹੁਣ ਉਹ ਤੋਂ ਡਬਲ ਜਾਂ ਟ੍ਰਿਪਲ ਵੀ ਚਾਰਜ ਕਰੀ ਜਾਂਦੇ ਆ। ਮੇਰੇ ਹਿਸਾਬ ਦੇ ਨਾਲ ਜੇ ਕਿਸੇ ਨੂੰ ਇਹੋ ਜਿਹੀ ਪ੍ਰੋਬਲਮ ਆ ਤੇ ਤੁਹਾਡੇ ਵੀ ਇੱਥੇ ਐਡ ਚੱਲਦੀ ਆ ਜਾਂ ਕੋਈ ਸੈਕੰਡ ਓਪੀਨੀਅਨ ਕਿਸੇ ਹੋਰ ਏਜੰਟ ਨੂੰ, ਟਰੈਵਲ ਏਜੰਟ ਨੂੰ ਪਤਾ ਕੀਤਾ ਜਾਵੇ, ਇੱਥੇ ਧਿਆਨ ਰੱਖਿਆ ਜਾਵੇ। ਜਾਂਦਾ ਮੈਂ ਇੱਕ ਸਵਾਲ ਢਿੱਲੋਂ ਵੀਰ ਜੀ ਨੂੰ ਕਰਕੇ ਜਾਣਾ, ਜਿੱਦਾਂ ਆਪਣੇ ਗੁਰੂਆਂ ਨੇ ਕਿਹਾ ਸੀਗਾ ਕਿ ਵੰਡ ਕੇ ਛਕੋ ਜੀ, ਹਨਾ। ਚਲੋ ਇੱਥੇ ਗੋਰਿਆਂ ਨੂੰ ਤਾਂ ਚਲੋ ਇਸ ਕਨਸੈਪਟ ਦਾ ਨਹੀਂ ਪਤਾ, ਆਪਣੇ ਬੰਦਿਆਂ ਨੂੰ ਤਾਂ ਪਤਾ ਹੀ ਆ। ਮੈਂ ਹੁਣ ਕੱਲ ਕਿਸੇ ਸਟੋਰ ਵਿੱਚ ਜਾਣ ਦਾ ਮੌਕਾ ਮਿਲਿਆ, ਮੈਂ ਉੱਥੇ ਦੇਖਿਆ ਕਿ ਕਈਆਂ ਨੂੰ ਤਾਂ ਚੀਜ਼ ਮਿਲਦੀ ਨਹੀਂ ਸਟੋਰ ਤੇ, ਕਈ ਉਹ 5-5 6-6 ਚੀਜ਼ਾਂ ਰੱਖੀ ਫਿਰਦੇ ਆ ਜੀ। ਜੇ ਉਹ ਜਿੱਦਾਂ ਕਹਿੰਦੇ ਵੰਡ ਕੇ ਛਕੋ ਜਾਂ ਵੰਡ ਕੇ ਦਿੱਤਾ ਜਾਵੇ, ਜਾਂ 2 ਚੀਜ਼ਾਂ ਆਪ ਰੱਖ ਲਓ, 4 ਕਿਸੇ ਹੋਰ ਨੂੰ ਦਿੱਤੀਆਂ ਜਾਣ, ਇਹਦੇ ਬਾਰੇ ਤੁਹਾਡੇ ਕੀ ਵਿਚਾਰ ਹੈ? ਮੈਂ ਆਪ ਦੀ ਸੁਣ ਲੈਣਾ ਜੀ। ਧੰਨਵਾਦ। ਬਿਲਕੁਲ ਧੰਨਵਾਦ ਧਨਵਾ ਸਾਹਿਬ, ਗੱਲ ਤੁਹਾਡੀ ਸਹੀ ਹੈ ਜੀ। ਤੇ ਆਪਾਂ ਹੋਰ ਵੀ ਕਾਲ ਲਵਾਂਗੇ, ਪਹਿਲਾਂ ਇਹਦੇ ਤੇ ਥੋੜੀ ਜਿਹੀ ਗੱਲਬਾਤ ਕਰਦੇ ਹਾਂ। ਤੇ ਕਿਉਂਕਿ ਜੇ ਤੁਹਾਨੂੰ ਕਿਸੇ ਨੂੰ ਪ੍ਰੋਬਲਮ ਹੈ ਜੀ ਤੇ ਆਲ ਲਿੰਕ ਟਰੈਵਲ ਦੇ ਬੱਲਾ ਦਸਾਂਝ ਦੇ ਨਾਲ ਗੱਲਬਾਤ ਕਰ ਸਕਦੇ ਹੋ। ਜਿਹੜੀਆਂ ਟਿਕਟਾਂ ਕੈਂਸਲ ਹੁੰਦੀਆਂ ਉਹਨਾਂ ਦੇ ਸਪੈਸ਼ਲ ਮੈਨੂੰ ਫੋਨ ਆਇਆ ਸੀਗਾ ਕੱਲ, ਕਿਉਂਕਿ ਕਈ ਇੰਟਰੈਕਸ਼ਨਾਂ ਜੀ ਏਅਰ ਇੰਡੀਆ ਵੱਲੋਂ, ਏਅਰ ਕੈਨੇਡਾ ਵੱਲੋਂ, ਜੇ ਤੁਸੀਂ ਜਿਹੜੀ ਟਿਕਟ ਆ ਉਹ ਚੇਂਜ ਕਰਾਉਣੀ ਆ, ਉਹਦੇ ਤੇ ਸ਼ਾਇਦ ਕੋਈ ਵੀ ਚਾਰਜ ਨਹੀਂ ਹੈਗਾ, ਫ੍ਰੀ ਆਫ ਕਾਸਟ ਆ। ਜਿਹੜੀ ਰਿਫੰਡ ਕਰਾਉਣੀ ਆ ਉਹਦੇ ਤੇ ਵੀ ਸ਼ਾਇਦ ਏਅਰ ਇੰਡੀਆ ਤੇ ਏਅਰ ਕੈਨੇਡਾ ਦਾ ਜਿਹੜਾ ਚਾਰਜ ਆ ਉਹ ਕੋਈ ਨਹੀਂ ਹੈਗਾ। ਬਾਕੀ ਤੁਸੀਂ ਬੱਲਾ ਦਸਾਂਝ ਦਾ ਨਾਲ 416-293-8700 ਤੇ ਗੱਲਬਾਤ ਕਰਕੇ ਪੂਰੀ ਜਾਣਕਾਰੀ ਲੈ ਸਕਦੇ ਹੋ। ਜੀ ਢਿੱਲੋਂ ਸਾਹਿਬ, ਤੁਸੀਂ ਕੀ ਕਹਿਣਾ ਚਾਹੋਗੇ? ਆਪਣੇ ਨਾਲ ਕਾਲਰ ਵੀ ਜਿਹੜੇ ਜੁੜੇ ਜੀ, ਆਪਾਂ ਉਹਨਾਂ ਦੀ ਕਾਲ ਵੀ ਲੈਂਦੇ। ਪਹਿਲਾਂ ਤੁਸੀਂ ਇਹਦੇ ਤੇ ਕੀ ਕਹਿਣਾ ਚਾਹੋਗੇ? ਮੈਂ ਧਨਵਾ ਸਾਹਿਬ ਦੀ ਗੱਲ ਨਾਲ ਬਿਲਕੁਲ 100% ਸਹਿਮਤ ਹਾਂ ਕਿ ਸਾਡੇ ਗੁਰੂਆਂ ਨੇ ਸਾਨੂੰ ਜੋ ਕਨਸੈਪਟ ਦਿੱਤਾ ਸੀ
ਵੰਡ ਕੇ ਛਕਣ ਦਾ ਜੀ, ਉਹ ਵੰਡ ਕੇ ਛਕਣ ਦਾ ਜੇ ਉਹਨੂੰ ਦੇਖੀ ਤਾਂ ਵੱਡੇ ਚੌਕਟੇ ਦੇ ਵਿੱਚ ਰੱਖ ਕੇ ਦੇਖੀ ਤਾਂ ਜਦੋਂ ਮੁਸੀਬਤ ਪੈਂਦੀ ਹੈ ਉਦੋਂ ਮੁਸੀਬਤ ਨੂੰ ਵੀ ਵੰਡਣਾ ਚਾਹੀਦਾ ਹੈ। ਮੈਂ ਨਹੀਂ ਕਹਿੰਦਾ ਕਿ ਜੇ ਇੱਕ ਬੰਦੇ ਨੂੰ ਬਿਮਾਰੀ ਲੱਗੀ ਹੈ ਤਾਂ ਉਹ ਦੂਸਰੇ ਤੋਂ ਵੀ ਬਿਮਾਰੀ ਹਾਸਲ ਕਰੇ, ਜਿੰਨੀ ਕੁ ਦੀ ਮਦਦ ਕਰ ਸਕਦਾ ਹੈ ਕਿ ਉਹ ਬਿਮਾਰੀ ਤੋਂ ਬਚੇ। ਇਹ ਗੱਲ ਚੰਗੀ ਹੈ। ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਵੀ ਅਪੀਲ ਕੀਤੀ ਹੈ ਕਿ ਸਾਨੂੰ ਅਰਦਾਸ ਵੀ ਕਰਨੀ ਚਾਹੀਦੀ ਹੈ, ਸਾਨੂੰ ਯਤਨ ਵੀ ਕਰਨੀ ਚਾਹੀਦੀ ਹੈ ਕਿ ਸਾਡਾ ਭਾਈਚਾਰਾ ਜਾਂ ਮਨੁੱਖਤਾ ਜਿੰਨੀ ਕਿ ਤੋਂ ਬਚ ਸਕੇ। ਚੰਗੀ ਗੱਲ ਹੈ। ਔਰ ਜਿਵੇਂ ਇਹਨਾਂ ਨੇ ਕਿਹਾ ਕਿ ਬਹੁਤ ਸਾਰੀਆਂ ਉਹ ਚੀਜ਼ਾਂ ਜਿਹੜੀਆਂ ਚੀਜ਼ਾਂ ਜ਼ਿੰਦਗੀ ਨੂੰ ਬਚਾਉਣ ਲਈ ਜ਼ਰੂਰੀ ਹੈ, ਜੇ ਉਹਦੇ ਤੇ ਆਪਾਂ ਗਲਵਾ ਪਾ ਕੇ ਰੱਖ ਲਾਂਗੇ ਕਿ ਮੈਂ ਆਪਣੇ ਕੋਲ ਜਮਾ ਕਰ ਲਾਂ, ਜ਼ਖੀਰੇਬਾਜ਼ੀ ਹੈ। ਇਹ ਇੱਕ ਕਿਸਮ ਦੀ ਜ਼ਖੀਰੇਬਾਜ਼ੀ ਹੈ ਔਰ ਇਹ ਜ਼ਖੀਰੇਬਾਜ਼ੀ ਸਭ ਤੋਂ ਖਤਰਨਾਕ ਹੁੰਦੀ ਹੈ। ਮਨੁੱਖਤਾ ਲਈ ਸਭ ਤੋਂ ਘਾਤਕ ਜ਼ਖੀਰੇਬਾਜ਼ੀ ਹੁੰਦੀ ਹੈ, ਚਾਹੇ ਉਹ ਦਵਾਈਆਂ ਹੈ, ਚਾਹੇ ਉਹ ਰਾਸ਼ਨ ਹੈ, ਚਾਹੇ ਉਹ ਜਿਹੜੀਆਂ ਜੀਵਨ ਬਚਾਊ ਵਸਤਾਂ ਹੈ। ਮਿਸਾਲ ਦੇ ਤੌਰ ਤੇ ਮਾਸਕ ਹੈ ਜਾਂ ਕੁਛ ਜਿਹੜੀ ਹੈ ਹੈਂਡ ਵਾਸ਼ ਹੈ, ਇਸ ਕਿਸਮ ਦੀਆਂ ਚੀਜ਼ਾਂ ਜਿਹੜੀਆਂ ਸਟਰਲਾਈਜ਼ ਕਰਦੀਆਂ, ਉਹਨਾਂ ਦੇ ਲਈ ਸਾਨੂੰ ਜ਼ਖੀਰੇਬਾਜ਼ੀ ਨਹੀਂ ਕਰਨੀ ਚਾਹੀਦੀ, ਸਗੋਂ ਵੰਡ ਕੇ ਜਿੰਨੀ ਆਪਾਂ ਕਿਸੇ ਨੂੰ ਦੇ ਸਕਦੇ ਹਾਂ ਉਹ ਦੇਣੀ ਚਾਹੀਦੀ ਹੈ। ਇਹ ਠੀਕ ਹੈ, ਬੰਦਾ ਜਿਹੜਾ ਹੈਗਾ ਹਰ ਬੰਦਾ ਆਪਣੇ ਬਾਰੇ ਸੋਚਦਾ, ਉਹਨੂੰ ਸੋਚਣਾ ਵੀ ਚਾਹੀਦਾ ਹੈ, ਆਪਦੇ ਬਾਰੇ, ਆਪਣੇ ਬੱਚਿਆਂ ਬਾਰੇ। ਜਿੰਨੀ ਕੁ ਲੋੜ ਆ ਉਹਨਾਂ ਕੁ ਰੱਖ ਲਓ, ਪਰ ਜੇ ਥੋੜਾ ਜਿਹਾ ਲੋੜ ਤੋਂ ਵੱਧ ਹੈ ਤਾਂ ਦੂਜਿਆਂ ਦੇ ਵਿੱਚ ਵੀ ਤਕਸੀਮ ਕਰੋ, ਚਾਹੀਦਾ। ਬਿਲਕੁਲ ਜੀ, ਬਿਲਕੁਲ। ਆਪਣੇ ਨਾਲ ਕਾਲਰ ਜੁੜੀ ਕਾਫੀ ਲੰਮੇ ਸਮੇਂ ਤੋਂ, ਪਹਿਲਾਂ ਤਾਂ ਉਹਨਾਂ ਕੋਲ ਮਾਫੀ ਚਾਹੁੰਦੇ। 0407 ਜੀ ਵੀਰ ਜੀ, ਸਵਾਗਤ ਹੈ ਤੁਹਾਡਾ। ਸਤਿ ਸ਼੍ਰੀ ਅਕਾਲ ਜੀ। ਹੈਲੋ। ਹਾਂਜੀ, ਗੱਲ ਇਸ ਤਰ੍ਹਾਂ ਵੀ ਜੇਕਰ ਅਕਾਲ ਤਖਤ ਸੁੱਚਾ ਸਿੰਘ ਲੰਗਾ ਨੂੰ ਨਹੀਂ ਮਾਫ ਕਰਦਾ ਨਾ, ਫੇਰ ਹਾਈ ਕੋਰਟ ਦੀ ਤੋਹੀਨ ਹੋ ਜਾਣੀ ਹੈ, ਕਿਉਂਕਿ ਹਾਈ ਕੋਰਟ ਆ ਜਿਹੜੀ ਉਹਦੇ ਅੰਡਰ ਹੀ ਆ ਅਕਾਲ ਤਖਤ, ਸੁਪਰੀਮ ਕੋਰਟ ਦੇ ਵੀ ਅੰਡਰ ਹੀ ਆ। ਅਜੇ ਅਕਾਲ ਤਖਤ ਵੱਡਾ ਨਹੀਂ ਹੈ, ਠੀਕ ਆ, ਕੱਲ ਨੂੰ ਵੱਡਾ ਹੋ ਜੇ ਮੈਂ ਕਹਿ ਨਹੀਂ ਸਕਦਾ, ਪਰ ਅਜੇ ਅਕਾਲ ਤਖਤ ਦੇ ਕੋਲ ਇੰਨੀ ਤਾਕਤ ਨਹੀਂ ਕਿ ਉਹ ਕੋਰਟਾਂ ਤੋਂ ਵੱਡਾ ਹੋ ਜੇ, ਤੇ ਫਿਰ ਹਾਈ ਕੋਰਟ ਦੀ ਤੋਹੀਨ ਹੋ ਜਾਣੀ ਹੈ। ਇਹ ਮਾਫ ਇਹਨਾਂ ਨੂੰ ਕਰਨਾ ਹੀ ਪੈਣਾ, ਥੋੜੀ ਬਹੁਤ ਸਜ਼ਾ ਦੇ ਕੇ ਉਹ ਮਾਫ ਕਰਕੇ ਲਿਆਉਣਾ ਪੈਣਾ ਵਿੱਚ। ਹਾਈ ਕੋਰਟ ਕੱਲ ਨੂੰ ਵੱਡਾ ਹੋ ਜੇ ਮੈਂ ਕਹਿ ਨਹੀਂ ਸਕਦਾ, ਪਰ ਅਜੇ ਵੱਡਾ ਨਹੀਂ ਜੀ। ਧੰਨਵਾਦ ਵੀਰ ਜੀ, ਧੰਨਵਾਦ, ਤੁਸੀਂ ਵਿਚਾਰ ਦਿੱਤੇ ਜੀ, ਕਾਫੀ ਲੰਮਾ ਸਮਾਂ ਹੋਲਡ ਕੀਤਾ ਜੀ। ਢਿੱਲੋਂ ਸਾਹਿਬ। ਬਿਲਕੁਲ, ਜੇ ਆਪਾਂ ਇਹਨਾਂ ਦੀ ਗੱਲ ਕਰੀਏ ਜਾਂ ਜਿਵੇਂ ਆਪਣੇ ਵੀਰ ਖਬਰ ਦੇ ਵਿੱਚ ਪੜ੍ਹ ਕੇ ਗਏ ਹੈ ਕਿ ਉਹਨੇ ਅਣਜਾਣੇ ਵਿੱਚ ਹੋਈ ਗਲਤੀ ਵੀ ਮੰਨ ਲਈ ਹੈ ਕਿ ਗਲਤੀ ਮੇਥੋਂ ਹੋਈ ਹੈ ਜੀ। ਇਹ ਠੀਕ ਹੈ। ਹਾਲਾਂਕਿ ਸੁੱਚਾ ਸਿੰਘ ਲੰਗਾ ਨੂੰ ਹਾਈ ਕੋਰਟ ਨੇ ਬਰੀ ਨਹੀਂ ਕੀਤਾ, ਉਹਨੂੰ ਸੈਸ਼ਨ ਕੋਰਟ ਨੇ ਬਰੀ ਕੀਤਾ ਜੀ। ਪਰ ਜੇ ਕਿਸੇ ਬੰਦੇ ਨੇ ਐਪਲੀਕੇਸ਼ਨ ਇਹ ਪਾਤੀ ਕਿ ਉਹਨੇ ਜੀ ਆਪਣੇ ਗੁਨਾਹ ਦਾ ਇਕਵਾਲ ਕਰ ਲਿਆ, ਜਥੇਦਾਰ ਸਾਹਿਬ ਨੂੰ ਜਿਹੜਾ ਉਹਨੇ ਅਪੀਲ ਕੀਤੀ ਹੈ ਜਾਂ ਜਿਹੜਾ ਮਾਫੀਨਾਮਾ ਦਿੱਤਾ ਹੈ, ਜਿਹੜੀ ਮੰਗੀ ਹੈ ਕਿ ਮੈਥੋਂ ਅਣਜਾਣੇ ਵਿੱਚ ਗਲਤੀ ਹੋਈ ਹੈ, ਤੇ ਉਹਨੇ ਆਪਣਾ ਗੁਨਾਹ ਇਕਵਾਲ ਕਰ ਲਿਆ ਜੀ। ਜੇ ਬੰਦੇ ਨੇ ਗੁਨਾਹ ਇਕਵਾਲ ਕਰ ਲਿਆ ਤਾਂ ਫਿਰ ਉਹਨੂੰ ਸਾਡੀ ਜਿਹੜੀ ਹੈਗੀ ਹੈ ਭਾਰਤੀ ਦੰਡਾਵਲੀ, ਉਹਦੇ ਤਹਿਤ ਉਹ ਸਜ਼ਾ ਦਾ ਭਾਗੀ ਵੀ ਹੈ। ਸਵਾਲ ਦੋਨੇ ਹੁੰਦੇ ਹੈ। ਠੀਕ ਹੈ ਕਿ ਕਾਨੂੰਨ ਦੇ ਲਿਹਾਜ਼ ਦੇ ਨਾਲ ਸੁਪਰੀਮ ਕੋਰਟ, ਹਾਈ ਕੋਰਟਾਂ ਜਿਹੜੀਆਂ ਹੈਗੀਆਂ ਉਹ ਧਾਰਮਿਕ ਜਿਹੜੇ ਹੈ ਅਦਾਰੇ ਉਹਨਾਂ ਨਾਲੋਂ ਸੁਪਰੀਮ ਹੈ। ਧਾਰਮਿਕ ਅਦਾਰੇ ਜੇ ਅਸੀਂ ਦੇਖੀਏ, ਸਾਡਾ ਅਕਾਲ ਤਖਤ ਸਾਹਿਬ ਹੈ, ਇਹ ਸਿੱਖਾਂ ਲਈ ਸੁਪਰੀਮ ਹੋ ਸਕਦਾ ਹੈ, ਲੇਕਿਨ ਜੇ ਕਾਨੂੰਨ, ਦੇਸ਼ ਦੇ ਕਾਨੂੰਨ ਦੇ ਹਿਸਾਬ ਨਾਲ ਦੇਖੀਏ ਤਾਂ ਨਹੀਂ। ਆਮ ਤੌਰ ਤੇ ਆਪਾਂ ਦੇਖਦੇ ਕਿ ਕਈ ਸਿੰਘ ਸਾਹਿਬਾਨ ਅਦਾਲਤਾਂ 'ਚ ਜੇ ਉਹਨਾਂ ਦੇ ਤੇ ਕੋਈ ਐਸੀ ਲੋੜ ਪੈ ਜੇ ਉਹਨਾਂ ਨੂੰ ਕਿ ਉਹਨਾਂ ਨੇ ਅਦਾਲਤਾਂ 'ਚ ਜਾਣਾ ਹੈ ਤਾਂ ਉਹ ਨੈਤਿਕ ਤੌਰ ਦੇ ਤੇ ਅਸਤੀਫਾ ਵੀ ਦੇ ਦਿੰਦੇ ਹੁੰਦੇ ਕਿ ਮੈਨੂੰ ਭਾਈ ਅਦਾਲਤ ਜਾਣਾ ਪੈਣਾ, ਜ਼ਰੂਰੀ ਹੈ। ਉੱਥੇ ਫਿਰ ਸੁਪਰੀਮ ਨੂੰ ਮੰਨਣਾ ਪੈਂਦਾ, ਪਰ ਉਹ ਆਪਣੀ ਪਦਵੀ ਦਾ ਜ਼ਰੂਰ ਖਿਆਲ ਰੱਖਦੇ ਹੈ। ਇੱਥੇ ਦੋਨੇ ਗੱਲਾਂ ਹੀ ਹੈ ਕਿ ਤੋਹੀਨ ਅਦਾਲਤਾਂ ਦੀ ਵੀ ਹੋਣੀ ਹੈ, ਤੇ ਅਗਲੀ ਗੱਲ ਹੈ ਕਿ ਅਦਾਲਤਾਂ ਦੇ ਕਿੜਕੇ 'ਚ ਵੀ ਜਿਹੜਾ ਹੈਗਾ ਸੁੱਚਾ ਸਿੰਘ ਲੰਗਾ ਫਸ ਸਕਦਾ, ਉਹਨੇ ਇਕਵਾਲ ਕਰ ਲਿਆ। ਬਿਲਕੁਲ, ਵਾਕਿਆ ਗੱਲ ਸਹੀ ਹੈ ਢਿੱਲੋਂ ਸਾਹਿਬ। ਮੈਂ ਵੀ ਇਹ ਗੱਲ ਕਹਿਣੀ ਚਾਹੁੰਦਾ ਸੀ, ਉਹਨੇ ਤਾਂ ਇਕਵਾਲ ਕਰ ਲਿਆ, ਉਹਨੂੰ ਪਹਿਲਾਂ ਬਰੀ ਕੀਤਾ ਗਿਆ ਜਿਹੜਾ ਸੈਸ਼ਨ ਕੋਰਟ ਵੱਲੋਂ, ਤੇ ਹੁਣ ਉਹਨੂੰ ਖੁਦ ਮੰਨ ਲਿਆ ਵੀ ਮੇਰੇ ਕੋਲੋਂ ਗਲਤੀ ਹੋਈ ਹੈ, ਤਾਂ ਵਾਕਿਆ ਉਹ ਦੂਜੀ ਵੀ ਸਜ਼ਾ ਦਾ ਹੱਕਦਾਰ ਹੈ। ਇਹਦਾ ਮਤਲਬ ਉਹ ਜਿਹੜੀ ਲੋਕਾਂ ਦੀ ਅਦਾਲਤ ਆ ਉਹਦੇ ਵਿੱਚ ਝੂਠ ਬੋਲਿਆ, ਤੇ ਦੁਨਿਆਵੀ ਅਦਾਲਤ ਦੇ ਵਿੱਚ ਉਹ ਸੱਚ ਬੋਲਿਆ, ਕਹਿੰਦਾ ਮੇਰੇ ਕੋਲ ਅਣਜਾਣਪੁਣੇ 'ਚ ਗਲਤੀ ਹੋਈ ਆ, ਵਾਕਿਆ ਉਹ ਸਜ਼ਾ ਦਾ ਭਾਗੀਦਾਰ ਆ। ਆਪਾਂ ਗੱਲਬਾਤ ਦੁਨਿਆਵੀ ਅਦਾਲਤ 'ਚ ਵੀ ਉਹਨੇ ਝੂਠ ਬੋਲਿਆ ਜੀ, ਉੱਥੇ ਝੂਠ ਬੋਲਿਆ ਕਿ ਮੈਂ ਗੁਨਾਹਗਾਰ ਨਹੀਂ, ਉਹ ਬੀਬੀ ਨੇ ਵੀ ਕਿਹਾ ਮੈਂ ਗੁਨਾਹਗਾਰ ਨਹੀਂ, ਲੇਕਿਨ ਜਿਹੜੀ ਧਾਰਮਿਕ ਅਦਾਲਤ ਹੈ ਉੱਥੇ ਉਹਨੇ ਸੱਚ ਬੋਲਿਆ ਕਿ ਮੈਂ ਗੁਨਾਹਗਾਰ ਆ। ਬਿਲਕੁਲ ਜੀ। ਬਿਲਕੁਲ, ਇਸ ਪ੍ਰੋਗਰਾਮ ਦੇ ਹਿੱਸੇ ਨੂੰ ਸਪਾਂਸਰ ਕੀਤਾ ਜੀ ਕਿਰਨ ਕੌਰ ਪੱਡਾ ਨੇ। ਜੇ ਤੁਸੀਂ ਫਸਟ ਜਾਂ ਸੈਕੰਡ ਮੌਰਗੇਜ ਲੈਣੀ ਚਾਹੁੰਦੇ ਹੋ, ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਆ, ਤੇ 416-710 2020 416-710 2020 ਤੇ ਗੱਲਬਾਤ ਕੀਤੀ ਜਾ ਸਕਦੀ ਆ। ਜੇ ਤੁਸੀਂ ਕਿਤੇ ਆਪਣੇ ਜਾਣਾ ਚਾਹੁੰਦੇ ਹੋ ਆਪਣੇ ਦੇਸ਼ ਨੂੰ, ਤੇ ਤੁਸੀਂ ਆਪਣੇ ਵਧੀਆ ਘੜੀ ਲੈਣੀ ਹੈ, ਰਾਡੋ, ਰੋਲੈਕਸ, ਜਾਂ ਘੜੀ ਖਰਾਬ ਹੋਈ ਹੈ ਠੀਕ ਕਰਾਉਣੀ ਹੈ, ਬੈਟਰੀ ਪਾਉਣੀ ਹੈ, ਜਾਂ ਆਪਣੇ ਨਾਂ ਦਾ ਵਾਲ ਕਲੌਕ ਕਿਸੇ ਦੇ ਘਰ ਜਾਂਦੇ ਹੋ,
ਤੁਸੀਂ ਕਿਸੇ ਟਰਾਂਸਪੋਰਟ ਦਾ ਵਾਲ ਕਲੌਕ ਬਣਾ ਕੇ ਗਿਫਟ ਦੇਣਾ ਚਾਹੁੰਦੇ ਹੋ ਤੇ ਨੰਬਰ ਆ 905-790-2188 ਸੋਮਲ ਵਾਸਤੇ। ਜੇ ਤੁਸੀਂ ਟੋਰਾਂਟੋ ਤੋਂ ਮੌਂਟਰੀਅਲ ਜਾਂ ਮੌਂਟਰੀਅਲ ਤੋਂ ਟੋਰਾਂਟੋ ਜਾਣਾ ਚਾਹੁੰਦੇ ਹੋ ਸਵੇਰੇ ਦੁਪਹਿਰੇ ਸ਼ਾਮੀ ਤੇ ਬੈਸਟ ਕੈਨੇਡੀਅਨ ਰਾਈਡ ਸਰਵਿਸ 514-560-6613। ਤੇ ਇਸ ਦੇ ਨਾਲ ਹੀ ਜੇ ਤੁਹਾਨੂੰ ਜੋਬ ਦੀ ਭਾਲ ਦੇ ਵਿੱਚ GTA ਦੇ ਵਿੱਚ ਤੇ ਬੈਸਟ ਐਮਪਲੋਇਮੈਂਟ ਏਜੰਸੀ ਹੈ ਜੀ 416-699-3485 416-669-3485। ਕਿਸੇ ਵੀ ਸਪਾਂਸਰ ਦਾ ਨੰਬਰ ਜਿਹੜਾ ਤੁਸੀਂ ਆਫ ਦੀ ਏਅਰ ਬਾਅਦ ਦੇ ਵਿੱਚ ਮੇਰੇ ਪ੍ਰੋਗਰਾਮ ਤੋਂ ਬਾਅਦ ਤੁਸੀਂ ਕਾਲ ਕਰਕੇ ਮੇਰੇ ਕੋਲੋਂ ਵੀ ਲੈ ਸਕਦੇ ਹੋ 514-916-95-93 ਦੇ ਉੱਤੇ ਵੀ। ਲਓ ਜੀ ਆਪਾਂ ਹੁਣ ਕਾਲਾਂ ਖੋਲ ਦਿੱਤੀਆਂ, ਤੁਸੀਂ ਸਟੂਡੀਓ ਦੇ ਵਿੱਚ ਕਾਲ ਕਰ ਸਕਦੇ ਹੋ 905-405-0002 905-405-0002 ਤੇ ਗੱਲਬਾਤ ਕਰ ਸਕਦੇ ਹੋ। ਤੇ ਨਾਲ ਹੀ WhatsApp ਤੇ ਵੀ ਤੁਸੀਂ ਭਾਰਤ ਦੇ ਵਿੱਚੋਂ ਜਾਂ ਹੋਰ ਵੀ ਕਿਸੇ ਜਗ੍ਹਾ ਤੇ ਹੋ ਤੇ ਇਸ ਨੰਬਰ ਤੇ ਕਾਲ ਕਰ ਸਕਦੇ ਹੋ 905-405-0002 ਤੇ WhatsApp ਤੇ ਵੀ ਕਾਲ ਕੀਤੀ ਜਾ ਸਕਦੀ ਆ। ਢਿੱਲੋਂ ਸਾਹਿਬ ਆਪਾਂ ਸੁੱਚਾ ਸਿੰਘ ਲੰਗਾਹ ਦੀ ਗੱਲ ਕੀਤੀ ਹੈ ਤੇ ਫਿਰ ਕੁਲਦੀਪ ਸਿੰਗਰ ਉਹ ਵੀ ਪਿੱਛੇ ਨਹੀਂ ਰਹਿੰਦੇ। ਕੁਲਦੀਪ ਸਿੰਗਰ ਸਣੇ 7 ਜਣਿਆਂ ਨੂੰ 10-10 ਸਾਲ ਦੀ ਸਜ਼ਾ ਹੋਈ ਹੈ ਜੀ। ਕੁਲਦੀਪ ਸਿੰਗਰ ਨੂੰ ਪਹਿਲਾਂ ਵੀ ਸਜ਼ਾ ਹੋ ਚੁੱਕੀ ਹੈ ਜੀ, ਉਮਰ ਕੈਦ ਜੀ। ਉਮਰ ਕੈਦ ਹੋਈ ਹੈ ਉਹਨੂੰ, ਜਿਹੜੀ ਉਹਨੇ ਆਪਣੇ ਪਿੰਡ ਦੀ ਇੱਕ ਲੜਕੀ ਨੂੰ ਆਪਣੀ ਹਫਸ ਦਾ ਸ਼ਿਕਾਰ ਬਣਾਇਆ ਸੀ। ਉਸ ਲੜਕੀ ਨੇ ਜਦੋਂ ਇਹਦੇ ਖਿਲਾਫ ਆਵਾਜ਼ ਉਠਾਈ, ਥਾਣੇ ਗਈ ਤੇ ਉਹਦੀ ਕਿਸੇ ਨੇ ਗੱਲ ਨਹੀਂ ਸੁਣੀ। ਆਪਣੇ ਬਾਪ ਨੂੰ ਨਾਲ ਲੈ ਕੇ ਫਿਰ ਉਹ ਲਖਨਊ ਪਹੁੰਚੀ ਮੁੱਖ ਮੰਤਰੀ ਸਾਹਿਬ ਨੂੰ ਮਿਲਣ ਵਾਸਤੇ, ਲੇਕਿਨ ਮਿਲਾਪ ਨਾ ਹੋ ਸਕਿਆ ਤੇ ਫਿਰ ਉਸ ਲੜਕੀ ਨੇ ਮੁੱਖ ਮੰਤਰੀ ਦੇ ਨਿਵਾਸ ਦੇ ਸਾਹਮਣੇ ਆਤਮ ਹੱਤਿਆ ਕਰਨ ਦਾ ਯਤਨ ਕੀਤਾ ਸੀ, ਆਤਮ ਦਾਹ ਦਾ ਯਤਨ ਕੀਤਾ ਸੀ। ਜਿਹੜੇ ਪਾਸੇ ਲੋਕ ਸੀ ਉਹਨਾਂ ਨੇ ਉਹਨੂੰ ਬਚਾ ਲਿਆ। ਨਤੀਜਾ ਇਹ ਹੋਇਆ ਕਿ ਫਿਰ ਕੁਲਦੀਪ ਸਿੰਗਰ ਦੇ ਖਿਲਾਫ ਮੁਕੱਦਮਾ ਦਰਜ ਕਰਨ ਲਈ ਮਜਬੂਰ ਹੋਣਾ ਪਿਆ ਪੁਲਿਸ ਨੂੰ। ਬਦਨਾਮੀ ਜ਼ਿਆਦਾ ਹੋ ਗਈ ਸੀ, ਚਰਚਾ ਜ਼ਿਆਦਾ ਹੋ ਗਈ ਸੀ। ਉਸੇ ਵੇਲੇ ਫਿਰ ਕੁਲਦੀਪ ਸਿੰਗਰ ਨੇ ਇੱਕ ਪਲਾਨਿੰਗ ਬਣਾਈ ਤੇ ਉਸ ਪਲਾਨਿੰਗ ਦੇ ਤਹਿਤ ਉਹਦੇ ਬਾਪ ਦੇ ਖਿਲਾਫ ਝੂਠਾ ਮੁਕੱਦਮਾ ਦਰਜ ਕੀਤਾ ਗਿਆ। ਪੁਲਿਸ ਕਸਟਡੀ ਦੇ ਵਿੱਚ ਉਹਨੂੰ ਟੌਰਚਰ ਕੀਤਾ ਗਿਆ। ਨਾ ਸਿਰਫ ਪੁਲਿਸ ਨੇ ਟੌਰਚਰ ਕੀਤਾ, ਸਗੋਂ ਕੁਲਦੀਪ ਸਿੰਗਰ ਦੇ ਬੰਦਿਆਂ ਨੇ ਵੀ ਉਹਨੂੰ ਟੌਰਚਰ ਕੀਤਾ ਸੀ। ਬਾਅਦ ਵਿੱਚ ਉਹਨੂੰ ਜੇਲ੍ਹ ਭੇਜਿਆ ਗਿਆ ਤੇ ਜੇਲ੍ਹ ਦੇ ਵਿੱਚ ਵੀ ਉਹਦੇ ਤੇ ਕਾਫੀ ਤਸ਼ੱਦਦ ਹੋਇਆ। ਹਾਲਤ ਜਦੋਂ ਦਾਢੀ ਖਰਾਬ ਹੋ ਗਈ ਤਾਂ ਫਿਰ ਜੇਲ੍ਹ ਦੇ ਹਸਪੀਟਲ ਤੋਂ ਹੁੰਦਾ ਹੋਇਆ ਉਹਨੂੰ ਸਿਵਲ ਹਸਪੀਟਲ ਭੇਜਿਆ ਗਿਆ, ਜਿੱਥੇ ਆ ਕੇ ਉਹਦੀ ਮੌਤ ਹੋ ਗਈ। ਉਸ ਲੜਕੀ ਨੇ ਹਿੰਮਤ ਨਹੀਂ ਹਾਰੀ, ਲੜਾਈ ਲੜਦੀ ਰਹੀ ਤੇ ਉਸੇ ਲੜਾਈ ਤੋਂ ਤੰਗ ਆ ਕੇ ਫਿਰ ਸਾਡੇ ਸਰੋਤੇ ਜਾਣਦੇ ਹੈ ਕਿ ਜਦੋਂ ਆਪਣੇ ਚਾਚਾ ਜੀ ਦੇ ਖਿਲਾਫ ਕੁਲਦੀਪ ਸਿੰਗਰ ਨੇ ਪਰਚਾ ਦਰਜ ਕਰਵਾਇਆ ਸੀ ਤੇ ਉਹ ਬਰੇਲੀ ਦੀ ਜੇਲ੍ਹ ਵਿੱਚ ਸੀ, ਉਹਨੂੰ ਮਿਲ ਕੇ ਵਾਪਸ ਆ ਰਹੀ ਸੀ ਤਾਂ ਉਹਨਾਂ ਦੀ ਗੱਡੀ ਦੇ ਉੱਪਰ ਇੱਕ ਟਰੱਕ ਨੇ ਆ ਕੇ ਟੱਕਰ ਮਾਰੀ ਸੀ। ਗੱਡੀ ਦੇ ਉੱਪਰ ਟਰੱਕ ਚੜ ਗਿਆ ਸੀ। ਨਤੀਜੇ ਵਜੋਂ ਉਹਨਾਂ ਦੇ ਨਾਲ ਦੀਆਂ ਸਫ਼ਰ ਕਰਦੀਆਂ 2 ਰਿਸ਼ਤੇਦਾਰ ਬੀਬੀਆਂ ਮਾਰੀਆਂ ਗਈਆਂ ਸੀ। ਇਹ ਲੜਕੀ ਤੇ ਉਹਦਾ ਡਰਾਈਵਰ ਵਕੀਲ ਵੀ ਸੀ ਜਿਹੜਾ ਉਹਦਾ, ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਸੀ। ਇਸ ਘਟਨਾਕ੍ਰਮ ਨੇ ਸਾਰੇ ਦੇਸ਼ ਨੂੰ ਹਿਲਾ ਕੇ ਰੱਖਤਾ ਸੀ, ਬਿਲਕੁਲ ਉਸੇ ਤਰ੍ਹਾਂ ਜਿਵੇਂ ਨਿਰਭਇਆ ਕਾਂਡ ਵੇਲੇ ਸਾਰਾ ਦੇਸ਼ ਸੜਕਾਂ ਤੇ ਨਿਕਲ ਆਇਆ ਸੀ। ਇੰਨੀ ਚਰਚਾ ਹੋਈ ਕਿ ਸੁਪਰੀਮ ਕੋਰਟ ਨੂੰ ਇਹਦਾ ਨੋਟਿਸ ਲੈਣਾ ਪਿਆ ਤੇ ਸੁਪਰੀਮ ਕੋਰਟ ਨੇ ਫਿਰ ਜਿਹੜਾ ਹੈਗਾ ਇਹ ਸਾਰੇ ਦੇ ਸਾਰੇ ਮਾਮਲੇ ਚੱਕ ਕੇ CBI ਨੂੰ ਦੇ ਤੇ CBI ਦੀ ਖਿਚਾਈ ਵੀ ਕੀਤੀ ਕਿ ਮਾਮਲੇ ਭਾਵੇਂ ਤੁਹਾਡੇ ਕੋਲ ਪਹਿਲਾਂ ਵੀ ਸੀ, ਤੁਸੀਂ ਇਹਦੀ ਪੜਤਾਲ ਪ੍ਰਾਪਰ ਕਿਉਂ ਨਹੀਂ ਕੀਤੀ। ਔਰ ਉਹ ਤੋਂ ਬਾਅਦ ਇਹ ਫੈਸਲਾ ਵੀ ਦਿੱਤਾ ਸੁਪਰੀਮ ਕੋਰਟ ਨੇ ਕਿ ਅੱਜ ਤੋਂ ਬਾਅਦ ਜਿੰਨੇ ਵੀ ਕੇਸ ਆ ਸਾਰੇ ਇਹ ਦਿੱਲੀ ਦੀ ਅਦਾਲਤ ਵਿੱਚ ਚੱਲਣਗੇ। ਦਿੱਲੀ ਚੱਲੇ। ਉਹ ਲੜਕੀ ਦੇ ਨਾਲ ਜਿਹੜਾ ਰੇਪ ਦਾ ਮਾਮਲਾ ਸੀ ਉਹਦੇ ਵਿੱਚ ਉਹਨੂੰ ਉਮਰ ਕੈਦ ਹੋ ਚੁੱਕੀ ਹੈ। ਇਸ ਮਾਮਲੇ ਦੇ ਵਿੱਚ ਕੁਲਦੀਪ ਸਿੰਗਰ ਤੇ ਉਹਦੇ ਸਾਥੀਆਂ ਨੂੰ ਕੁਝ ਦਿਨ ਪਹਿਲਾਂ ਦੋਸ਼ੀ ਕਰਾਰ ਦਿੱਤਾ ਸੀ। ਅੱਜ ਅਦਾਲਤ ਨੇ ਫੈਸਲਾ ਸੁਣਾਤਾ ਹੈ ਤੇ ਗੈਰ ਇਰਾਦਤਨ, ਇੱਕ ਤਾਂ ਹੁੰਦੀ ਹੈ ਕਿ ਕਿਸੇ ਬੰਦੇ ਨੂੰ ਜਾਣ-ਬੁੱਝ ਕੇ ਕਤਲ ਕਰਨਾ, ਉਹਦੇ ਵਿੱਚ ਸਜ਼ਾ ਕਿੰਨੀ ਹੁੰਦੀ ਹੈ, ਉਹਦੇ ਵਿੱਚ ਫਾਂਸੀ ਦੀ ਸਜ਼ਾ ਵੀ ਹੋ ਸਕਦੀ ਹੈ, ਉਮਰ ਕੈਦ ਵੀ ਹੋ ਸਕਦੀ ਹੈ ਤੇ ਤਾਂ ਉਮਰ ਜੇਲ੍ਹ 'ਚ ਰਹੂਗਾ ਬੰਦਾ, ਇਹ ਕੈਦ ਵੀ ਹੋ ਸਕਦੀ ਹੈ। ਲੇਕਿਨ ਜਿਹੜੀ ਗੈਰ ਇਰਾਦਤਨ ਕਤਲ ਹੈ ਕਿਸੇ ਦਾ ਕਿ ਮਾਰਨ ਦਾ ਇਰਾਦਾ ਨਹੀਂ ਸੀ, ਸਿਰਫ ਉਹਨੂੰ ਟੌਰਚਰ ਕਰਨਾ ਸੀ, ਉਹਦਾ ਸੱਟਾਂ ਫੇਟਾਂ ਮਾਰਨੀਆਂ ਸੀ, ਮਾਰਨਾ ਚਾਹੁੰਦੇ ਨਹੀਂ ਸੀ ਤੇ ਬੰਦਾ ਮਰ ਗਿਆ, ਉਹ ਗੈਰ ਇਰਾਦਤਨ ਦੋਸ਼ ਦੇ ਤਹਿਤ ਅੱਜ ਇਹਨਾਂ ਸਾਰਿਆਂ ਨੂੰ 10-10 ਸਾਲ ਦੀ ਕੈਦ ਦਿੱਲੀ ਦੀ ਜਿਹੜੀ 30,000 ਕੋਰਟ ਹੈ ਜੀ ਉਹਨੇ ਸੁਣਾਤੀ ਹੈ। ਇਹ ਤੋਂ ਪਹਿਲਾਂ ਕੁਲਦੀਪ ਸਿੰਗਰ ਦਾ ਬਿਆਨ ਆ ਗਿਆ ਸੀ ਕਿ ਜੇ ਤਾਂ ਮੈਂ ਹੋਇਆ ਗੁਨਾਹਗਾਰ ਫਿਰ ਤਾਂ ਭਾਵੇਂ ਤੁਸੀਂ ਮੈਨੂੰ ਫਾਂਸੀ ਤੇ ਲਟਕਾ ਦਿਓ, ਤੇ ਜੇ ਮੈਂ ਗੁਨਾਹਗਾਰ ਨਹੀਂ ਹਾਂ, ਆਪਣੇ ਆਪ ਨੂੰ ਤਾਂ ਕਹਿੰਦਾ ਕਿ ਮੈਂ ਗੁਨਾਹ ਕੀਤਾ ਕੋਈ ਨਹੀਂ, ਤੇ ਫਿਰ ਮੇਰੇ ਨਾਲ ਜ਼ਿਆਦਤੀ ਨਾ ਕੀਤੀ ਜਾਵੇ। ਲੇਕਿਨ ਅਦਾਲਤ ਦੇ ਕੋਲ ਜਿਹੜਾ ਕੇਸ ਚੱਲਿਆ ਉੱਥੇ ਸਬੂਤ ਇੰਨੇ ਪੁਖਤਾ ਸੀ, CBI ਨੇ ਨਾਕੂ ਨਾਲ ਨਾਕੂ ਮਿਲਾਤਾ,
ਸਾਰੀ ਐਵੀਡੈਂਸ ਕਲੈਕਟ ਕੀਤੀ ਹੈ ਤੇ ਨਤੀਜੇ ਵਜੋਂ ਕੁਲਦੀਪ ਸਿੰਘਰ ਨੂੰ ਹੁਣ ਜਿਹੜੀ 10 ਸਾਲ ਦੀ ਕੈਦ ਹੋ ਗਈ ਹੈ, ਨਾਲ ਉਹਦੇ ਹੋਰ ਸਾਥੀ ਜਿਹੜੇ ਉਹਨਾਂ ਨੂੰ ਹੋ ਗਏ, ਤੇ ਨਾਲ ਜੁਰਮਾਨਾ ਵੀ ਬੜਾ ਮੋਟਾ ਪਿਆ। ਜੁਰਮਾਨਾ ਵੀ 10-10 ਲੱਖ ਰੁਪਏ ਪੈ ਕੇ ਨੂੰ ਜੁਰਮਾਨਾ ਵੀ ਜਿਹੜਾ ਉਹ ਅਦਾ ਕਰਨਾ ਪਊਗਾ ਜੀ। ਬਿਲਕੁਲ ਵਾਕਿਆ ਜੀ। ਆਪਣੀਆਂ ਲਾਈਨਾਂ ਫਲੈਸ਼ ਕਰ ਰਹੀਆਂ, ਤੁਸੀਂ ਵੀ ਸਟੂਡੀਓ 'ਚ ਕਾਲ ਕਰ ਸਕਦੇ ਹੋ 905 867 2770 905 867 2770 ਤੇ। ਬੈਸਟ ਕੈਨੇਡੀਅਨ ਟਰੱਕ ਡਰਾਈਵਿੰਗ ਸਕੂਲ ਦਾ ਵਾਅਦਾ ਜੀ, ਤੁਸੀਂ 12 ਸਟੂਡੈਂਟ ਜਿਹੜੇ ਇੱਕੋ ਸਮੇਂ ਤੇ ਕਲਾਸਾਂ ਲੈ ਸਕਦੇ ਹੋ। ਇੰਸਪੈਕਸ਼ਨ, 에ਅਰ ਬ੍ਰੇਕ ਸਾਰਾ ਜਿਹੜਾ ਉੱਥੇ ਕੋਰਸ ਕਰਾਇਆ ਜਾਂਦਾ ਜੀ। ਤੇ ਕਰਨੈਲ ਸਿੰਘ ਦੇ ਨਾਲ ਗੱਲਬਾਤ ਕਰ ਸਕਦੇ ਹੋ 416 670 31 73 ਤੇ। ਬੈਸਟ ਕੈਨੇਡੀਅਨ ਟਰੱਕ ਡਰਾਈਵਿੰਗ ਸਕੂਲ ਦੇ ਨਾਲ ਹੀ ਜੇ ਤੁਸੀਂ ਵਧੀਆ ਸਟਰਕਚਰ ਬਣਾਉਣਾ ਚਾਹੁੰਦੇ ਹੋ, ਕੋਈ ਕੰਪਨੀ ਬਣਾਉਣਾ ਚਾਹੁੰਦੇ ਹੋ, ਕੋਈ ਫੈਕਟਰੀ ਲਾਉਣਾ ਚਾਹੁੰਦੇ ਹੋ, ਤੇ ਅਕਾਲ ਸਟੀਲ ਦਾ ਦਾਵਾ ਜੀ ਤੁਸੀਂ ਸਾਡੇ ਕੋਲ ਆਓ। ਭਾਈ ਜਸਵਿੰਦਰ ਸਿੰਘ ਹੋਣੀ ਤੁਹਾਨੂੰ ਬੜੀ ਵਧੀਆ ਕੋਟੇਸ਼ਨ ਦੇਣਗੇ 416 816 93 33। ਜੇ ਤੁਹਾਡੀ ਕਾਰ ਨੂੰ ਕੋਈ ਐਕਸੀਡੈਂਟ ਹੋ ਗਿਆ, ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੋਬਲਮ ਆ ਗਈ ਹੈ, ਤੇ ਪ੍ਰੋਜੋਨ ਆਟੋ ਜਿਹੜੇ ਇੰਸ਼ੋਰੈਂਸ ਕੰਪਨੀ ਨਾਲ ਵੀ ਡੀਲ ਕਰਦੇ ਆ, 416 857 5700 ਤੇ ਗੱਲਬਾਤ ਕੀਤੀ ਜਾ ਸਕਦੀ ਆ। ਆਪਣੇ ਨਾਲ ਕਾਲਰ ਜੁੜੇ ਜੀ, ਕਾਲ ਲੈ ਲਈਏ। ਹਾਂ ਜੀ 9900 ਸਵਾਗਤ ਹੈ ਤੁਹਾਡਾ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ, ਦਮਨਵੀਰ ਬੋਲ ਰਿਹਾ ਸੀ ਜੀ, ਕੀ ਹਾਲ ਚਾਲ ਹੈ? ਵਧੀਆ ਵੀਰ ਜੀ ਵਧੀਆ, ਚੜ੍ਹਦੀ ਕਲਾ। ਸਤਿ ਸ਼੍ਰੀ ਅਕਾਲ ਜੀ। ਇੱਕ ਤਾਂ ਜੀ ਆਪਣਾ ਜਿਵੇਂ ਗੱਲ ਕਰ ਰਹੇ ਸੀਗੇ ਜਿਹੜਾ ਸ਼੍ਰੋਮਣੀ ਅਕਾਲੀ ਦਲ ਦੇ ਐਕਟਰ ਦੀ ਗੱਲ ਕਰ ਰਹੇ ਤੁਸੀਂ, ਕਲਾਕਾਰ ਦੀ ਜੀ, ਸੁੱਚਾ ਸਿੰਘ ਲੰਗਾਹ ਦੀ, ਬਹੁਤ ਵਧੀਆ ਕਲਾਕਾਰ ਨੇ, ਤੇ ਇਹ ਆਪਣਾ ਮਾਫੀ ਮੰਗ ਕੇ ਆਏ, ਇਹਨਾਂ ਨੂੰ ਮਾਫੀ ਦਿੱਤੀ ਗਈ ਹੈ ਕਿ ਨਹੀਂ ਦਿੱਤੀ ਨਹੀਂ ਜੀ? ਜੀ। ਤੇ ਇੱਕ ਮੇਰਾ ਸਵਾਲ ਹੈਗਾ ਉਹ ਆਪਣਾ ਉਹਦਾ ਉੱਤਰ ਪਲੀਜ਼ ਦੇ ਕੇ ਜਾਇਓ, ਪਰ ਉੱਤਰ ਬੜੇ ਧਾਰਮਿਕ ਮੁੱਦਿਆਂ ਤੋਂ ਜਾਂ ਧਰਮ ਨਿਰਪੱਖ ਹੋ ਕੇ ਦੇ ਕੇ ਜਾਇਓ ਵੀ ਪੰਜਾਬ ਦੇ ਵਿੱਚ ਸਾਡੇ ਵੀਰ ਸਾਡੇ ਭਰਾ ਨੇ, ਅਸੀਂ ਵੀ ਸਿੱਖ ਕੌਮ ਨੂੰ ਬਿਲੋਂਗ ਕਰਦੇ ਆ। ਜਿਵੇਂ ਆ ਹੁਣ 2020 ਚੱਲ ਰਿਹਾ, 2020 ਦੇ ਵਿੱਚ ਜਿਵੇਂ ਰੈਫਰੈਂਡਮ ਦੀਆਂ ਚੋਣਾਂ ਹੋਣੀਆਂ, ਤੇ ਗਰਾਊਂਡ ਲੈਵਲ ਦੇ ਉੱਤੇ ਪੱਤਰਕਾਰ ਸਾਹਿਬ ਨੂੰ ਪੁੱਛਿਓ ਕਿ ਪੰਜਾਬ ਦੇ ਵਿੱਚ ਗਰਾਊਂਡ ਲੈਵਲ ਦੇ ਉੱਤੇ ਕੀ ਵਾਕਈ ਇਹ ਹਵਾ ਚੱਲ ਰਹੀ ਹੈ 2020 ਦੀ? ਕਿਉਂਕਿ ਅੱਜ ਕੱਲ ਦੁਨੀਆ ਪੰਪ ਦੇਣ ਵਾਲੀ ਬਹੁਤ ਹੁੰਦੀ ਹੈ ਵੀ ਭਾਜੀ ਇੱਥੇ ਮਗਰ ਖੜੇ ਆ, ਆਏ ਆ ਕਿਉਂ ਆ, ਤੇ ਕੀ ਵਾਕਈ ਇਹ ਖੜ ਰਹੀ ਹੈ? ਇਹ ਪਲੀਜ਼ ਮੈਨੂੰ ਆਨਸਰ ਦੇ ਕੇ ਜਾਇਓ। ਥੈਂਕ ਯੂ ਵੈਰੀ ਮਚ। ਧੰਨਵਾਦ ਵੀਰ ਜੀ, ਬਿਲਕੁਲ ਆਪਾਂ ਪੁੱਛਾਂਗੇ ਜੀ। ਨਾਲ ਹੀ ਇਸ ਤੇ ਮੈਂ ਦੱਸਣਾ ਚਾਹੁੰਦਾ ਜੀ, ਜਿਹੜੀ 2020 ਦੀ ਕੱਲ ਸੈਮੀਨਾਰ ਸੀਗਾ, ਕੱਲ ਨੂੰ ਮੂਨਲਾਈਟ ਬੈਂਕਟ ਹਾਲ ਦੇ ਵਿੱਚ ਰੱਖਿਆ ਹੋਇਆ ਸੀਗਾ ਜੀ, ਉਹ ਡਿਲੇ ਕਰ ਦਿੱਤਾ ਗਿਆ, ਉਹ ਕੈਂਸਲ ਕਰ ਦਿੱਤਾ ਗਿਆ ਕਰੋਨਾ ਵਾਇਰਸ ਦੇ ਕਰਕੇ, ਕਿਉਂਕਿ 2000 ਦੇ ਲਗਭਗ ਜਿਹੜੀ ਗੈਦਰਿੰਗ ਹੋਣ ਦੀ ਸੰਭਾਵਨਾ ਸੀਗੀ, ਪਰ ਰਿਸਕ ਨਹੀਂ ਲਿਆ ਉਹਨਾਂ ਨੇ। ਚੰਗਾ ਸੁਝਾਅ, ਚੰਗਾ ਉਹਨਾਂ ਦਾ ਫੈਸਲਾ ਜੀ। ਕਹਿੰਦੇ ਨਹੀਂ ਅਸੀਂ ਕੋਈ ਰਿਸਕ ਨਹੀਂ ਲੈਣਾ ਚਾਹੁੰਦੇ ਕੈਨੇਡੀਅਨ ਸਿਸਟਮ ਦੇ ਨਾਲ, ਵੀ ਕੱਲ ਨੂੰ ਸਾਡੇ ਤੇ ਐਲੀਗੇਸ਼ਨ ਲੱਗ ਜਾਵੇ ਵੀ ਖਾਲਿਸਤਾਨ ਤੇ ਜਦੋਂ ਬਣਨਾ ਹੀ ਬਣਨਾ, ਤੇ ਇਹਨਾਂ ਨੇ ਜਿਹੜਾ ਇਹ ਕਰੋਨਾ ਵਾਇਰਸ ਪਹਿਲਾਂ ਫੈਲਾ ਦਿੱਤਾ ਜੀ, ਕੋਈ ਗੱਲਬਾਤ ਹੋ ਗਈ ਉਸ ਸਿਸਟਮ ਦਾ ਕਰਕੇ, ਇਹਨਾਂ ਨੇ ਇਸ ਪ੍ਰੋਬਲਮ ਦਾ ਕਰਕੇ ਜਿਹੜਾ ਪ੍ਰੋਗਰਾਮ ਆ ਉਹ ਕੈਂਸਲ ਕਰ ਦਿੱਤਾ ਜੀ। ਜਿਹੜੀ ਕੱਲ ਨੂੰ ਕਨਵੈਨਸ਼ਨ ਹੋਣੀ ਸੀ ਮੂਨਲਾਈਟ ਸੈਂਟਰ ਦੇ ਵਿੱਚ 2020 ਨੂੰ ਲੈ ਕੇ, ਜਿਹੜਾ ਸਿੱਖ ਫਾਰ ਜਸਟਿਸ ਵੱਲੋਂ ਅੱਜ ਗੁਰਪਤਵੰਤ ਪੰਨੂ ਹੋਣਾ ਨੇ ਸਟੂਡੀਓ ਦੇ ਵਿੱਚ ਵੀ ਆਉਣਾ ਸੀਗਾ 9:30 ਤੋਂ ਲੈ ਕੇ 11 ਵਜੇ ਤੱਕ, ਆਪਣੇ ਨਾਲ ਉਹ ਇਸੇ ਕਰਕੇ ਨਹੀਂ ਆਏ ਕਿਉਂਕਿ ਪ੍ਰੋਗਰਾਮ ਆਲਰੇਡੀ ਕੈਂਸਲ ਕਰ ਦਿੱਤਾ ਗਿਆ ਹੈ ਵੀ ਜ਼ਿਆਦਾ ਇਕੱਠ ਨਾ ਹੋਵੇ। ਜੀ ਢਿੱਲੋਂ ਸਾਹਿਬ। ਬਿਲਕੁਲ ਜੀ, 2020 ਦਾ ਜ਼ਿਕਰ ਜਿਹੜਾ ਹੈਗਾ ਅਖਬਾਰਾਂ 'ਚ ਬਹੁਤ ਹੋ ਰਿਹਾ ਹੈ, ਚੈਨਲਾਂ 'ਚ ਬਹੁਤ ਹੋ ਰਿਹਾ, ਲੇਕਿਨ ਪੰਜਾਬ ਦੇ ਵਿੱਚ ਜੇ ਆਪਾਂ ਗੱਲ ਕਹੀਏ ਤਾਂ ਪੰਜਾਬ ਦੇ ਵਿੱਚ 2020 ਦਾ ਉਸ ਲੈਵਲ ਦੇ ਉੱਤੇ ਬਿਲਕੁਲ ਜ਼ਿਕਰ ਨਹੀਂ ਹੋ ਰਿਹਾ। ਹਾਂ, ਕੁਝ ਲੋਕ ਹੈ ਜਿਹੜੇ ਲੋਕ ਇਹ ਚਾਹੁੰਦੇ ਆ ਕਿ ਸਾਨੂੰ ਆਜ਼ਾਦੀ ਚਾਹੀਦੀ ਹੈ, ਉਹ ਜ਼ਰੂਰ 2020 ਦੀ ਗੱਲ ਕਰ ਰਹੇ ਹੈ। ਇਹਦਾ ਕਾਰਨ ਵੀ ਇੱਕ, ਅਸੀਂ ਧਰਮ ਨਿਰਪੱਖ ਹਾਂ, ਇਹਦੀ ਕੋਈ ਗੱਲ ਨਹੀਂ। ਤੁਹਾਨੂੰ ਸ਼ੱਕ ਹੀ ਪੈ ਗਿਆ ਕਿ ਸ਼ਾਇਦ ਅਸੀਂ ਕਿਸੇ ਭਾਈਚਾਰੇ ਦੀ ਗੱਲ ਕਰਦੇ ਹਾਂ, ਅਸੀਂ ਕਿਸੇ ਤੋਂ ਡਰਦੇ ਹਾਂ ਜਾਂ ਕਿਸੇ ਤੋਂ ਡਰਾਉਂਦੇ ਹਾਂ। ਬਿਲਕੁਲ ਨਾ ਕਾਹੂ ਸੇ ਦੋਸਤੀ, ਨਾ ਕਾਹੂ ਸੇ ਬੈਰ ਜੀ। ਅਸਲ ਦੇ ਵਿੱਚ ਪੰਜਾਬ ਦੀ ਜਦੋਂ ਅਸੀਂ ਜ਼ਿਕਰ ਕਰਦੇ ਹਾਂ ਨਾ, ਤਾਂ ਪੰਜਾਬ ਦੀ ਜਿਹੜੀ ਤਰਾਸਦੀ ਹੈ, ਜਿਸ ਤਰਾਸਦੀ ਵਿੱਚੋਂ ਪੰਜਾਬ ਲੰਘਿਆ 12-14 ਸਾਲ ਜੀ, ਉਸ ਵੇਲੇ ਪੰਜਾਬ ਜਿਹੜਾ ਹੈਗਾ ਦੋ ਪੁੜਾਂ ਦੇ ਦਰਮਿਆਨ ਪੀਸਿਆ ਗਿਆ ਸੀ। ਇੱਥੇ ਇਕੱਲੇ ਅਸੀਂ ਇਹ ਨਹੀਂ ਕਹਿ ਸਕਦੇ ਕਿ ਹਿੰਦੂ ਭਾਈਚਾਰੇ ਦੇ ਲੋਕ ਮਰੇ ਹੈ, ਤੇ ਸਿੱਖ ਭਾਈਚਾਰੇ ਦੇ ਲੋਕ ਵੀ ਮਰੇ ਹੈ ਜੀ। ਸਹੀ ਗਿਣਤੀ ਤਾਂ ਕਿਸੇ ਕੋਲੇ ਹੈ ਨਹੀਂ, ਕੋਈ 35,000 ਕਹਿੰਦਾ, ਕੋਈ 50,000 ਕਹਿੰਦਾ, ਲੇਕਿਨ ਇੱਕ ਗੱਲ ਸਾਨੂੰ ਮੰਨਣੀ ਪੈਣੀ ਹੈ ਕਿ ਉਸ ਦੌਰ ਦੇ ਵਿੱਚ ਬਹੁਤ ਵੱਡਾ ਜਾਨੀ ਨੁਕਸਾਨ ਹੋਇਆ ਸੀ। ਜੇ ਅਸੀਂ ਹਜ਼ਾਰਾਂ 'ਚ ਨਾ ਪਈਏ ਤਾਂ ਨੁਕਸਾਨ ਐਡਾ ਵੱਡਾ ਹੋਇਆ ਹੈ, ਕਿਉਂਕਿ ਦੋ ਕਿਸਮ ਦੀ ਦਹਿਸ਼ਤਗਰਦੀ ਹੁੰਦੀ ਹੈ। ਇੱਕ ਦਹਿਸ਼ਤਗਰਦੀ ਉਹ ਹੈ ਜਿਹੜੀ ਦਹਿਸ਼ਤਗਰਦੀ ਵਿਅਕਤੀਗਤ ਦਹਿਸ਼ਤਗਰਦੀ ਹੁੰਦੀ ਹੈ, ਕਿਸੇ ਗਰੁੱਪ ਵੱਲੋਂ, ਕਿਸੇ ਪਾਰਟੀ ਵੱਲੋਂ, ਕਿਸੇ ਬੰਦੇ ਵੱਲੋਂ ਕੀਤੀ ਜਾਂਦੀ ਹੈ। ਮਾਫ ਕਰਨਾ ਢਿੱਲੋਂ ਸਾਹਿਬ, ਸ਼ਾਰਟ 'ਚ ਰੱਖਿਓ ਥੋੜਾ ਜਿਹਾ, ਸਾਰੀਆਂ ਲਾਈਨਾਂ ਫਲੈਸ਼ ਕਰ ਰਹੀਆਂ ਜੀ।
हाँ एक ਜਿਹੜੀ ਹੁੰਦੀ ਹੈ ਉਹ ਦਹਿਸ਼ਤਗਰਦੀ ਹੁੰਦੀ ਹੈ ਸਟੇਟ ਦਹਿਸ਼ਤਗਰਦੀ ਜਿੱਥੇ ਰਾਜ ਹਕੂਮਤ ਦਹਿਸ਼ਤ ਫੈਲਾਉਂਦੀ ਹੈ ਜੀ। ਸੋ ਉਹ ਦੋਨਾਂ ਕਿਸਮਾਂ ਦੀ ਦਹਿਸ਼ਤਗਰਦੀ ਦੇ ਵਿੱਚ ਬਹੁਤ ਵੱਡਾ ਨੁਕਸਾਨ ਹੋਇਆ। ਉਹਦੇ ਕਾਰਨ ਹੈ ਕਿ ਪੰਜਾਬ ਦੇ ਲੋਕ ਇਸ ਵੇਲੇ ਇਹ ਚਾਹੁੰਦੇ ਕਿ ਅਸੀਂ ਤਾਂ ਸ਼ਾਂਤੀ ਨਾਲ ਟਾਈਮ ਪਾਸ ਕਰਨਾ। ਟਾਈਮ ਪਾਸ ਕਰਨ ਦੀ ਗੱਲ ਆ, ਪੰਜਾਬ ਤਾਂ ਮਰਿਆ ਪਿਆ, ਪੰਜਾਬ ਦੇ ਪੱਲੇ ਕੀ ਰਹਿ ਗਿਆ? ਪੰਜਾਬ ਨੂੰ ਨਸ਼ਾ ਨੇ ਖਾ ਲਿਆ, ਜਵਾਨੀ ਹੈ ਜਿਹੜੀ ਉਹ ਜਾਂ ਬਾਹਰ ਜਾ ਰਹੀ ਹੈ ਜਾਂ ਨਸ਼ੇੜੀ ਬਣ ਗਈ। ਇਸ ਕਰਕੇ ਉਹ ਤਾਂ ਜਿਹੜੀ ਹੈ ਵੈਗਰੂ ਕਰਕੇ ਦਿਨ ਕੱਟਣਾ ਚਾਹੁੰਦੇ। ਇੱਥੇ ਕਿਸੇ ਕਿਸਮ ਦੀ ਕੋਈ ਉਹ ਗੱਲ ਨਹੀਂ ਹੈ ਜੀ। ਬਿਲਕੁਲ ਜੀ। ਜੇ ਤੁਸੀਂ ਮੌਂਟਰੀਅਲ ਦੇ ਵਿੱਚ ਗਏ ਹੋ, ਤੁਹਾਡੇ ਟਰੱਕ ਨੂੰ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਆ ਗਈ ਆ, ਟਰਾਂਸਮਿਸ਼ਨ ਦੀ, ਕਲਚ ਦੀ, ਡਿਫਰੈਂਸ਼ੀਅਲ ਦੀ, ਤੇ ਨੰਬਰ 1 ਨਾਰਥ ਅਮਰੀਕਾ ਦੀ ਸਭ ਤੋਂ ਵੱਡੀ ਗਰਾਜ ਲਸ਼ੀਨ ਦੇ ਵਿੱਚ ਆ ਜੀ। ਤੁਸੀਂ PTN 24 ਦਾ ਹਵਾਲਾ ਦਿਓਗੇ, 250 ਤੋਂ ਲੈ ਕੇ $500 ਤੱਕ ਜੌਬ ਅਨੁਸਾਰ ਜਿਹੜਾ ਡਿਸਕਾਊਂਟ ਦਿੱਤਾ ਜਾਊਗਾ। ਕਲਚ, ਡਿਫਰੈਂਸ਼ੀਅਲ, ਟਰਾਂਸਮਿਸ਼ਨ ਦੇ ਸਪੈਸ਼ਲਿਸਟ ਆ STE ਟਰਾਂਸਮਿਸ਼ਨ ਵਾਲੇ। ਤੁਸੀਂ ਡੈਨੀ ਦੇ ਨਾਲ ਗੱਲਬਾਤ ਕਰ ਸਕਦੇ ਹੋ 514 343 3773 514 343 3778। ਤੁਸੀਂ ਫੋਨ ਕਰਕੇ ਬਾਅਦ ਦੇ ਵਿੱਚ ਵੀ ਮੇਰੇ ਕੋਲ ਨੰਬਰ ਲੈ ਸਕਦੇ ਹੋ। ਤੇ ਤੁਹਾਡਾ ਟਰੱਕ ਟ੍ਰੇਲਰ ਨਾਰਥ ਅਮਰੀਕਾ 'ਚ ਖਰਾਬ ਹੋ ਗਿਆ ਤਾਂ ਹਮੇਸ਼ਾ ਨਾ ਯਾਦ ਰੱਖੋ, ਕਿੰਗ ਟੋਇੰਗ ਸੁੱਖੇ ਢੇਸੀ ਉਹਨਾਂ ਨਾਲ ਗੱਲਬਾਤ ਕਰ ਸਕਦੇ ਹੋ। ਕਿਤੇ ਵੀ ਕੋਈ ਪ੍ਰੋਬਲਮ ਹੋਵੇ ਤੇ ਟਰੱਕ ਭੇਜ ਦਿੰਦੇ ਨੇ। 416 677 2222 ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਆਪਾਂ ਕਾਲ ਲੈ ਲਈਏ ਜੀ। ਹਾਂਜੀ ਵੀਰ ਜੀ, 6738 ਸਵਾਗਤ ਹੈ ਜੀ ਤੁਹਾਡਾ। ਹਾਂਜੀ ਵੀਰ ਜੀ, ਸਤਿ ਸ੍ਰੀ ਅਕਾਲ। ਮੈਂ ਮੌਂਟਰੀਅਲ ਤੋਂ ਬੋਲਦਾ ਜੀ। ਸਵਾਗਤ ਹੈ ਜੀ। ਹਾਂਜੀ, ਸੁੱਚਾ ਸਿੰਘ ਲਗਾ ਦੀ ਗੱਲ ਚੱਲ ਰਹੀ ਹੈ। ਢਿੱਲੋਂ ਸਾਹਿਬ ਨੂੰ ਪਤਾ ਹੋਣਾ ਕਿ ਇਹ ਜਦੋਂ ਇਹਦੀ ਵੀਡੀਓ ਆਈ ਹੈ ਉਦੋਂ ਕਹਿੰਦਾ ਸੀ ਦੁੱਧ ਤੇ ਦੁੱਧ, ਪਾਣੀ ਤੇ ਪਾਣੀ ਨਿਕਲ ਕੇ ਸਾਹਮਣੇ ਆ ਜੂ। ਆ ਗੱਲ ਕਹਿੰਦਾ ਸੀ ਉਦੋਂ। ਫਿਰ ਇਹ ਤੁਹਾਨੂੰ ਵੀ ਪਤਾ ਹੀ ਹੈ, ਪੈਸੇ ਦੇ ਕੇ ਇਹ ਬਰੀ ਹੋ ਜਾਂਦਾ ਉੱਥੋਂ। ਤੇ ਹੁਣ ਇਹ ਆਪਣਾ ਅਕਾਲ ਤਖਤ ਦੇ, ਜਿਵੇਂ ਤੁਸੀਂ ਦੱਸ ਰਹੇ ਆ ਵੀ ਉੱਥੇ ਜਾ ਕੇ ਇਹ ਮੰਨ ਗਿਆ। ਹੁਣ ਇਹ ਆਪਣੇ ਆਪ ਨੂੰ ਕੀ ਸਮਝਦਾ? ਉਦੋਂ ਤਾਂ ਇਹਨੇ ਦੁੱਧ ਸਾਬਤ ਕਰਤਾ ਦੇ ਕੇ ਪੈਸੇ, ਤੇ ਹੁਣ ਪਾਣੀ ਤਾਂ ਬੜੀ ਵੱਡੀ ਚੀਜ਼ ਹੈ ਜਿਹਦੇ ਨਾਲ ਦੁਨੀਆ ਬਚਦੀ ਹੈ, ਤਰੀਕੇ ਤੋਂ ਬਿਨਾਂ ਸਰਦਾ ਨਹੀਂ। ਤੇ ਹੁਣ ਤਾਂ ਇਹ ਉਹਦੇ ਲਾਇਕ ਵੀ ਨਹੀਂ ਹੈਗਾ। ਪਰ ਬਿਲਕੁਲ ਇਹਨੂੰ ਬੰਦੇ ਨੂੰ ਮਾਫ ਨਹੀਂ ਕੀਤਾ ਜਾਣਾ ਚਾਹੀਦਾ, ਕਿਉਂਕਿ ਸਾਡੇ ਕੋਲੇ ਮੁੱਦਾ ਇਹੀ ਰਹਿ ਗਿਆ ਲਗਾ ਵਾਲਾ। ਕਿਉਂਕਿ ਜੇ ਬੰਦਾ ਮਾਫ ਹੁੰਦਾ ਇਹ ਦੁਬਾਰਾ ਸ਼੍ਰੋਮਣੀ ਕਮੇਟੀ ਦੀਆਂ ਇਹ ਚੋਣਾਂ ਲੜੂਗਾ ਤੇ ਫਿਰ ਤੁਸੀਂ ਕਿਹੜੇ ਬੰਦੇ ਨੂੰ ਲਿਆ ਰਹੇ? ਕੀ ਗੱਲ ਸੁੱਚਾ ਸਿੰਘ ਲਗਾ ਤੋਂ ਬਿਨਾਂ ਹੋਰ ਕੋਈ ਸਾਡੇ ਕੋਲੇ ਬੰਦੇ ਹੀ ਨਹੀਂ ਜਿਹੜੇ ਕਿ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਲੜਨ? ਇਹ ਤੁਸੀਂ ਦੇਖ ਲਓ, ਕੱਲ ਨੂੰ ਜਦੋਂ ਮਾਫ ਕੀਤਾ ਗਿਆ ਚੋਣਾਂ ਲੜੂਗਾ। ਢਿੱਲੋਂ ਸਾਹਿਬ ਦੱਸੋ ਇਹਦੇ ਬਾਰੇ ਇਹ ਗੱਲ। ਬਿਲਕੁਲ ਜੀ ਢਿੱਲੋਂ ਸਾਹਿਬ, ਇਹ ਕੁਐਸਚਨ ਨੋਟ ਕਰ ਲਿਓ ਤੇ ਆਪਣੇ ਨਾਲ ਵੀਰ WhatsApp ਤੇ ਇੰਡੀਆ ਤੋਂ ਜੁੜੇ ਜੀ, ਉਹਨਾਂ ਦੀ ਵੀ ਕਾਲ ਲੈ ਲਈਏ, ਫਿਰ ਇਕੱਠਾ ਜਵਾਬ ਦੇ ਦਿਓ। ਹਾਂਜੀ ਵੀਰ ਜੀ, ਸਵਾਗਤ ਹੈ ਤੁਹਾਡਾ। ਸਤਿ ਸ਼੍ਰੀ ਅਕਾਲ ਜੀ। ਕਿੱਥੋਂ ਬੋਲ ਰਹੇ ਹੋ? ਕੀ ਨਾਮ ਵੀਰ ਜੀ? ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਪੰਜਾਬ ਤੋਂ ਹੀ ਸਮਝ ਲਓ ਮਲੋਟ ਤੋਂ ਬੋਲ ਰਿਹਾ ਜੀ। ਜੀ। ਤੇ ਜਿਹੜਾ ਬਾਈ ਨੇ ਹੁਣ ਫੋਨ ਕੀਤਾ ਸੀਗਾ ਵੀ ਬਾਈ 2020 ਬਾਰੇ ਪੰਜਾਬ 'ਚ ਕੀ ਹਾਲ ਹੈ ਜੀ, ਸਾਡੇ ਲੋਕ ਥੋੜੇ ਚੁੱਪ ਜ਼ਰੂਰ ਆ ਜੀ ਡਰ ਕਰਕੇ। ਪਰ ਹੁਣ ਸੈਂਟਰ ਦੀ ਸਰਕਾਰ ਤੋਂ ਸਾਰਾ ਪੰਜਾਬ ਅੱਕਿਆ ਪਿਆ ਜੀ। ਤੇ ਮੈਂ ਤੁਹਾਨੂੰ ਆਪਦੇ ਹਾਲਾਤ ਹੀ ਦੱਸ ਦਿੰਦਾ। ਮੈਂ ਸਿਰਫ ਇਹ ਲਿਖਿਆ ਸੀ ਰਿਫਰੈਂਡਮ, ਫੇਸਬੁੱਕ ਤੇ ਇੱਕ ਪੋਸਟ ਪਾਈ ਸੀ ਵੀ ਰਿਫਰੈਂਡਮ 2020 ਵੈਲਕਮ, ਜਦੋਂ ਨਵਾਂ ਸਾਲ ਚੜਿਆ। ਤੇ ਮੇਰੇ ਤੇ ਪੂਰੀ ਪੁੱਛ ਪੜਤਾਲ ਹੋਈ ਤੇ ਵੀ ਇਸ ਕਰਕੇ ਲੋਕ ਡਰੇ ਆ ਵੀ ਪੁਲਿਸ ਵੀ ਡਰਾਉਂਦੀ ਹੈ। ਜਿਵੇਂ ਨਨਕਾਣਾ ਸਾਹਿਬ ਜਾਣ ਵਾਲਿਆਂ ਦੇ ਘਰੇ ਪੁਲਿਸ ਆਉਂਦੀ ਹੈ, ਤੰਗ ਕਰਦੇ ਉਹਨਾਂ ਨੂੰ ਪੁੱਛ ਪੜਤਾਲ ਦੇ ਨਾਂ ਤੇ ਵੀ ਥਾਣੇ ਆ ਜਾ, ਅੱਜ ਆ ਜਾ, SSP ਦਫ਼ਤਰ ਆ ਜਾ। ਤੇ ਉਧਰ ਵੀ ਲੋਕ ਡਰਦੇ ਹੁਣ ਘਟ ਜਾਂਦੇ ਆ ਜੀ। ਵੀ ਉਸ ਤਰ੍ਹਾਂ ਲੋਕ ਚੁੱਪ ਜ਼ਰੂਰ ਆ, ਪਰ ਦਿਲ 'ਚ ਸਾਰਿਆਂ ਦੇ ਇਹ ਗੱਲ ਹੈਗੀ ਆ ਵੀ ਪੰਜਾਬ ਨਾਲ ਧੱਕਾ ਹੋਈ ਜਾਂਦਾ ਤੇ ਆਪਾਂ ਆਜ਼ਾਦ ਹੋਈਏ ਤੇ ਚੰਗੇ ਰਵਾਂਗੇ। ਮਿਹਰਬਾਨੀ। ਬਿਲਕੁਲ ਜੀ, ਧੰਨਵਾਦ ਵੀਰ ਜੀ। ਵਾਕਈ ਖਾਲਿਸਤਾਨ ਦੀ ਗੱਲ ਕਰਨੀ ਜਿਹੜੀ ਆ ਉਹ ਸੁਪਰੀਮ ਕੋਰਟ ਨੇ ਦਿੱਤਾ ਹੋਇਆ ਜੀ। ਤੁਸੀਂ ਆਪਣੀ ਗੱਲ ਕਰ ਸਕਦੇ ਹੋ, ਭਾਰਤ ਦੇ ਵਿੱਚ ਰਹਿ ਕੇ ਵੀ ਆਪਣੀ ਆਜ਼ਾਦੀ ਦੀ ਗੱਲ ਕਰ ਸਕਦੇ ਹੋ, ਕੋਈ ਕ੍ਰਾਈਮ ਨਹੀਂ ਹੈਗਾ ਜੀ। ਢਿੱਲੋਂ ਸਾਹਿਬ ਸੰਖੇਪ ਦੇ ਵਿੱਚ ਰੱਖਿਓ, ਸਾਰੀਆਂ ਲਾਈਨਾਂ ਫਲੈਸ਼ ਕਰ ਰਹੀਆਂ ਜੀ। ਬਿਲਕੁਲ ਜੀ। ਮੈਂ ਕੀ ਕਿਹਾ, ਮੈਂ ਇਹੀ ਤਾਂ ਗੱਲ ਕਹਿ ਰਿਹਾ। ਇਹ ਇਹਨਾਂ ਲਈ ਆਪਦੀ ਸਮਝ ਹੈ, ਇਹਨਾਂ ਦੀ ਆਪਦੀ ਰਾਏ ਹੈ। ਇਹਦੇ 'ਚ ਕੋਈ ਸ਼ੱਕ ਨਹੀਂ ਕਿ ਜਦੋਂ ਅਸੀਂ ਫੇਸਬੁੱਕ ਤੇ ਪਾਵਾਂਗੇ, ਸੋਸ਼ਲ ਮੀਡੀਆ ਤੇ ਪਾਵਾਂਗੇ, ਉਦੋਂ ਅਸੀਂ ਸਰਕਾਰੀ ਮਸ਼ੀਨਰੀ ਦੀ ਨਜ਼ਰ ਦੇ ਵਿੱਚ ਆਵਾਂਗੇ। ਬਿਲਕੁਲ ਜੀ। ਤੇ ਸਰਕਾਰੀ ਮਸ਼ੀਨਰੀ ਨੇ ਫਿਰ ਆਪਣਾ ਕੰਮ ਕਰਨੇ ਦੇ ਵਿੱਚ ਕੋਈ ਸ਼ੱਕ ਨਹੀਂ। ਤੇ ਜਿਨ੍ਹਾਂ ਨੇ ਕੰਮ ਕਰਨਾ ਹੁੰਦਾ, ਮੈਂ ਇਹੀ ਗੱਲ ਕਰ ਰਿਹਾ ਕਿ ਜ਼ਿਆਦਾ ਤੌਰ ਦੇ ਉੱਤੇ ਇੱਥੇ 2020 ਵਾਲੀ ਕੋਈ ਗੱਲ ਨਹੀਂ। ਵਿਅਕਤੀਗਤ ਤੌਰ ਤੇ ਤਾਂ ਬਥੇਰੇ ਲੋਕ ਹੈ ਜਿਹੜੇ ਕਹਿੰਦੇ ਕਿ ਸਾਡਾ ਮੁਲਕ ਆਪਣਾ ਆਪਦਾ ਹੋਣਾ ਚਾਹੀਦਾ ਜੀ। ਬਿਲਕੁਲ ਜੀ। ਪਹਿਲੇ ਕਾਲਰ ਨੇ ਵੀਰੇ ਢਿੱਲੋਂ ਸਾਹਿਬ ਸਵਾਲ ਕੀਤਾ ਸੀਗਾ, ਜੇ ਤੁਹਾਨੂੰ ਯਾਦ ਹੋਇਆ ਤਾਂ ਇੱਕ ਕਾਲ ਹੋਰ ਲੈ ਲਈਏ, ਇਕੱਠਾ ਹੀ ਜਵਾਬ ਦੇ ਦਿਓ ਜਰੂਰ। ਹਾਂਜੀ ਵੀਰ ਜੀ, 2770 ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਵੀਰ ਜੀ, ਸਵਾਗਤ ਹੈ ਤੁਹਾਡਾ।
ਮਿਹਰਬਾਨੀ ਢਿੱਲੋਂ ਸਾਹਿਬ ਨੂੰ ਵੀ। ਮੈਂ ਹੀ ਕਹਿਣਾ ਸੀ ਭਾਜੀ, ਇਹ ਜਿਹੜਾ ਨਾ ਤੁਸੀਂ ਖਾਲਿਸਤਾਨ ਦੀ ਗੱਲ ਕਰਦੇ ਹੋ, ਦੇਖੋ ਅਸੀਂ 1984 ਵਿੱਚ ਵੈਰੀ ਕਲੀਅਰ ਅਸੀਂ ਇਕੱਠੇ ਹੋ ਕੇ ਲੜੇ ਸੀ, ਸਾਰੀ ਕੌਮ ਹਿੰਦੁਸਤਾਨ ਦੀ ਫੌਜ ਨਾਲ, 5ਵੇਂ ਨੰਬਰ ਦੀ ਫੌਜ ਆ, ਹਿਲਾ ਕੇ ਰੱਖਤਾ ਸੀ। ਤੇ ਜੇ ਹੁਣ ਪਾਂਡਾ ਹੀ ਪਾਂਡਾ ਇਹ, ਤੇ ਕਹਿੰਦੇ ਨੇ ਵੀ ਇਹ ਟੁੱਟ ਜੂਗਾ, ਵੀ ਕਦਾ ਗੌਰਮੈਂਟ ਨਹੀਂ ਬਣੂਗੀ, ਜੇ ਅਸੀਂ ਇਕੱਠੇ ਹੋ ਕੇ ਲੜ ਸਕਦੇ, ਗੌਰਮੈਂਟ ਕਿਉਂ ਨਹੀਂ ਚਲਾ ਸਕਦੇ? ਇੱਕ ਪੁਆਇੰਟ ਹੋਰ ਰੱਖਣਾ ਸੀਗਾ ਆਪਣਾ, ਇਹਨਾਂ ਨੇ ਕਿਹਾ, ਕੱਲ ਮੈਂ ਉਹਨਾਂ ਦੀ ਇੰਟਰਵਿਊ ਸੁਣਦਾ ਸੀਗਾ ਮਨਪ੍ਰੀਤ ਬਾਦਲ ਦੀ, ਇਹ ਕਹਿੰਦਾ ਮੂੰਹ ਜਿਹਾ ਦਮਕਿਆ ਹੋਇਆ, ਕਹਿੰਦਾ ਇਹ ਜਿਹੜਾ ਸਬਜੈਕਟ ਆ ਨਾ ਆਪਣਾ ਇਹਦਾ, ਆਪਣਾ ਜਿਹੜਾ ਖਜ਼ਾਨੇ ਦਾ, ਕਹਿੰਦਾ ਇਹ ਤਾਂ ਇੰਨਾ ਬੋਰਿੰਗ ਆ। ਮੈਂ ਕਿਹਾ ਇਹ ਉਹ ਵੀ ਹੁੰਦਾ ਸੀ ਇੱਕ ਸਾਡੇ ਜਿਹੜਾ ਬਲਵੰਤ ਸਿੰਘ, ਜਿਹੜਾ ਰਾਜੀਵ ਗਾਂਧੀ ਨੂੰ ਕਹਿੰਦਾ ਸੀ ਮੈਂ 10 ਲੱਖ ਕਹਿੰਦਾ ਸੀ ਮੈਂ ਜੋਬਾਂ ਪੈਦਾ ਕਰ ਦੂੰਗਾ, ਇਹਦੇ ਕੋਲ ਕੁਛ ਵੀ ਨਹੀਂ ਹੋਇਆ। ਹੁਣ ਕਹੀ ਜਾਂਦਾ, ਬਾਹਰਲਿਆਂ ਨੂੰ ਕਹੀ ਜਾਂਦਾ ਵੀ ਮੈਂ ਤੁਹਾਨੂੰ ਮੈਸੇਜ ਦੇਣਾ ਵੀ ਤੁਸੀਂ ਜਿਉਂਦੇ ਵਸਦੇ ਰਹੋ। ਉਹ ਬਈ ਪੰਜਾਬ, ਬਾਹਰਲੇ ਤਾਂ ਪੰਜਾਬ ਨੂੰ ਜਿਉਂਦਾ ਵਸਦਾ ਦੇਖਣਾ ਚਾਹੁੰਦੇ, ਸਾਡੇ ਕੋਲੇ ਤਾਂ ਸਭ ਕੁਛ ਆ। ਮਤਲਬ ਕਿੱਦਾਂ ਫਿਰ ਫਿਸਕਲ ਪਾਲਿਸੀ ਕਹਿ ਦਿੰਦਾ, ਫਿਸਕਲ ਪਾਲਿਸੀ ਦੇ ਸਾਨੂੰ ਪਤਾ ਨੀ ਗਾ ਵੀ ਇਹ ਗੌਰਮੈਂਟ ਦੇ ਐਡਜਸਟਮੈਂਟਸ ਹੁੰਦੀਆਂ ਨੇ, ਉਹਦੇ ਜਿਹੜੇ ਖਰਚੇ ਹੁੰਦੇ ਆ, ਟੈਕਸਿਸ ਹੁੰਦੇ ਆ, ਉਹਨਾਂ ਨੂੰ ਮਤਲਬ ਮੋਨੀਟਰ ਕਰਕੇ ਇਨਫਲੂਐਂਸ ਵਗੈਰਾ ਦਾ, ਉਹਦੀ ਜਿਹੜੀ ਇਕੋਨਮੀ ਹੁੰਦੀ ਆ ਉਹਨੂੰ ਰੋਟੇਟ ਕਰਨਾ ਹੁੰਦਾ ਵਾ। ਵੀ ਇੰਨਾ ਬੇਵਕੂਫ ਬਣਾ ਕੇ ਗਿਆ ਨਾ ਵੀ ਤੇਰੇ ਕੋਲ ਨਹੀਂ ਕੰਮ ਹੁੰਦਾ। ਇਹ ਜਿਹੜੀ ਭਾਜੀ ਜਿਹੜੀ ਆ ਨਾ ਪੰਜਾਬ ਦੀ, ਜੇ ਕਹਿੰਦਾ ਇਕੋਨਮੀ ਬੜੀ ਡਾਊਨ ਆ, ਦੇਖੋ ਭਾਜੀ ਇੰਨਾ ਕਰਜ਼ਾ ਚੜਿਆ ਹੋਇਆ ਉਹ ਸਾਡੇ ਤੇ ਤੂੰ ਤੋਂ ਟੈਕਸ ਲਈ ਜਾ ਰਿਹਾ, ਸਗੋਂ ਉਹਨੂੰ ਐਂਟੀ ਕਲੌਕਵਾਈਜ਼ ਕਰਕੇ ਜ਼ੀਰੋ ਤੇ ਲਿਆ ਕੇ ਟੈਕਸ ਜਿਹੜੇ ਆ ਆਪਣੇ ਲੋਨਸ ਵਗੈਰਾ ਜਾਂ ਜਿੰਨਾ ਟੈਕਸ ਚੜਿਆ ਵਾ ਉਹਨੂੰ ਜ਼ੀਰੋ ਕਰ, ਉਸ ਤੋਂ ਬਾਅਦ ਉਹਨੂੰ ਫਿਰ ਕਲੌਕਵਾਈਜ਼ ਚਲਾ ਸਹੀ ਢੰਗ ਨਾਲ, ਤੇ ਫਿਰ ਟੈਕਸ ਲਾ ਥੋੜੇ ਬਹੁਤੇ, ਜਿਹਦੇ ਨਾਲ ਮਤਲਬ ਮੁਲਕ ਤੈਨੂੰ ਲਿਆਂਦਾ ਕਿਹਦੇ ਲਈ ਗਿਆ। ਇਹ ਉਦੋਂ ਵੀ ਸੀਗਾ ਆਪਣਾ ਅਕਾਲੀ ਦਲ ਵੇਲੇ, 2 ਵਾਰ ਅਕਾਲੀ ਦਲ ਵੇਲੇ ਫਾਈਨੈਂਸ ਮਿਨਿਸਟਰ ਆ, ਹੁਣ ਵੀ ਰਿਹਾ, ਉਦੋਂ ਇਹਨੂੰ ਲਾਈ ਇਸੇ ਕਰਕੇ ਗਿਆ ਸੀ ਸੈਂਟਰ ਗਵਰਨਮੈਂਟ ਨੇ, ਪੰਜਾਬ ਦਾ ਬੇੜਾ ਕਰਕ ਕਰਦੀ। ਇਹ ਚਲੋ ਠੀਕ ਹੈ, ਮਿਹਰਬਾਨੀ, ਧੰਨਵਾਦ। ਵਾਕਿਆ ਗੱਲ ਸਹੀ ਹੈ ਜੀ। ਵੈਸੇ ਤਾਂ ਚਲੋ ਅਡਾਨੀ ਅੰਬਾਨੀ ਹੋਣਾ ਕੋਲੋਂ ਸਿੱਖ ਲੈਣਾ ਚਾਹੀਦਾ, ਇਹਨਾਂ ਨੂੰ ਕੋਈ 15, 20, 50 ਹਜ਼ਾਰ ਕਰੋੜ ਦਾ ਕਰਜ਼ਾ ਚੱਕ ਕੇ ਮੁੜ ਕੇ ਝੱਗਾ ਚੱਕ ਦੇਣ ਜੀ। ਢਿੱਲੋਂ ਸਾਹਿਬ ਬਿਲਕੁਲ ਜੋ ਕੁਛ ਭਾਈ ਸਾਹਿਬ ਨੇ ਕਿਹਾ, ਮੈਂ ਸਹਿਮਤ ਹਾਂ ਇਸ ਗੱਲ ਦੇ ਨਾਲ ਕਿ ਲੋਕਾਂ ਨੂੰ ਭਾਸ਼ਣਾਂ ਦੇ ਨਾਲ, ਸ਼ੇਅਰਾਂ ਦੇ ਨਾਲ ਜਾਂ ਉਰਦੂ ਦੇ ਲਫ਼ਜ਼ਾਂ ਦੇ ਨਾਲ ਲੋਕਾਂ ਦੇ ਮਸਲੇ ਹੱਲ ਨਹੀਂ ਹੁੰਦੇ। ਜਿਹੜੀ ਡਿਊਟੀ ਕਿਸੇ ਬੰਦੇ ਨੂੰ ਸੌਂਪੀ ਹੋਈ ਹੈ ਕੰਸਟੀਟਿਊਸ਼ਨ ਨੇ, ਦੇਸ਼ ਦੇ ਲੋਕਾਂ ਨੇ, ਸੂਬੇ ਦੇ ਲੋਕਾਂ ਨੇ, ਉਹਨੂੰ ਉਹ ਨਿਭਾਉਣੀ ਚਾਹੀਦੀ ਹੈ। ਇਹ ਕੋਈ ਸ਼ੱਕ ਨਹੀਂ ਕਿ ਕਰਜ਼ਾ ਵੀ ਚੜਿਆ ਹੋਇਆ, ਕਰਜ਼ਾ ਅੱਜ ਦਾ ਨਹੀਂ ਚੜਿਆ ਹੋਇਆ। ਕਰਜ਼ਾ ਤਾਂ ਜਦੋਂ ਪੰਜਾਬ ਦੇ ਵਿੱਚ ਦਹਿਸ਼ਤਗਰਦੀ ਜਿਹਨੂੰ ਕਹਿੰਦੇ ਹੈ, ਉਦੋਂ ਦਾ 85 ਕਰੋੜ ਤੋਂ ਗੱਲ ਸ਼ੁਰੂ ਹੋਈ ਸੀ ਤੇ ਵੱਧਦਿਆਂ ਕਿੱਥੋਂ ਤੱਕ ਪਹੁੰਚ ਗਈ। ਹੁਣ ਤਾਂ ਸਥਿਤੀ ਇਹ ਹੈ ਕਿ ਲੱਖ ਰੁਪਈਏ ਤੋਂ ਵੱਧ ਇੱਕ ਜਿਹੜਾ ਹੈਗਾ ਸਾਡਾ ਨਾਗਰਿਕ ਪੰਜਾਬ ਦਾ, ਉਹਦੇ ਸਿਰ ਤੇ ਚੜਿਆ ਪਿਆ। ਪਰ ਵੱਡੀ ਗੱਲ ਇਹ ਹੈ ਕਿ ਜਿਹੜਾ ਸਾਡਾ ਟੈਕਸ ਚੋਰੀ ਹੁੰਦਾ ਹੈ, ਇਹ ਨਹੀਂ ਕਿ ਟੈਕਸ ਅਗਰਾਹ ਨਹੀਂ ਕਰਦਾ, ਟੈਕਸ ਚੋਰੀ ਹੁੰਦਾ, ਇਕੱਲਾ ਉਹ ਵਪਾਰੀ ਚੋਰੀ ਨਹੀਂ ਕਰਦਾ, ਉਹ ਟੈਕਸ ਜਿਹੜਾ ਅਫਸਰਾਂ ਕੋਲੇ ਵੀ ਜਾਂਦਾ ਚੋਰੀ ਹੋਇਆ ਵਾ, ਤੇ ਉਹ ਲੀਡਰਾਂ ਕੋਲੇ ਵੀ ਜਾਂਦਾ। ਰੋਕਣ ਦੀ ਲੋੜ ਤਾਂ ਉਹਨੂੰ ਜਿਹੜਾ ਫਾਈਨਾਂਸ ਮਿਨਿਸਟਰ ਉਹਦੇ ਕੋਲੇ ਬੜੀਆਂ ਪਾਵਰਾਂ ਹੁੰਦੀਆਂ, ਰੋਕ ਸਕਦੇ, ਲੇਕਿਨ ਜਾਣ-ਬੁੱਝ ਕੇ ਅੱਖਾਂ ਮੀਚ ਲੈਣੀਆਂ ਜਾਂ ਆਪਦੀ ਕਮਾਈ ਵਾਸਤੇ ਇਗਨੋਰ ਕਰ ਦੇਣਾ, ਉਹਨੂੰ ਇੱਕ ਵੱਖਰੀ ਗੱਲ ਹੈ। ਦੂਜੀ, ਉਹ ਤੋਂ ਪਹਿਲਾਂ ਜਿਹੜੇ ਕਨਵਰ ਸਾਹਿਬ ਆਏ ਸੀ, ਉਹਨਾਂ ਨੇ ਪੁੱਛਿਆ ਸੀ ਕਿ ਜੇ ਸੁੱਚਾ ਸਿੰਘ ਛੋਟੇਪੁਰ ਨੂੰ ਮਾਫ ਹੋ ਜਾਂਦਾ ਤਾਂ ਉਹ ਸ਼੍ਰੋਮਣੀ ਕਮੇਟੀ ਦੀ ਚੋਣ ਲੜੂਗਾ, ਤੇ ਜ਼ਰੂਰ ਲੜੂਗਾ, ਉਹਨਾਂ ਨੇ ਆਪ ਹੀ ਕਹਿਤਾ ਸੀ। ਤੇ ਮੈਨੂੰ ਪੁੱਛਿਆ ਵੀ ਇਹ ਤੁਸੀਂ ਦੱਸੋ, ਜਦੋਂ ਮਾਫ ਹੋ ਗਿਆ ਕਿ ਕੋਈ ਬੰਦਾ, ਤਾਂ ਉਹ ਸਮਝ ਲਓ ਵੀ ਉਹ ਤਾਂ ਦੋਸ਼ ਮੁਕਤ ਹੈ, ਕਿਸੇ ਨੂੰ ਮਾਫੀ ਦੇਤੀ ਹੈ। ਤੇ ਉਹ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ, ਵੈਸੇ ਪਾਣੀ ਦੁੱਧ ਦੀ ਆਪਦੀ ਥਾਂ ਤੇ ਪਾਣੀ ਦੀ ਮਹੱਤਤਾ ਤਾਂ ਦੁੱਧ ਨਾਲੋਂ ਵੀ ਕਿਤੇ ਵੱਧ ਹੈ। ਜੇ ਪਾਣੀ ਨਾ ਹੋਵੇ ਤਾਂ ਦੁੱਧ ਕਿਵੇਂ ਹੋ ਜਾਊਗਾ। ਹੁਣ ਜਦੋਂ ਆਪਣੇ ਆਪ ਹੀ ਉਹਨੇ ਆਪਣਾ ਜੁਰਮ ਇਕਬਾਲ ਕਰ ਲਿਆ ਤੇ ਉਹਨੂੰ ਅਸੀਂ ਫੇਰ ਵੀ ਸਾਡੇ ਜਿਹੜੇ ਸਿੰਘ ਸਾਹਿਬਾਨ ਬਹਾਲ ਕਰ ਦਿੰਦੇ ਹੈ, ਤਾਂ ਇਹਦਾ ਮਤਲਬ ਫਿਰ ਅਸੀਂ ਜਿਹੜੇ ਆ ਸਾਡਾ ਗੁਰਦੁਆਰਾ ਪ੍ਰਬੰਧ ਹੈ ਜਿਹੜੀ ਉਹਦੇ ਵਿੱਚ ਖਾਮੀਆਂ ਆਈਆਂ, ਖਾਮੀਆਂ ਤਾਂ ਫਿਰ ਅਸੀਂ ਆਪਣੇ ਆਪ ਹੀ ਪੈਦਾ ਕਰਾਂਗੇ, ਉਹਨੂੰ ਮੌਕਾ ਮੁਹੱਈਆ ਕਰਾਂਗੇ, ਆ ਜਾ ਭਾਈ ਲੜ ਇਲੈਕਸ਼ਨ, ਤੈਨੂੰ ਮਾਫ ਕਰਤਾ, ਤੇ ਉਹ ਇਲੈਕਸ਼ਨ ਵੀ ਲੜੂਗਾ, ਫਿਰ ਉੱਚੀਆਂ ਪਦਵੀਆਂ ਤੇ ਵੀ ਪਹੁੰਚੂਗਾ। ਜੇ ਕਿਤੇ ਇਹ ਗੱਲ ਬੇਨਕਾਬ ਨਾ ਹੁੰਦੀ, ਇਹ 2017 ਦੇ ਵਿੱਚ ਇਹ ਗੱਲ ਸਾਹਮਣੇ ਨਾ ਆਉਂਦੀ, ਤਾਂ ਇਹ ਪੱਕੀ ਉਸ ਵੇਲੇ ਫਾਈਨਲ ਹੋ ਚੁੱਕੀ ਸੀ ਗੱਲ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਵੀ ਸੁੱਚਾ ਸਿੰਘ ਲੰਗਾਹ ਨੇ ਬਣਨਾ ਸੀ, ਕਿਉਂਕਿ ਇਹ ਬਾਦਲ ਪਰਿਵਾਰ ਖਾਸ ਕਰਕੇ ਸਰਦਾਰ ਸੁਖਬੀਰ ਸਿੰਘ ਬਾਦਲ ਤੇ ਸਰਦਾਰ ਬਿਕਰਮ ਸਿੰਘ ਮਜੀਠੀਆ ਦੇ ਬਹੁਤ ਕਲੋਜ਼ ਹੁੰਦਾ ਸੀ। ਤਾਂ ਮਜਬੂਰੀ ਬਣ ਗਈ ਉਦੋਂ ਉਹਨੂੰ ਕੱਢਣਾ ਪੈ ਗਿਆ। ਬਾਅਦ ਦੇ ਵਿੱਚ ਕੱਢਣ ਨੂੰ ਗਿਆ ਕਿੱਥੇ, ਉਹ ਹੈ ਤਾਂ ਅਕਾਲੀ ਦਲ ਦੇ ਨਾਲ ਹੀ। ਤੁਸੀਂ ਇਹ ਦੇਖੋ ਕਿ ਜਦੋਂ ਬੰਦਾ ਬਰੀ ਹੋਇਆ, ਉਸ ਵੇਲੇ ਜਿਹੜਾ ਉਹਦਾ ਸਵਾਗਤ ਕਰਨ ਵਾਸਤੇ ਲੋਕ ਆਏ ਸੀ, ਜਾਂ ਉਹ ਤੋਂ ਪਹਿਲਾਂ ਉਹਦੀਆਂ ਪੇਸ਼ੀਆਂ ਤੇ ਲੋਕ ਆਉਂਦੇ ਹੁੰਦੇ ਸੀ। ਲੋਕ ਕੌਣ ਹੈ ਸਾਰੇ? ਉਹਨਾਂ ਦੇ ਵਿੱਚੋਂ ਮੈਕਸੀਮਮ 5 ਸਰਪੰਚ ਜਿਹੜੇ ਅਕਾਲੀ ਦਲ ਦੇ ਨਾਲ ਸੀ,
ਇਹਦਾ ਮਤਲਬ ਕਿ ਅਕਾਲੀ ਦਲ ਦੇ ਅੰਦਰੋਂ ਇਸ਼ਾਰਾ ਸੀ ਕਿ ਹਾਂ ਭਾਈ ਕੋਈ ਗੱਲ ਨਹੀਂ, ਬੰਦਾ ਤਾਂ ਆਪਣਾ ਕਿਸੇ ਵੇਲੇ ਫੇਰ ਕੰਮ ਆਊਗਾ, ਕੰਮ ਦਾ ਬੰਦਾ ਤੇ ਇਹਨੂੰ ਵੈਲਕਮ ਕਰੋ, ਤੇ ਤਾਂ ਹੀ ਕੀਤਾ ਗਿਆ ਸੀ। ਜੀ ਜੀ ਬਿਲਕੁਲ ਜੀ। ਲਾਈਨਾਂ ਆਪਣੀਆਂ ਵਿੱਚੋਂ ਵੀ ਥੋੜੇ ਡ੍ਰੌਪ ਕਰ ਜਾਂਦੇ, ਥੋੜੀ ਜਿਹੀ ਪੇਸ਼ੈਂਸ ਰੱਖਿਆ ਕਰੋ ਕਿਉਂਕਿ ਸਵਾਲ ਦਾ ਜਵਾਬ ਦੇਣਾ ਵੀ ਬਹੁਤ ਜ਼ਰੂਰੀ ਹੈ ਵੀਰ ਜੀ। ਤੇ ਤੁਹਾਨੂੰ ਵਾਕਿਆ ਲਾਈਨ ਥੋੜੀ ਹੋਲਡ ਕਰਨੀ ਔਖੀ ਹੋ ਜਾਂਦੀ ਆ। ਆਪਾਂ 2418 ਜੀ ਆਉਂਦੇ ਹੋ ਤੁਸੀਂ। ਹੈਲੋ, ਹਾਂਜੀ ਵੀਰ ਜੀ, ਸਵਾਗਤ ਹੈ ਤੁਹਾਡਾ ਜੀ। ਹਾਂਜੀ ਵੀਰ ਜੀ, ਮੈਂ ਇਹ ਪੁੱਛਣਾ ਚਾਹੁੰਦਾ ਵੀ ਜੇ ਕਹਿੰਦੇ ਪੰਜਾਬ ਵਾਲੇ ਆਪਣਾ ਖਾਲਿਸਤਾਨ ਨਹੀਂ ਚਾਹੁੰਦੇ ਤਾਂ ਫਿਰ ਇੱਥੇ ਪੰਨੂ ਸਾਹਿਬ ਕੀ ਕਰ ਰਹੇ ਆ? ਬਿਲਕੁਲ ਜੀ, ਅੱਜ ਪੰਨੂ ਸਾਹਿਬ ਉਹਨਾਂ ਨੇ ਆਉਣਾ ਸੀਗਾ ਸਟੂਡੀਓ ਦੇ ਵਿੱਚ, ਪਰ ਜਿਹੜੀ ਕੱਲ ਨੂੰ ਕਾਨਫਰੰਸ ਹੋ ਰਹੀ ਸੀਗੀ ਮੂਨਲਾਈਟ ਕਨਵੈਨਸ਼ਨ ਸੈਂਟਰ ਦੇ ਵਿੱਚ, ਉਹ ਕੈਂਸਲ ਕਰ ਦਿੱਤੀ ਗਈ ਹੈ ਕਿਉਂਕਿ ਕਰੋਨਾ ਵਾਇਰਸ ਦੇ ਮੱਦੇਨਜ਼ਰ ਉਹ ਚਾਹੁੰਦੇ ਨਹੀਂ ਸੀਗੇ ਵੀ ਸਾਡੇ ਤੇ ਕੋਈ ਵੀ ਐਲੀਗੇਸ਼ਨ ਲੱਗੇ। ਵੀ ਇਹਨਾਂ ਨੇ ਆਪਣਾ ਸਵਾਰਥ ਮੂਹਰੇ ਰੱਖਿਆ, ਜਿਹੜਾ ਕੌਮ ਦਾ ਸਵਾਰਥ ਰੱਖਿਆ, ਪਰ ਇਹ ਨਹੀਂ ਲੋਕਾਂ ਦੀ ਜਾਨ ਮਾਲ ਦੀ ਫਿਕਰ ਨਹੀਂ ਕੀਤਾ ਵੀ ਜੇ 2000 ਬੰਦਾ ਇਕੱਠਾ ਹੋ ਜਾਵੇ, ਕਿਸੇ ਨੂੰ ਵੀ ਕੋਈ ਮਾੜੀ ਮੋਟੀ ਬਿਮਾਰੀ ਹੋਏ ਵੀ ਅੱਗੇ ਨਾ ਵੱਧ ਸਕੇ। ਬੜਾ ਵਧੀਆ ਫੈਸਲਾ ਲਿਆ ਉਹਨਾਂ ਨੇ। ਟਾਈਮਿੰਗ ਬੀਨ ਉਹਨੂੰ ਜਿਹੜਾ ਇੱਕ ਵਾਰੀ ਡਿਲੇ ਕੀਤਾ ਗਿਆ ਤੇ ਜਦੋਂ ਸਾਰਾ ਕੁਝ ਠੀਕ ਹੋ ਗਿਆ ਦੁਬਾਰਾ ਫਿਰ ਇਹ ਪ੍ਰੋਗਰਾਮ ਲਿਖਿਆ ਜਾਊਗਾ। ਹਾਂਜੀ ਹਾਂਜੀ ਵੀਰ ਜੀ ਮੈਂ ਤੇ ਇਹ ਕਹਿੰਦਾ ਵੀ ਇੱਥੇ ਕਹਿੰਦੇ VOTING ਕਰਨੀ ਹੈ ਤੇ ਪੰਜਾਬ ਤਾਂ ਚਾਹੁੰਦੇ ਨਹੀਂ ਖਾਲਿਸਤਾਨ। ਨਹੀਂ ਵੀਰ ਜੀ, ਚਾਹੁੰਦੇ ਆ। ਉਹਨਾਂ ਨੇ ਵੀਰ ਨੇ ਸਵਾਲ ਕੀਤਾ ਸੀਗਾ ਉੱਥੋਂ, ਇਹ ਨਹੀਂ ਚਾਹੁੰਦੇ ਪਰ ਉਹ ਡਰੇ ਹੋਏ ਆ। ਤੁਹਾਨੂੰ ਪਤਾ ਹੀ ਆ ਵੀ ਇਸ ਟਾਈਮ ਪ੍ਰਸ਼ਾਸਨ ਜਿਹੜਾ ਬੜੀ ਸਖਤੀ ਕਰ ਦਿੰਦਾ ਜੀ। ਹਰ ਬੰਦਾ ਚਾਹੁੰਦਾ ਵੀ ਜਦੋਂ VOTING ਹੋਊਗੀ ਉਦੋਂ ਗੁਪਤ ਜਿਹੜੀ VOTING ਕਰ ਦਾਂਗੇ ਤੇ ਇੱਕ ਵਾਰੀ ਪਹਿਲਾਂ ਨਾ ਬੋਲਿਆ ਜਾਵੇ, ਜ਼ਿਆਦਾ ਚੰਗੀ ਗੱਲ ਆ। ਲੋਕ ਅੱਗੇ ਨਾਲ ਸੁਲਝੇ ਵੀ ਹੋਏ ਆ ਜੀ। ਸੋਸ਼ਲ ਮੀਡੀਆ ਨੇ ਪੂਰੀ ਜਾਗਰੂਕਤਾ ਲਿਆਂਦੀ ਹੋਈ ਜੀ। ਢਿੱਲੋਂ ਸਾਹਿਬ, ਹੈਲੋ। ਦੇਖੋ ਪੰਨੂ ਸਾਹਿਬ ਕੀ ਕਰ ਰਹੇ ਹੈ, ਇਹ ਗੱਲ ਤਾਂ ਪੰਨੂ ਸਾਹਿਬ ਨੇ ਦੱਸਣੀ ਹੈ ਜੀ। ਕਿਸੇ ਦੇ ਬਿਹਾਫ ਦੇ ਤੇ ਅਸੀਂ ਨਹੀਂ ਗੱਲ ਕਹਿ ਸਕਦੇ, ਲੇਕਿਨ ਫੇਰ ਗੱਲ ਉੱਥੇ ਆ ਗਈ ਕਿ ਅੰਦਰੋਂ ਅੰਦਰ ਹੀ ਲੋਕ ਜੋ ਮਰਜ਼ੀ ਚਾਹੁੰਦੇ ਹੋਣ। ਇੱਥੇ ਦੀ ਸਟੇਟ ਪਾਵਰ ਜਿਹੜੀ ਹੈਗੀ ਹੈ ਉਹ ਬਹੁਤ ਜ਼ਿਆਦਾ ਮਜ਼ਬੂਤ ਹੈ ਔਰ ਉਹ ਕਰਵ ਕਰਕੇ ਰੱਖਦੀ ਹੈ। ਤੁਸੀਂ ਜ਼ਿਕਰ ਕੀਤਾ ਸੀ ਸੁਪਰੀਮ ਕੋਰਟ ਨੇ ਕਹਿੰਦਾ ਕਿ ਖਾਲਿਸਤਾਨ ਦਾ ਨਾਰਾ ਲਾਉਣਾ ਕੋਈ ਮਾੜੀ ਗੱਲ ਨਹੀਂ ਜੀ, ਲਾ ਸਕਦੇ। ਇਹ ਉਹਨਾਂ ਦਾ ਇੱਕ ਜਿਹੜਾ ਹੈਗਾ ਪੋਲੀਟੀਕਲ ਸਲੋਗਨ ਹੈ। ਪੋਲੀਟੀਕਲ ਸਲੋਗਨ ਤੇ ਕੋਈ ਪਾਬੰਦੀ ਨਹੀਂ ਜਿੰਨੀ ਦੇਰ ਤੱਕ ਕੋਈ ਬੰਦਾ ਵਾਇਲੈਂਟ ਨਹੀਂ ਹੁੰਦਾ। ਪਰ ਸਵਾਲ ਤਾਂ ਫਿਰ ਹੋ ਗਿਆ ਜਦੋਂ ਸਟੇਟ ਪਾਵਰ ਕ੍ਰਸ਼ ਕਰਦੀ ਹੈ ਜੀ, ਲੋਕ ਵੋਟਾਂ ਪਾਉਣ ਵਿਚਾਰੇ ਆਉਣਗੇ ਕਿਵੇਂ? ਜਿਹੜੇ ਲੋਕ ਅੰਦਰੋਂ ਚਾਹੁੰਦੇ, ਹਾਂ ਕੁਛ ਬੰਦੇ ਹੈਗੇ ਜਿਹੜੇ ਕਹਿੰਦੇ ਸਾਨੂੰ ਕੁੱਟ ਲੋ, ਮਾਰ ਲੋ, ਜੋ ਮਰਜ਼ੀ ਕਰ ਲੋ, ਸ਼ਰੇਆਮ ਗੱਲ ਕਰਦੇ। ਜੇ ਆਪਾਂ ਦੇਖੀਏ ਤਾਂ ਜਿਹੜੇ ਅਕਾਲੀ ਦਲ ਅੰਮ੍ਰਿਤਸਰ ਵਾਲੇ ਹੈ ਸ਼ਰੇਆਮ ਉਹ ਕਹਿੰਦੇ ਵੀ ਸਾਨੂੰ ਖਾਲਿਸਤਾਨ ਚਾਹੀਦਾ ਜੀ, ਪਰ ਨਾਲ ਉਹ ਵੀ ਕਹਿੰਦੇ ਕਿ ਖਾਲਿਸਤਾਨ ਸਾਨੂੰ ਚਾਹੀਦਾ ਪਰ ਅਸੀਂ ਵਾਇਲੈਂਟ ਨਹੀਂ, ਅਮਨ ਪੂਰਵਕ ਤਰੀਕੇ ਦੇ ਨਾਲ ਅਸੀਂ ਲੈਣਾ। ਠੀਕ ਹੈ, ਅਮਨ ਪੂਰਵਕ ਤਰੀਕੇ ਨਾਲ ਉਹਨਾਂ ਦੀ ਲੋੜ ਹੈ, ਉਹਨਾਂ ਦਾ ਹੱਕ ਹੈ, ਬੰਦਾ ਮੰਗ ਸਕਦਾ ਹੈ। ਇਹ ਹੈ, ਇਹ ਨਹੀਂ ਅਸੀਂ ਕਹਿ ਸਕਦੇ ਕਿ ਖਾਲਿਸਤਾਨ ਮੰਗਣ ਵਾਲੇ ਲੋਕ ਇੱਥੇ ਨਹੀਂ ਹੈਗੇ, ਬਹੁਤ ਹੈ, ਕਾਫੀ ਸਾਰੇ ਹੈਗੇ ਹੈ, ਪਰ ਉਹ ਸਿੱਧੇ ਤੌਰ ਦੇ ਉੱਤੇ ਕੋਈ ਵੋਟਿੰਗ ਤਾਂ ਹੁਣ ਜੇ ਫਰਜ਼ ਕਰੋ ਇੱਥੇ ਵੋਟਿੰਗ ਸੰਸਥਾ ਕਿਹੜੀ ਕਰਾਊਗੀ ਪੰਜਾਬ ਦੇ ਵਿੱਚ ਜੀ, ਉਹ ਤਾਂ ਗਾਇਬ ਹੈ। ਜੇ ਵੈਸੇ ਵੀ ਅਸੀਂ ਦੇਖੀਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਜਾਂ ਖਾਲਿਸਤਾਨ ਦਾ ਨਾਰਾ ਲਾਉਣ ਵਾਲੀ ਸਿਮਰਜੀਤ ਸਿੰਘ ਮਾਨ ਹੋ ਰਹੀ ਹੈ, ਉਹਨਾਂ ਨੂੰ ਵੋਟਾਂ ਪੈਂਦੀਆਂ ਕਿੰਨੀਆਂ ਕਿ ਸਾਡੀ ਵੋਟ ਸਿਸਟਮ ਸਾਡਾ ਇਹੋ ਜਿਹਾ, ਪਾਰਲੀਮੈਂਟਰੀ ਸਿਸਟਮ ਸਾਡਾ ਇਹੋ ਜਿਹਾ। ਇੱਥੇ ਤਾਂ ਜਿਹੜਾ ਸਭ ਤੋਂ ਘੱਟ ਵੋਟਾਂ ਵਾਲਾ ਜੇ 40 ਬੰਦੇ ਖੜੇ ਹੋ ਗਏ, 40 ਦੇ ਵਿੱਚੋਂ ਕੋਈ ਬੰਦਾ ਵੀ ਜਿਹੜੀ ਹੈ ਲੋੜੀ ਦੀ ਵੋਟ ਨਹੀਂ ਲੈਂਦਾ ਵੀ ਉਹਨੂੰ ਕੋਈ 50% ਤੋਂ ਵੱਧ ਲੋਕ ਚੰਗਾ ਸਮਝਦੇ ਹੋਣ। ਜੇ ਉਹਨੂੰ 15% ਵੋਟਾਂ ਵਾਲਾ, 10% ਵੋਟਾਂ ਵਾਲਾ ਸਭ ਤੋਂ ਵੱਧ ਵੋਟਾਂ ਲੈ ਗਿਆ ਤੇ ਉਹਨੂੰ ਜੇਤੂ ਕਰਾਰ ਦੇਣਗੇ। ਯਾਦ ਕਰੋ 1992 ਦੀ ਜਿਹੜੀ ਬੇਅੰਤ ਸਿੰਘ ਸਰਕਾਰ ਬਣੀ ਸੀ, ਕਿਸੇ ਥਾਂ ਤੇ 800 ਵੋਟ ਪਈ ਸੀ, ਕਿਸੇ ਥਾਂ ਤੇ 400 ਵੋਟ ਜੋਗਾ ਤੋਂ ਵੀ ਬਣ ਗਿਆ ਸੀ ਇੱਕ ਬੰਦਾ। ਬਿਲਕੁਲ ਬਿਲਕੁਲ। ਢਿੱਲੋਂ ਸਾਹਿਬ ਆਪਣੀਆਂ ਲਾਈਨਾਂ ਸਾਰੀਆਂ ਫਲੈਸ਼ ਕਰ ਰਹੀਆਂ ਜੀ, ਮਾਫ ਕਰਨਾ ਆਪਾਂ ਕਾਲਾਂ ਲੈ ਲਈਏ ਪਹਿਲਾਂ। ਹਾਂਜੀ ਵੀਰ ਜੀ, ਸਵਾਗਤ ਹੈ ਤੁਹਾਡਾ ਜੀ। ਚੰਨੀ ਸਾਹਿਬ ਬਹੁਤ ਧੰਨਵਾਦ ਜੀ। ਸੁਖਦੇਵ ਥਾਪਰ ਗੱਲ ਕਰ ਰਿਹਾ ਜੀ ਕਮਿਊਨੀਕੇਸ਼ਨ ਤੋਂ ਜੀ। ਔਰ ਆਪਾਂ ਦੱਸ ਦਈਏ ਬਹੁਤ ਸਾਰੀਆਂ ਡੀਲ ਆਪਣੇ ਕੋਲ ਸੈੱਲਫੋਨ ਦੇ ਪਲਾਨ ਜਿਹੜੇ ਪਹੁੰਚੇ ਹੋਏ ਨੇ ਜੀ। ਖਾਸ ਤੌਰ ਦੇ ਉੱਤੇ ਇੱਕ ਪਲਾਨ ਆਪਣੇ ਕੋਲ $25 ਦੇ ਵਿੱਚ ਮੰਥਲੀ ਪਲਾਨ ਹੈ, ਜਿਸ ਵਿੱਚ ਪੂਰੇ ਕੈਨੇਡਾ ਵਾਈਡ ਅਨਲਿਮਿਟਡ ਟਾਕ ਟੈਕਸਟ 1 GB ਦਾ ਡਾਟਾ ਹੈ। ਔਰ ਅੱਜ ਬਹੁਤ ਹੀ ਇੱਕ ਸਪੈਸ਼ਲ ਪਲਾਨ ਸਾਡੇ ਕੋਲ ਪਹੁੰਚਿਆ ਹੈ, $55 ਦਾ ਪਲਾਨ ਹੈ, ਜਿਸ ਵਿੱਚ 20 GB ਡਾਟਾ ਪ੍ਰੋਵਾਈਡ ਉਹ ਕੀਤਾ ਜਾਊਗਾ। ਤੇ ਜਾਂ ਫਿਰ US ਐਂਡ ਕੈਨੇਡਾ ਜਿਹੜੇ ਵੀਰ ਟਰੱਕ ਚਲਾਉਂਦੇ ਨੇ, ਕੈਨੇਡੀਅਨ ਨੰਬਰ ਦੀ ਡੀਲ ਹੋਏਗੀ। ਔਰ ਇਸ ਦੇ ਵਿੱਚ ਜਿਹੜਾ ਜੀ 50 GB ਡਾਟਾ ਹੋਏਗਾ US ਐਂਡ ਕੈਨੇਡਾ ਦੇ ਵਾਸਤੇ, ਔਰ ਉਸ ਤੋਂ ਬਾਅਦ ਡਾਟਾ ਅਨਲਿਮਿਟਡ ਹੋ ਜਾਊਗਾ। ਇਹ ਆਪਣੇ ਕੋਲ $100 ਮੰਥਲੀ ਪਲਾਨ ਹੈਗਾ ਜੀ। ਤੇ ਹਾਈ ਸਪੀਡ ਇੰਟਰਨੈਟ ਅਗਰ ਓਨਟਾਰੀਓ ਦੇ ਵਿੱਚ ਕਿਤੇ ਵੀ ਹਾਈ ਸਪੀਡ ਇੰਟਰਨੈਟ ਘਰ ਵਾਸਤੇ ਲੈਣੀ ਹੋਵੇ ਤਾਂ ਆਪਣੇ ਕੋਲ ਜਿੰਨੇ ਵੀ ਪਲਾਨ ਆ ਜੀ ਸਾਰੇ ਦੇ ਸਾਰੇ $40 ਤੋਂ ਲੈ ਕੇ $60 ਦੇ ਦਰਮਿਆਨ ਨੇ। ਸੋ ਅਗਰ ਕੋਈ ਵੀ ਸਰੋਤਾ ਹਾਈ ਸਪੀਡ ਇੰਟਰਨੈਟ ਦਾ ਬਿੱਲ ਜ਼ਿਆਦਾ ਦੇ ਰਿਹਾ ਜਾਂ ਫਿਰ ਨਵਾਂ ਕਨੈਕਸ਼ਨ ਲੈਣਾ, ਸਾਡੇ ਨਾਲ ਜਿਹੜਾ ਜੀ ਉਹ ਸੰਪਰਕ ਕਰ ਸਕਦੇ ਨੇ। ਘਰ ਦੇ ਫੋਨ ਦੇ ਵਿੱਚ ਸਾਡੇ ਕੋਲ ਲੋਕਲ ਪਲੱਸ ਵਰਲਡ ਵਾਈਡ ਇੰਡੀਆ ਦੇ ਨਾਲ 60 ਹੋਰ ਕੰਟਰੀਆਂ ਨੇ। ਔਰ ਖਾਸ ਤੌਰ ਤੇ ਯੂਰਪ ਵਾਲੀਆਂ ਕੰਟਰੀਆਂ ਤੇ ਆਸਟ੍ਰੇਲੀਆ, ਨਿਊਜ਼ੀਲੈਂਡ ਜਿਹੜੇ ਹੈਗੇ ਜੀ ਲੈਂਡਲਾਈਨ ਤੇ ਸੈੱਲਫੋਨ ਦੋਨਾਂ ਦੇ ਉੱਤੇ ਹੀ ਸਰੋਤੇ ਅਨਲਿਮਿਟਡ ਕਾਲ ਕਰ ਸਕਦੇ ਨੇ। ਅਗਰ ਕਿਸੇ ਵੀ ਸਰੋਤੇ ਨੇ ਨਵਾਂ ਕਨੈਕਸ਼ਨ ਲੈਣਾ ਜਾਂ ਫਿਰ ਲੌਂਗ ਡਿਸਟੈਂਸ ਦਾ ਕਨੈਕਸ਼ਨ ਲੱਗਾ ਹੋਇਆ ਜੀ ਤਾਂ $20 ਤੋਂ ਜ਼ਿਆਦਾ ਬਿੱਲ ਹੋ ਚੁੱਕਾ।
ਸਰੋਤੇ ਸਾਡੇ ਨਾਲ ਸੰਪਰਕ ਕਰ ਸਕਦੇ ਨੇ, ਕਿਉਂਕਿ ਬਿੱਲ ਦੀ ਗਰੰਟੀ ਕੀਤੀ ਜਾਂਦੀ ਕਿ ਬਿੱਲ ਬਾਰ-ਬਾਰ ਇਸ ਪਲਾਨ ਦਾ ਨਹੀਂ ਬਦਲਣਾ। ਫੋਨ ਦਾ ਅਡੈਪਟਰ ਤੇ ਨੰਬਰ ਪੋਰਟਿੰਗ ਬਿਲਕੁਲ ਫ੍ਰੀ ਹੈਗੀ ਆ। ਔਰ ਬਿਜ਼ਨਸ ਵਾਸਤੇ ਇੰਟਰਨੈਟ ਚਾਹੀਦੀ ਹੈ ਜੀ, $40 ਤੋਂ ਪਲਾਨ ਸ਼ੁਰੂ ਹੋ ਜਾਂਦਾ। ਤੇ ਬਿਜ਼ਨਸ ਫੋਨ ਲਾਈਨ ਜਿਹੜੀ ਆਪਣੀ ਲੈਂਡਲਾਈਨ ਹੁੰਦੀ ਆ ਆਫਿਸ ਵਾਸਤੇ ਜਾਂ ਸਟੋਰ ਵਾਸਤੇ, ਤਾਂ ਨਾਰਥ ਅਮਰੀਕਾ ਅਨਲਿਮਟਿਡ ਕਾਲਿੰਗ $19.95 ਸਾਰੇ ਕਾਲਿੰਗ ਫੀਚਰ ਨਾਲ। ਸੋ ਸਰੋਤੇ ਪਹੁੰਚ ਸਕਦੇ ਨੇ ਜੀ 8 ਨੰਬਰ ਮੈਲਨੀ ਡਰਾਈਵ ਯੂਨਿਟ 203 ਬਰੈਂਪਟਨ ਦੇ ਵਿੱਚ। ਔਰ ਫੋਨ ਨੰਬਰ ਹੈ ਜੀ 905-203-3636 9052033636 905-203-3636 ਤੇ ਕਾਲ ਕੀਤੀ ਜਾ ਸਕਦੀ ਹੈ ਜੀ। ਧੰਨਵਾਦ, ਮਿਹਰਬਾਨੀ ਚੰਦੀ ਸਾਹਿਬ। ਧੰਨਵਾਦ ਥਾਪਰ ਸਾਹਿਬ। 905-203-3636 ਤੇ ਗੱਲਬਾਤ ਕੀਤੀ ਜਾ ਸਕਦੀ ਹੈ ਜੀ। ਤੇ ਢਿੱਲੋਂ ਸਾਹਿਬ ਆਪਾਂ ਕਾਲਾਂ ਲੈ ਲਈਏ ਜੀ, ਤੇ 2 ਸਵਾਲ ਲਵਾਂਗੇ, ਨੋਟ ਕਰੀ ਚੱਲਿਓ ਤਾਂ ਆਪਾਂ ਨਾਲ ਫਿਰ ਜੀ ਵੀਰੇ 46। ਹਾਂਜੀ ਭਾਜੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਹਾਂਜੀ ਭਾਜੀ, ਮੈਂ ਡਾਕਟਰ ਧਰਮਵੀਰ ਗਾਂਧੀ ਦੀ ਗੱਲ ਕਰਨੀ ਸੀ ਜੀ। ਉਹ ਹਰ ਵਾਰੀ ਉਹਨਾਂ ਦਾ ਅਸੀਂ ਸੁਣਦੇ ਆ, ਜੋ ਵੀ ਉਹਨਾਂ ਦੀ ਵੀਡੀਓ ਆਉਂਦੀ ਆ, ਉਹ ਕਹਿੰਦੇ ਆ ਪੰਜਾਬ ਨੂੰ ਨਸ਼ਿਆਂ ਤੋਂ ਬਚਾਉਣਾ, ਪੰਜਾਬ 'ਚ ਖੇਤੀ ਕਰੋ, ਹਨਾ, ਭੁੱਕੀ ਦੀ, ਡੋਡੇ ਫੀਮ ਜੋ ਵੀ ਹੈ ਨਾ, ਉਹ ਹਰ ਵਾਰ ਇਹੀ ਮੁੱਦਾ ਚੱਕਦੇ ਆ। ਉਹ ਹੁਣ ਮੁੱਦਾ ਨਹੀਂ ਚੱਕਿਆ ਕਿ ਪੰਜਾਬ ਦੇ ਲੀਡਰ ਫੀਮ ਖਾਂਦੇ ਆ। ਵਾਕਈ ਗੱਲ ਸੱਚੀ ਆ, ਕਹਿੰਦਾ ਲਾਇਸੈਂਸ ਬਣਿਓ। ਕਿਹੜੇ ਲੀਡਰ ਖਾਂਦੇ ਆ ਜੀ, ਮਾੜੀ ਚਾਨਣਾ ਪਾ ਦੂੰਗੇ। ਧੰਨਵਾਦ ਜੀ। ਜੀ ਢਿੱਲੋਂ ਸਾਹਿਬ। ਹੈਲੋ। ਦੇਖੋ ਗੱਲ ਉਹਨੇ ਨਾ ਕਿਸੇ ਦਾ ਆਪਾਂ ਲੈ ਨਹੀਂ ਸਕਦੇ ਜੀ ਕਿ ਫਲਾਨਾ ਲੀਡਰ ਖਾਂਦਾ, ਕਿਉਂਕਿ ਡੈਫਾਮੇਸ਼ਨ ਦਾ ਕੇਸ ਵੀ ਹੁੰਦਾ। ਜੇ ਕਹਿ ਦਈਏ ਫਲਾਨਾ ਬੰਦਾ ਫੀਮ ਖਾਂਦਾ ਤਾਂ ਉਹ ਸਾਬਤ ਅਸੀਂ ਕਰ ਨਹੀਂ ਸਕਦੇ। ਲੇਕਿਨ ਮੇਰੀ ਸਮਝ ਇਹ ਹੈ ਕਿ ਪੰਜਾਬ ਦੇ ਮੋਰ ਦੈਨ 50% ਜਿਹੜੇ ਲੀਡਰ ਹੈ ਉਹ ਕੋਈ ਨਾ ਕੋਈ ਨਸ਼ਾ ਲੈਂਦੇ ਹੈ। ਸ਼ਰਾਬ ਨੂੰ ਤਾਂ ਪੰਜਾਬ ਦੇ ਵਿੱਚ ਨਸ਼ਾ ਹੀ ਨਹੀਂ ਸਮਝਿਆ ਜਾਂਦਾ, ਤਾਂ ਕਹਿੰਦੇ ਜੀ ਇਹਦਾ ਇੱਕ ਡਾਈਟ ਦਾ ਹਿੱਸਾ ਇਹ ਬਣ ਕੇ ਤੁਰ ਪਏ ਹੈ ਜੀ, ਕਿਉਂਕਿ ਇਹਦੀਆਂ ਸ਼ਰੇਆਮ ਦੁਕਾਨਾਂ, ਠੇਕੇ ਨਿਲਾਮ ਹੁੰਦੇ ਹੈ। ਪਰ ਇੱਕ ਵੱਡੀ ਗੱਲ ਇਹ ਹੈ ਧਰਮਵੀਰ ਗਾਂਧੀ ਹੋਰਾਂ ਦੀ, ਮੈਂ ਸਮਝਦਾ ਇਕੱਲਾ ਲੀਡਰਾਂ ਕਰਕੇ ਨਹੀਂ, ਉਹ ਇਸ ਗੱਲ ਤੋਂ ਫਿਕਰਮੰਦ ਹੈ ਕਿ ਜਿਹੜਾ ਸਿੰਥੈਟਿਕ ਨਸ਼ਾ ਹੈ, ਇਹ ਸਿੰਥੈਟਿਕ ਨਸ਼ਾ ਸਾਡੀ ਜਿਹੜੀ ਹੈਗੀ ਹੈ ਨਸਲ ਖੁਸ਼ੀ ਵਰਗਾ ਹੈ। ਕਿਉਂਕਿ ਸਿੰਥੈਟਿਕ ਨਸ਼ਾ ਜਿਹੜਾ ਹੈਗਾ ਉਹ ਜਿਹੜੇ ਨੌਜਵਾਨਾਂ ਨੂੰ ਨਪੁੰਸਕ ਬਣਾਉਂਦਾ ਹੈ। ਜਦੋਂ ਨਪੁੰਸਕ ਬਣ ਕੇ ਸਾਡੀ ਜਨਰੇਸ਼ਨ ਵਧੂਗੀ ਕਿਵੇਂ? ਇਹਦੇ ਉਲਟੋ ਕਹਿੰਦੇ ਆ ਕਿ ਜਿਹੜਾ ਰਵਾਇਤੀ ਨਸ਼ਾ ਹੈ, ਖਾਸ ਕਰਕੇ ਅਫੀਮ, ਭੁੱਕੀ, ਜਿਹਨੂੰ ਪੋਸਟ ਕਹਿ ਦਿੰਦੇ ਆਪਾਂ, ਪੁਰਾਣੇ ਜ਼ਮਾਨੇ 'ਚ ਵੀ ਪੰਜਾਬ ਦੇ ਲੋਕ ਖਾਂਦੇ ਸੀ। ਜੇ ਇਹ ਖੁੱਲ੍ਹ ਜੇ ਘੱਟੋ ਘੱਟ ਲੋਕ ਜਿਹੜੇ ਹੈਗੇ ਸਿੰਥੈਟਿਕ ਨਸ਼ੇ ਵੱਲ ਨਾ ਜਾਣ, ਉਹਨਾਂ ਦਾ ਪੁਆਇੰਟ ਇਹ ਹੈ। ਲੀਡਰ ਖਾਂਦੇ, ਲੀਡਰਾਂ ਦਾ ਵੈਸੇ ਗੱਲ ਹੈ ਵੀ ਕਿਸੇ ਵੀ ਲੀਡਰ ਨੂੰ ਤੁਸੀਂ ਉਹਦਾ ਡੋਪ ਟੈਸਟ ਕਰਾ ਦਿਓ, ਸਾਰਿਆਂ ਨੂੰ ਨਿਕਲ ਆਊਗਾ। ਪਿੱਛੇ ਅਸਲੇ ਦੇ ਲਾਇਸੈਂਸਾਂ ਵਾਸਤੇ ਡੋਪ ਟੈਸਟ ਜ਼ਰੂਰੀ ਕਰਦਾ ਸੀ, ਤੇ ਲੀਡਰਾਂ ਦਾ ਵੀ ਡੋਪ ਟੈਸਟ ਦੇ ਵਿੱਚ ਨਸ਼ਾ ਹੋਣ ਲੱਗ ਗਿਆ ਸੀ। ਤੇ ਫਿਰ ਕਹਿੰਦੇ ਹੁੰਦੇ ਸੀ ਜੀ ਮੇਰੀ BP ਦੀ ਗੋਲੀ ਲਈ ਹੈ, ਮੇਰੀ ਐਲਪ੍ਰੋਕਸ ਲਈ ਹੈ, ਇਹਦਾ ਕਰਕੇ ਆ ਜਾਂਦਾ। ਇਹਦੇ 'ਚ ਕੋਈ ਸ਼ੱਕ ਨਹੀਂ ਕਿ ਲੀਡਰ ਲਗਭਗ ਜ਼ਿਆਦਾਤਰ ਲੀਡਰ ਜਿਹੜੇ ਹੈਗੇ ਉਹ ਨਸ਼ਾ ਕਰ ਰਹੇ ਹੈ। ਬਿਲਕੁਲ ਜੀ। ਮਾੜੀ ਜੀ ਅੱਖ ਖੜੀ ਦੇਖ ਲਿਆ ਕਰੋ, ਜਿਹੜਾ ਲੀਡਰ ਨੱਕ ਦੇ ਵਿੱਚ ਬੋਲਦਾ ਜੀ ਤੋਂ ਨਗ ਨਹੀਂ ਖਾਂਦਾ, ਥੋੜਾ ਧਿਆਨ ਰੱਖ ਲਿਆ ਕਰੋ। ਢਿੱਲੋਂ ਸਾਹਿਬ ਆਪਾਂ ਕਾਲ ਲੈਣੇ ਆ ਜੀ। ਹਾਂਜੀ ਵੀਰ ਜੀ 2940। ਸਤਿ ਸ਼੍ਰੀ ਅਕਾਲ ਢਿੱਲੋਂ ਸਾਹਿਬ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਵੀਰ ਜੀ। ਸਤਿ ਸ਼੍ਰੀ ਅਕਾਲ। ਮੇਰੀ ਬੇਨਤੀ ਹੈ ਜੀ, ਆਪਣਾ ਸਿੱਖ ਧਰਮ ਵਾਸਤੇ ਕਿਰਤ ਕਰਨਾ, ਨਾਮ ਜਪਣਾ ਤੇ ਵੰਡ ਛਕਣਾ ਜੀ। ਤੇ ਵੰਡ ਛਕਣਾ ਸਾਡੇ ਪੰਜਾਬ 'ਚ 2-2 ਬੱਸਾਂ, 4-4 ਬੱਸਾਂ, 10-10 ਬੱਸਾਂ ਸੀ। ਸਾਰੇ ਇੱਕੋ ਆਪਣਾ ਰੋਜ਼ਗਾਰੀ ਹਰੇਕ ਹੀ ਚਲਾਈ ਫਿਰਦਾ ਸੀਗਾ। ਤੇ ਜਿਹੜੀ ਕੇਬਲ ਨੈਟਵਰਕ ਸੀ ਸ਼ਹਿਰਾਂ 'ਚ ਚੱਲਦਾ ਸੀਗਾ, ਤੇ ਕੋਈ ਕਿਸੇ ਨੇ 10 ਕਨੈਕਸ਼ਨ ਦੇ ਤੇ ਆਪਦੀ ਰੋਜ਼ੀ ਰੋਟੀ ਚਲਾਉਂਦਾ। ਤੇ ਹੁਣ ਇੱਕ ਘਰ ਨੇ ਬੱਸਾਂ ਵੀ ਸਾਰੇ ਪੰਜਾਬ ਦੀਆਂ ਸਾਰੀਆਂ ਕਰਕੇ ਤਿਉਹਾਰ ਬਚਵਾ ਗਈਆਂ, ਤੇ ਜਿਹੜੇ ਨੈਟਵਰਕ ਜਿਹੜਾ ਕੇਬਲ ਦਾ ਉਹ ਵੀ ਉਹ ਢਿੱਡ 'ਚ ਬੱਬਰਾਂ 'ਚ ਪਾ ਲਿਆ। ਤੇ ਗੋਲਕ ਤਾਂ ਛੱਡੋ, ਕੀ ਛੱਡੀਏ, ਕੀ ਪਤਾ ਨਹੀਂ ਕਿ ਇਹਨਾਂ ਨੇ ਨੋਟ ਇੰਨੇ ਬਣਾ ਲਏ ਵਿੱਚ ਮੱਚਣਾ, ਲੋਕਾਂ ਨੂੰ ਤਾਂ ਖਾਣ ਨੂੰ ਨਹੀਂ ਲੱਭਦੇ। ਇਹਦੇ ਬਾਰੇ ਮੈਸੇਜ ਕਰੇ ਵੀ ਸਿੱਖ ਧਰਮ ਦਾ ਵੰਡ ਛਕਣਾ ਇਹੋ ਹੀ ਹੈ ਜੀ। ਧੰਨਵਾਦ ਵੀਰ ਜੀ, ਸਤਿ ਸ਼੍ਰੀ ਅਕਾਲ। ਢਿੱਲੋਂ ਸਾਹਿਬ ਆਪਾਂ ਇੱਕ ਕਾਲ ਹੋਰ ਲੈ ਲਈਏ ਜੀ, ਸਾਰੀਆਂ ਲਾਈਨਾਂ ਫਲੈਸ਼ ਕਰ ਰਹੀਆਂ, ਤਾਂ ਦੋਨਾਂ ਦਾ ਇਕੱਠਾ ਜਵਾਬ ਦਿਓ। ਹਾਂਜੀ ਵੀਰ ਜੀ 3515 ਜੀ। ਹਾਂਜੀ ਬਾਈ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਦੇਖੋ ਜਿਵੇਂ ਪੰਨੂ ਸਾਹਿਬ ਤੁਸੀਂ ਕਹਿੰਦੇ ਅੱਜ ਸਾਡੇ ਰੇਡੀਓ ਤੇ ਆਉਣੇ ਸੀ, ਜਾਂ ਉਹ ਕਿਸੇ ਤੇ ਹੋਰ ਤੇ ਵੀ ਆਉਂਦੇ ਆ, ਨਾ ਤਾਂ ਮੈਂ ਉਹਨਾਂ ਦਾ ਹਮਦਰਦੀ ਹੈ ਤੇ ਨਾ ਹੀ ਮੈਂ ਵਿਰੋਧ ਕਰਦਾ। ਉਹਦਾ ਰੀਜ਼ਨ ਕੀ ਹੈ? ਹੁਣ ਤੁਹਾਡੇ ਰੇਡੀਓ ਤੇ ਬਾਈ ਜੀ ਦੀ ਕਾਲ ਆਈ ਸੀ, ਜਾਂ ਹੋਰ ਮੈਂ ਪਹਿਲਾਂ ਵੀ ਸੁਣਦਾ ਰਹਿੰਦਾ, ਹੁਣ ਅੱਜ ਦੇ ਦਾ ਇਹ ਚੱਲ ਰਿਹਾ 2020 ਵਾਲਾ। ਦੇਖੋ ਉਹ ਵੋਟਿੰਗ ਕਰਾਉਣ ਨੂੰ ਕਹਿੰਦੇ ਆ, ਫਰਜ਼ ਕਰੋ ਮੈਨੂੰ ਨਹੀਂ ਚੰਗਾ ਲੱਗਦਾ ਮੈਂ ਵੋਟ ਨਾ ਕਰਾਂ। ਬਿਲਕੁਲ ਜੀ, ਉਲਟ ਵੀ ਕਰ ਸਕਦੇ। ਬਿਲਕੁਲ। ਹੁਣ ਰੇਡੀਓ ਤੇ ਆ ਕੇ ਆਪਾਂ ਕਹਿੰਦੇ ਵੀ ਉਹ ਕਾਹਤੋਂ ਕਰਵਾਉਂਦਾ? ਕੀ ਹੈ? ਆਜ਼ਾਦੀ ਹੈ ਵੀਰ। ਮੈਂ ਬਾਈ ਜੀ ਨੂੰ ਕਹਿਣਾ ਚਾਹੁੰਦਾ
ਆਜ਼ਾਦੀ ਆ, ਤੁਸੀਂ VOTING ਕਰਾ ਲਓ, ਕਿਸੇ ਮੈਥਡ ਤੇ ਤੁਸੀਂ ਕਰਵਾ ਸਕਦੇ ਆ। ਜਿਹੜੇ ਪੰਜਾਬ ਦੇ ਲੋਕ ਚਾਹੁੰਦੇ ਆ ਨਹੀਂ ਚਾਹੁੰਦੇ, ਬਾਹਰਲੇ ਲੋਕ ਚਾਹੁੰਦੇ ਜਾਂ ਨਹੀਂ ਚਾਹੁੰਦੇ, ਉਹ ਉਹਨਾਂ ਦੀ ਮਰਜ਼ੀ ਹੈ। ਮੈਂ ਆ ਕੇ ਰੇਡੀਓ ਤੋਂ ਕਹਾਂ ਪੰਜਾਬ ਦੇ ਲੋਕ ਨਹੀਂ ਚਾਹੁੰਦੇ, ਮੈਂ ਕਿਵੇਂ ਕਹਿ ਸਕਦਾ ਪੰਜਾਬ ਦੇ ਲੋਕ ਨਹੀਂ ਚਾਹੁੰਦੇ? ਮੈਂ ਹੁਣ ਕਹਿੰਦੇ ਪੰਜਾਬ ਦੇ ਲੋਕ ਚਾਹੁੰਦੇ ਆ, ਮੇਰੇ ਕੋਲੇ ਕੀ ਪ੍ਰੂਫ ਆ? ਮੈਂ ਕਿਵੇਂ ਕਹਿ ਸਕਦਾ ਪੰਜਾਬ ਦੇ ਲੋਕ ਚਾਹੁੰਦੇ ਆ? ਮੇਰਾ ਕਹਿਣ ਦਾ ਮਤਲਬ ਇਹ ਹੈ, ਮੈਂ ਹਮਦਰਦੀ ਨਹੀਂ ਨਾ ਮੈਂ ਉਹਨਾਂ ਦਾ ਐਂਟੀ ਹੈ। ਜਿਹੜਾ ਬੰਦਾ ਕੋਈ ਲਾ ਦੇ ਅਧੀਨ ਕੋਈ ਕੰਮ ਕਰਦਾ, ਬਾਈ ਜੀ ਨੂੰ ਨਹੀਂ ਚੰਗਾ ਲੱਗਦਾ, ਵੋਟ ਉਲਟ ਪਾ ਦੇਣ, ਨਹੀਂ ਪਾਉਣੀ ਤੇ ਨਾ ਪਾਉਣ, ਕੋਈ ਧੱਕੇ ਨਾਲ ਨਹੀਂ ਪਾਉਂਦਾ। ਮੇਰਾ ਕਹਿਣ ਦਾ ਮਤਲਬ ਇਹੀ ਹੈ। ਆਪਾਂ ਟਾਈਮ ਖਰਾਬ ਮੈਂ ਵੀ ਕਰ ਰਿਹਾ ਤੇ ਹੋਰ ਵੀ ਇਸ ਮੁੱਦੇ ਤੇ ਕਰਦੇ ਆ ਵੀ ਜੀ ਲੋਕੀ ਚਾਹੁੰਦੇ ਨਹੀਂ ਜੀ, ਪੰਜਾਬ 'ਚ ਅੱਗ ਲੱਗ ਗਈ ਜੀ। ਉਹ ਭਾਈ ਉਹ ਗੋਲੀਆਂ ਨਹੀਂ ਮਾਰਦੇ, ਉਹ ਕੋਈ ਤਲਵਾਰਾਂ ਨਹੀਂ ਕੱਢੀ ਫਿਰਦੇ, ਕਿਸੇ ਦੀਆਂ ਲੱਤਾਂ ਵੱਢ ਕੇ ਜਾਂ ਧੱਕੇ ਨਾਲ। ਜਿਵੇਂ ਹੁਣ ਪੁਲਿਸ ਵਾਲੇ ਆ ਕੇ, ਜਿਵੇਂ ਇੱਕ ਮੁੰਡਾ ਉਹ ਪੰਜਾਬ ਤੋਂ ਆ ਕੇ ਦੱਸ ਕੇ ਗਿਆ ਵੀ ਮੈਂ ਫੇਸਬੁੱਕ ਤੇ ਪਾਇਆ ਸੀ ਤੇ ਉਹਨੂੰ ਆ ਕੇ ਤੰਗ ਕੀਤਾ ਗਿਆ, ਉਹ ਟੌਰਚਰ ਹੈ। ਟੌਰਚਰ ਕਰਕੇ ਕੰਮ ਕਰਵਾਉਣਾ। ਜੇ ਤੂੰ ਵੋਟ ਪਾਈ ਜਾਂ ਮੁੜ ਕੇ ਪੋਸਟ ਪਾਈ ਤਾਂ ਤੂੰ ਹਿਸਾਬ ਲਾ ਲਈ ਤੇਰਾ ਬਣਦਾ ਕੀ ਹੈ ਜਾਂ ਕਿਹੜਾ ਦਾ ਕੀ ਬਣ ਰਿਹਾ। ਪੰਨੂ ਹੋ ਰਹੀ ਹੈ ਜਾਂ ਕੋਈ ਹੋਰ ਹੈ, ਜੇ ਉਹ ਲਾ ਦੇ ਅਧੀਨ VOTING ਕਰਾਉਂਦੇ ਆ, ਮੇਰੀ ਹੱਥ ਬੰਨ੍ਹ ਕੇ ਬੇਨਤੀ ਹੈ, ਸਾਡੇ ਬੰਦੇ ਹੀ ਬੋਲਦੇ ਆ, ਭਾਈ ਤੁਸੀਂ ਨਾ ਵੋਟ ਪਾਓ, ਤੁਹਾਡੇ ਘਰੇ ਆ ਕੇ ਵੋਟ ਪਾਉਂਦੇ। ਮੈਂ ਤਾਂ ਇੰਨੇ ਕਹਿਣਾ ਚਾਹੁੰਦਾ। ਸਤਿ ਸ਼੍ਰੀ ਅਕਾਲ ਜੀ। ਬਿਲਕੁਲ ਸਤਿ ਸ਼੍ਰੀ ਅਕਾਲ ਵੀਰ ਜੀ। ਮੈਂ ਜਾਣਕਾਰੀ ਦੇਣੀ ਚਾਹਾਂਗਾ ਜੀ, ਫਸਟ ਜਾਂ ਸੈਕੰਡ ਮੌਰਗੇਜ ਲੈਣੀ ਚਾਹੁੰਦੇ ਹੋ, ਤੁਹਾਨੂੰ ਕਿਸੇ ਤਰ੍ਹਾਂ ਦੀ ਪ੍ਰੋਬਲਮ ਆ, ਕ੍ਰੈਡਿਟ ਬੈਡ ਆ ਜਾਂ ਕਿਸੇ ਵੀ ਤਰ੍ਹਾਂ ਦੀ ਵੀ ਪ੍ਰੋਬਲਮ ਆ, ਤਾਂ ਤੁਸੀਂ ਕਿਰਨ ਕਾਰਪੋਰੇਟਾਂ ਨਾਲ ਗੱਲਬਾਤ ਕਰ ਸਕਦੇ। 416 710 20 416 710 2020 ਤੇ ਗੱਲਬਾਤ ਕੀਤੀ ਜਾ ਸਕਦੀ ਆ। ਆਪਣੇ ਬੱਚਿਆਂ ਦਾ ਚੰਗਾ ਭਵਿੱਖ ਬਣਾਉਣ ਵਾਸਤੇ ਗੁਰਬਾਣੀ ਸਿਖਾਉਣੀ ਆ, ਪੰਜਾਬੀ ਪੜ੍ਹਾਉਣੀ ਆ, ਸਾਰਾ ਕੁਛ ਹੀ, ਕਰਾਟੇ ਵਗੈਰਾ ਸਿਖਾਉਂਦੇ ਨੇ। FBI ਹਾਈ ਸਕੂਲ 905 791 4600 ਤੇ FBI ਹਾਈ ਸਕੂਲ 905 791 4600 ਤੇ ਨਾਲ ਹੀ ਤੁਸੀਂ ਟੋਰਾਂਟੋ ਤੋਂ ਮੌਂਟਰੀਅਲ ਤੋਂ ਟੋਰਾਂਟੋ ਜਾਣਾ ਚਾਹੁੰਦੇ 514 560 6613। ਜੀ ਢਿੱਲੋਂ ਸਾਹਿਬ ਕੀ ਕਹਿਣਾ ਚਾਹੋਗੇ? ਬਿਲਕੁਲ ਮੈਂ ਵੀਰ ਜੀ ਨਾਲ ਸਹਿਮਤ ਹਾਂ ਕਿ ਤੁਹਾਡੀ ਮਰਜ਼ੀ ਹੈ, ਕੋਈ ਵੋਟ ਪਾਵੇ ਨਾ ਪਾਵੇ, ਕਿ ਉਹ ਆਪਣੀ ਮਰਜ਼ੀ ਹੈ, ਉਹਨੇ ਪਾਉਣਾ। ਉਹਨਾਂ ਦੇ ਇਸ ਤੇ ਪਾਉਣਾ ਕਿ ਨਹੀਂ ਪਾਉਣਾ ਸਵਾਲੀਆ ਨਿਸ਼ਾਨ ਖੜਾ ਕਿਉਂ ਹੁੰਦਾ ਜੀ? ਮੈਂ ਇਹਨਾਂ ਦੀ ਇਸ ਗੱਲ ਦੀ ਪੁਸ਼ਟੀ ਕਰਦਾ। ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲਣ ਤੋਂ ਪਹਿਲਾਂ ਜੀ ਇਹ ਖਦਸ਼ਾ ਪ੍ਰਗਟ ਕੀਤਾ ਗਿਆ ਸੀ ਭਾਰਤੀ ਖੁਫੀਆ ਏਜੰਸੀਆਂ ਵੱਲੋਂ ਕਿ ਜੀ ਇੱਥੇ ਪਾਕਿਸਤਾਨ ਜਿਹੜਾ ਹੈਗਾ ਖਾਲਿਸਤਾਨ ਦੀ ਮੂਵਮੈਂਟ ਨੂੰ ਪ੍ਰਮੋਟ ਕਰੂਗਾ ਜੀ। ਪਿੱਛੇ ਪੰਜਾਬ ਦੇ DGP ਦਾ ਇਹ ਬਿਆਨ ਆ ਗਿਆ ਸੀ ਕਿ 6 ਘੰਟਿਆਂ 'ਚ ਬੰਦਾ ਅੱਤਵਾਦੀ ਬਣ ਕੇ ਆ ਸਕਦਾ ਉੱਥੋਂ। ਇਹ ਉਹਦੀ ਪੁਸ਼ਟੀ ਹੁੰਦੀ ਹੈ ਕਿ ਸਟੇਟ ਚਾਹੁੰਦੀ ਕੀ ਹੈ। ਲੇਕਿਨ ਕਰਤਾਰਪੁਰ ਸਾਹਿਬ 'ਚ ਬਹੁਤ ਸਾਰੇ ਲੋਕ ਜਾਂਦੇ ਹੈ, ਉਹਨਾਂ ਦੇ ਵਿੱਚੋਂ ਕਈਆਂ ਨੂੰ ਥਾਣੇ ਵੀ ਬੁਲਾਇਆ ਗਿਆ, ਕਹਿੰਦੇ ਜੀ ਤਾਂ IB ਵਾਲਿਆਂ ਨੇ ਕਿਹਾ ਸੀ। ਲੇਕਿਨ ਇੰਨੇ ਕੁ ਲੋਕ ਖਾਲਿਸਤਾਨੀ ਬਣ ਕੇ ਆਏ ਹੈ। ਭਾਈ ਜਿਹੜੇ ਹਰਪ੍ਰੀਤ ਸਿੰਘ ਅਕਾਲ ਤਖਤ ਸਾਹਿਬ ਦੇ ਜਥੇਦਾਰ, ਉਹਨਾਂ ਨੇ ਸਵਾਲ ਖੜਾ ਕੀਤਾ ਸੀ ਕਿ ਮੈਂ ਵੀ ਉੱਥੇ ਜਾ ਕੇ ਆਇਆ, ਫਿਰ ਕੀ ਮੈਂ ਖਾਲਿਸਤਾਨੀ ਬਣ ਗਿਆ? ਜੇ ਮੈਂ ਖਾਲਿਸਤਾਨੀ ਬਣ ਗਿਆ ਮੇਰੇ ਖਿਲਾਫ ਕਾਰਵਾਈ ਕਰ ਲਓ। ਇੱਕ ਪਾਸੇ ਸੁਪਰੀਮ ਕੋਰਟ ਇਹ ਗੱਲ ਕਹਿੰਦੀ ਹੈ ਕਿ ਖਾਲਿਸਤਾਨ ਕਹਿਣਾ, ਖਾਲਿਸਤਾਨ ਦਾ ਨਾਅਰਾ ਲਾਉਣਾ, ਖਾਲਿਸਤਾਨ ਦੀ ਮੰਗ ਕਰਨੀ, ਇਹ ਗੈਰ ਕਾਨੂੰਨੀ ਨਹੀਂ। ਗੈਰ ਕਾਨੂੰਨੀ ਤਾਂ ਜਿਵੇਂ ਆਪਾਂ ਪਹਿਲਾਂ ਵੀ ਕਹਿ ਕੇ ਗੈਰ ਕਾਨੂੰਨੀ ਦੀ ਤੁਸੀਂ ਵਾਇਲੈਂਸ ਕਰਦੇ ਉਹ ਹੈ। ਵਾਇਲੈਂਸ ਤਾਂ ਹੁਣ ਕਰਨ ਦੀ ਕੋਈ ਗੱਲ ਨਹੀਂ। ਹੁਣ ਤਾਂ ਸਿਮਰਜੀਤ ਸਿੰਘ ਮਾਨ ਵੀ ਕਹਿੰਦਾ ਕਿ ਅਸੀਂ ਵਾਇਲੈਂਸ ਨਹੀਂ ਕਰਨੀ, ਅਸੀਂ ਪੁਰਅਮਨ ਤਰੀਕੇ ਦੇ ਨਾਲ ਲੈਣਾ ਤੇ ਫਿਰ ਇਹਦੇ ਚ ਕਿੰਤੂ ਪਰੰਤੂ ਕਿਉਂ ਤੁਸੀਂ ਕਿਸੇ ਨੂੰ ਬੁਰਾ ਨਾ ਬੋਲੋ ਜੀ। ਬਿਲਕੁਲ ਜੀ, ਆਪਾਂ ਕਾਲ ਲੈਨੇ ਆ ਜੀ। ਹਾਂਜੀ ਵੀਰ ਜੀ 6351 ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ, ਢਿੱਲੋਂ ਸਾਹਿਬ ਨੂੰ ਵੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਮੈਂ ਕਹਿਣਾ ਸੀਗਾ ਜੀ, ਇਹ ਕਾਲਰ ਜਿੱਦਾਂ ਆ ਕੇ ਕਹਿੰਦੇ ਹੈਗੇ ਆ ਨਾ ਜੀ ਵੀ ਇਸ ਤਰ੍ਹਾਂ ਗਾਂਧੀ ਦਾ ਬਿਆਨ ਏਦਾਂ, ਗਾਂਧੀ ਦਾ ਬਿਆਨ ਏਦਾਂ, ਇਹ ਦੇਖੋ ਇਹ ਬੰਦੇ ਨਾ ਲੌਜਿਕ ਨਹੀਂ ਸਮਝਦੇ ਹੈਗੇ। ਜੋ ਪੰਜਾਬ ਦਾ ਹੁਣ ਬੁਰਾ ਹਾਲ ਹੋਇਆ ਪਿਆ ਹੈਗਾ ਜੀ, ਉਹਦੇ ਵਿੱਚ ਜਦੋਂ ਸਰਿੰਜਾਂ ਅੰਦਰ ਹੀ ਰਹਿ ਜਾਂਦੀਆਂ ਨੇ, ਉਹਦਾ ਕੀ ਫਾਇਦਾ? ਬੰਦਾ ਮਰ ਜਾਂਦਾ। ਸ਼ਾਮਕ ਹੈ ਜਿਵੇਂ ਜੇ ਫੀਮ ਦੀ ਹੋਊਗੀ ਜੀ ਮਾੜੀ ਮੋਟੀ, ਉਹਦੇ ਨਾਲ ਇਹ ਤਾਂ ਹੋਊਗਾ ਵੀ ਬੰਦਾ ਚਲੋ ਨਸ਼ੇ 'ਚ ਤੁਰਿਆ ਫਿਰਦਾ ਤਾਂ ਰਹੂਗਾ, ਉਹਦਾ ਕੋਈ ਇੰਨਾ ਖਤਰਨਾਕ ਕੰਮ ਤਾਂ ਨਹੀਂ ਹੈਗਾ ਜੀ। ਇਹ ਬੰਦੇ ਨਾ ਬਗੈਰ ਲੌਜਿਕ ਤੋਂ ਆ ਕੇ ਗੱਲਾਂ ਕਰਦੇ ਹੈਗੇ ਨੇ। ਸਿਰਫ ਇਹਨਾਂ ਨੂੰ ਇਹੀ ਆ ਵੀ ਆਹ ਸਟੇਟਮੈਂਟ ਦਿੰਦਾ ਜੀ ਗਾਂਧੀ, ਆਹ ਸਟੇਟਮੈਂਟ ਦਿੰਦਾ ਹੈਗਾ ਵੀ ਉਹ ਭਲੇ ਲਈ ਕਹਿ ਰਿਹਾ ਹੈਗਾ ਵੀ ਉਦਾਂ ਤੁਸੀਂ ਕਿਹੜਾ ਸਿੰਥੈਟਿਕ ਇਹ ਬੰਦ ਕਰ ਦੇਣੀ ਹੈਗੀ ਆ, ਸਰਿੰਜਾਂ ਲੱਗਣੀਆਂ ਹੈਗੀਆਂ, ਉਹਦੇ ਨਾਲ ਤਾਂ ਬੰਦੇ ਮਰਨੇ ਹੀ ਹੈਗੇ ਨੇ ਜੀ। ਸੋ ਇਹ ਵੀ ਇਹਨਾਂ ਨੂੰ ਲੌਜਿਕ ਦੇਖਣਾ ਚਾਹੀਦਾ। ਬਾਕੀ ਸਿੱਧੂ ਬਾਰੇ ਦੱਸਿਓ ਜੀ, ਕਿੱਦਾਂ ਅੱਜ ਕੱਲ੍ਹ ਬਹੁਤ ਕੁਆਇਟ ਆ ਜੀ, ਬੋਲ ਨਹੀਂ ਰਿਹਾ ਹੈਗਾ ਬਿਲਕੁਲ ਹੀ। ਤੇ ਉਹ ਨਿਰਭਇਆ ਕਾਂਡ ਹੈ ਜਿਹੜਾ ਜੀ, ਉਹਦੇ ਫਾਂਸੀ ਦੇ ਉਹਦੇ 'ਚ ਬੰਦਿਆਂ ਦਾ ਕੀ ਹੋਇਆ ਜੀ? ਉਹ ਕਹਿੰਦੇ ਮੀਡੀਆ ਨੇ ਮੁਲਾਕਾਤ ਕਰਨੀਆਂ ਕੀਤੀ ਹੈ ਕਿ ਨਹੀਂ ਕੀਤੀ? ਮੈਂ ਆਫ ਦੀ ਏਅਰ ਸੁਣ ਲੈਣਾ ਹੈਗਾ ਜੀ। ਧੰਨਵਾਦ ਵੀਰ ਜੀ, ਵਾਕਿਆ ਗੱਲ ਸਹੀ ਹੈ ਜੀ। ਡਾਕਟਰ ਧਰਮਵੀਰ ਗਾਂਧੀ ਦੀ ਆਪਾਂ ਟਰਾਈ ਕਰਾਂਗੇ ਜੀ, ਉਹਨਾਂ ਨੂੰ ਮੰਡੇ 9:30 ਵਜੇ ਲਿਆਂਦਾ ਜਾਵੇ, ਉਹਨਾਂ ਨਾਲ ਗੱਲਬਾਤ ਕਰਾਂਗੇ। ਜੇ ਉਹਨਾਂ ਦੇ ਕੋਲ ਸਮਾਂ ਹੋਇਆ ਇੱਕ ਨਾ ਇੱਕ ਲੀਡਰ ਜ਼ਰੂਰ ਆਊਗਾ, ਜਾਂ ਧਰਮਵੀਰ ਗਾਂਧੀ ਜਾਂ ਸੁੱਚਾ ਸਿੰਘ ਛੋਟੇਪੁਰ ਤੇ ਜਾਂ ਵਿਰਸਾ ਸਿੰਘ ਵਲਟੋਆ। ਗੱਲਬਾਤ ਚੱਲ ਰਹੀ ਹੈ ਜੀ, ਤੇ ਟਰਾਈ ਕਰਾਂਗੇ ਧਰਮਵੀਰ ਗਾਂਧੀ ਨੂੰ ਲਿਆ ਕੇ ਵੀ ਉਹਨਾਂ ਦੇ ਕੋਲ ਸਵਾਲ ਕੀਤੇ ਜਾਣ। PTN 24 9:30 ਵਜੇ ਹੁਣ 1690 AM ਤੇ ਸਟਾਰਟ ਹੋ ਜਾਂਦਾ ਜੀ। ਜਿੰਨੇ ਵੀ ਪ੍ਰੋਗਰਾਮ ਆ ਤੁਸੀਂ 9:30 ਵਜੇ ਟੋਰਾਂਟੋ ਟਾਈਮ ਤੇ ਵੈਨਕੂਵਰ ਟਾਈਮ ਜਿਹੜਾ ਉਹ 6:30 ਵਜੇ ਸਵੇਰੇ
ट्यून ऑन कर लिया करो, क्योंकि प्रोग्राम ਜਿਹੜੇ ਹੁਣ ਟੋਰਾਂਟੋ ਸਮੇਂ ਅਨੁਸਾਰ 9:30 ਵਜੇ ਤੋਂ ਲੈ ਕੇ 11 ਵਜੇ ਤੱਕ PTN 24, 11 ਤੋਂ 12 ਵਜੇ ਤੱਕ ਭੱਟੀ ਸਾਹਿਬ ਤੇ 12 ਤੋਂ 2 ਵਜੇ ਤੱਕ ਅਮਰ ਸਿੰਘ ਪੱਡਾ ਪ੍ਰੋਗਰਾਮ ਤਹਿਲਕਾ ਲੈ ਕੇ ਆਉਂਦੇ ਨੇ। ਇਹ ਪ੍ਰੋਗਰਾਮ ਜਿਹੜਾ 9:30 ਵਜੇ ਤੋਂ ਲੈ ਕੇ 2 ਵਜੇ ਤੱਕ ਨਿਰੰਤਰ ਚੱਲਦਾ ਰਹਿੰਦਾ ਜੀ 1690 ਤੇ। ਤੁਸੀਂ ਗੱਲਬਾਤ ਕਰ ਸਕਦੇ ਜੀ। ਢਿੱਲੋਂ ਸਾਹਿਬ ਕੀ ਕਹਿਣਾ ਚਾਹੋਗੇ? ਬਿਲਕੁਲ ਮੈਂ ਵੀਰ ਜੀ ਨਾਲ ਸਹਿਮਤ ਹਾਂ। ਜਿਹੜੀ ਗਾਂਧੀ ਹੋਰੀ ਗੱਲ ਕਹਿੰਦੇ ਹੈ ਕਿ ਨਸ਼ਾ ਪੰਜਾਬ 'ਚ ਖਤਮ ਹੋ ਗਿਆ। ਪੰਜਾਬ ਦੇ ਵਿੱਚ ਮੇਰਾ ਖਿਆਲ ਹੈ ਵੀ 60ਵਿਆਂ ਦੇ ਵਿੱਚ 55 ਤੋਂ ਲੈ ਕੇ 60 ਦੇ ਦਰਮਿਆਨ ਉਦੋਂ ਨਸ਼ਾਬੰਦੀ ਕੀਤੀ ਸੀ। ਅਫੀਮ ਦੇ ਠੇਕੇ ਹੁੰਦੇ ਸੀ, ਉਹ ਬੰਦ ਕਰਤੇ ਸੀ ਕਿ ਲੋਕ ਨਸ਼ਾ ਖਾਣੋਂ ਹਟ ਗਏ। ਆ ਪਿੱਛੇ ਜੇ ਤੁਸੀਂ ਦੇਖੋ ਕਿ 1000 ਕਰੋੜ ਰੁਪਏ ਦੀ ਹੈਰੋਇਨ ਦਾ ਕਾਰੋਬਾਰ ਜਿਹੜਾ ਕੱਲਾ ਅੰਮ੍ਰਿਤਸਰ ਚੋਂ ਫੜਿਆ ਗਿਆ ਜੀ। ਪੈਸਾ ਲੋਕਾਂ ਤੋਂ ਵਸੂਲਿਆ ਜਾਂਦਾ, ਲੋਕ ਖਾਂਦੇ ਆ, ਪੈਸਾ ਦਿੰਦੇ ਆ, ਤੇ ਪੈਸਾ ਜਾਂਦਾ ਕਿੱਥੇ ਹੈ? ਸਮਗਲਰਾਂ ਦੀ ਜੇਬ ਦੇ ਵਿੱਚ ਤੇ ਲੀਡਰਾਂ ਦੀ ਜੇਬ 'ਚ। ਜੇ ਰਵਾਇਤੀ ਨਸ਼ੇ ਖੁੱਲੇ ਹੋਣ, ਜਿਹੜੀ ਉਹਦੇ ਤੋਂ ਰੈਵਨਿਊ ਆਉਣਾ, ਰੈਵਨਿਊ ਘੱਟੋ ਘੱਟ ਸਰਕਾਰੀ ਖਜ਼ਾਨੇ ਦਿੱਤਾ ਜਾਵੇ। ਬਿਲਕੁਲ ਸਰਕਾਰੀ ਖਜ਼ਾਨੇ ਜਾ ਸਕਦਾ। ਇਸ ਕਰਕੇ ਧਰਮਵੀਰ ਗਾਂਧੀ ਨੂੰ ਸਮਝਣ ਦਾ ਯਤਨ ਕਰਨਾ ਚਾਹੀਦਾ ਕਿ ਉਹ ਕਹਿਣਾ ਕੀ ਚਾਹੁੰਦਾ ਹੈ ਜੀ। ਉਹ ਪੰਜਾਬ ਬਾਰੇ ਚਿੰਤਤ ਹੈ। ਬੰਦਾ ਹਾਰਟ ਦਾ ਡਾਕਟਰ ਹੈਗਾ, ਔਰ ਉਹ ਹਾਰਟ ਦੇ ਡਾਕਟਰ ਜਿਵੇਂ ਲੋਕਾਂ ਨੂੰ ਵੜਦੇ ਇਸ ਤਰ੍ਹਾਂ ਵੜਦੇ ਨਹੀਂ। ਜੇ ਕਿਸੇ ਕੋਲ ਪੈਸੇ ਹੈਗੇ ਹੈ ਬਾਪੜੀ, ਜੇ ਪੈਸੇ ਨਹੀਂ ਹੈਗੇ ਤੇ ਅਗਲੇ ਨੂੰ ਕਹਿੰਦਾ ਜਾਂਦਾ ਰਹੇ। ਤੇ ਕਈ ਲੋੜਵੰਦਾਂ ਨੂੰ ਤਾਂ ਦਵਾਈ ਵੀ ਆਪਦੇ ਕੋਲੋਂ ਦਿੰਦਾ। ਖੈਰ ਇਹੋ ਜਿਹੇ ਬੰਦੇ ਵਾਸਤੇ ਉਹਦੀ ਜਿਹੜੀ ਸੋਚ ਹੈ, ਉਹਦੀ ਸੋਚ ਨੂੰ ਅਸੀਂ ਡੂੰਘਾਈ ਦੇ ਨਾਲ ਸੋਚੀਏ ਕਿ ਉਹ ਬੰਦਾ ਕੀ ਕਹਿਣਾ ਚਾਹੁੰਦਾ ਹੈ। ਉਹਦਾ ਕਹਿਣ ਤੋਂ ਭਾਵ ਇਹ ਹੈ ਕਿ ਨਸ਼ਾ ਖਤਮ ਨਹੀਂ ਹੋ ਸਕਦਾ। ਨਸ਼ਾ ਤਾਂ ਅਮਰੀਕਾ ਵਰਗੇ ਦੇਸ਼ਾਂ ਦੇ ਵਿੱਚ ਵੀ ਨਹੀਂ ਖਤਮ ਹੋਇਆ, ਉੱਥੇ ਵੀ ਕਿੰਨੇ ਵੱਡੇ ਪੱਧਰ ਦੇ ਉੱਤੇ ਹੋ ਰਿਹਾ ਹੈ। ਇਹ ਕਦੇ ਵੀ ਖਤਮ ਨਹੀਂ ਹੋ ਸਕਦਾ, ਲੇਕਿਨ ਜਿਹੜਾ ਘਾਤਕ ਨਸ਼ਾ ਉਹ ਤੋਂ ਲੋਕਾਂ ਨੂੰ ਛੁਟਕਾਰਾ ਦਵਾਇਆ ਜਾਵੇ ਜੀ। ਹਾਂ ਬਿਲਕੁਲ ਜੀ। ਆਪਾਂ ਕਾਲ ਲੈ ਲਈਏ। ਤੁਸੀਂ ਹੁਣ ਕਾਲ ਕਰ ਸਕਦੇ ਜੀ ਰਾਈਟ ਵੇ ਤੇ ਵੀਰਾਂ ਨੇ ਲੈਣਾ ਡ੍ਰੌਪ ਕਰਤੀਆਂ, ਕਿਉਂਕਿ ਥੋੜਾ ਜਿਹਾ ਵੇਟ ਕਰ ਲਿਆ ਕਰੋ, ਇੰਤਜ਼ਾਰ ਪਲੀਜ਼। ਹਾਂ ਜੀ 9200 ਜੀ, ਸਵਾਗਤ ਹੈ ਵੀਰ ਜੀ ਤੁਹਾਡਾ। ਹਾਂਜੀ ਭਾਈ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਜੇ ਆਪਾਂ ਦੇਖਦੇ ਹਾਂ ਕਰੋਨਾ ਵਾਇਰਸ ਜਿਵੇਂ ਹੁਣ ਗਾਂਹ ਤੋਂ ਵਧੀ ਜਾਂਦਾ, ਪਿਛਲੇ 2-3 ਦਿਨ ਤੋਂ ਆਪਾਂ ਦੇਖਿਆ ਵੀ ਕੰਮ ਜ਼ਿਆਦਾ ਹੀ ਖਰਾਬ ਹੋ ਗਿਆ ਹੈ। ਬਾਰਡਰ ਵੀ ਸ਼ਟਡਾਊਨ ਹੋ ਰਹੇ ਆ, ਫਲਾਈਟਾਂ ਸ਼ਟਡਾਊਨ ਹੋ ਰਹੀਆਂ। ਇੱਥੇ ਤੱਕ ਟਰੂਡੋ ਨੇ ਹੁਣ ਇਹ ਵੀ ਐਲਾਨ ਕਰਤਾ ਕਿ ਉਹ ਸੋਚ ਰਿਹਾ ਵੀ US ਦਾ ਬਾਰਡਰ ਹੀ ਬੰਦ ਕਰ ਦੇ। ਹੁਣ ਆਪਾਂ ਨੂੰ ਇਹਨਾਂ ਪਤਾ ਵੀ ਜੇ USA ਨਾਲ ਸਾਡੀ ਕਿੰਨੀ ਸਾਂਝ ਹੈ ਨਾ। ਜੇ US ਦਾ ਬਾਰਡਰ ਬੰਦ ਕਰਨ ਬਾਰੇ ਸੋਚ ਰਹੇ ਤੇ ਇਹਦਾ ਮਤਲਬ ਕੰਮ ਜ਼ਿਆਦਾ ਖਰਾਬ ਹੋ ਚੁੱਕਾ ਹੈ ਨਾ। ਬਿਲਕੁਲ। ਹੁਣ ਮੈਂ ਇਹ ਸਵਾਲ ਕਰਦਾ ਵੀ ਇੱਥੇ ਹੁਣ ਆਪਣੀ ਸਟੇਸ਼ਨ ਤੇ ਕਈ ਹੋਸਟ ਆ ਕੇ ਭਾਜੀ ਰੌਲਾ ਪਾ ਰਹੇ ਵੀ ਇਹ ਤਾਂ ਸਿਰਫ 10-15 ਦਿਨ ਦੀ ਖੇਡ ਆ, ਇਹ ਚੱਲ ਜਾਣੀ ਆ, ਫਿਕਰ ਨਾ ਕਰੋ, ਉਹ ਨਾ ਕਰੋ। ਤੇ ਸਟੋਰਾਂ ਦੇ ਵਿੱਚ ਸਮਾਨ ਮੁੱਕੀ ਜਾਂਦਾ, ਲੋਕੀ ਲਾਈਨਾਂ ਲਾ ਕੇ ਘਬਰਾਈ ਜਾਂਦੇ ਆ। ਕੀ ਉਹ ਹੋਸਟਾਂ ਦਾ ਕਹਿਣਾ ਜਾਇਜ਼ ਆ ਵੀ 10-15 ਦਿਨ ਮੁੱਕ ਜਾਣਾ, ਉਹਦੀ ਆਪਣੇ ਤੀਰ ਤੁੱਕੇ ਮਾਰੀ ਜਾਂਦੇ? ਭਾਜੀ ਦੱਸੋ ਮਾੜਾ ਜਿਹਾ। ਧੰਨਵਾਦ। ਹਾਂ ਧੰਨਵਾਦ ਵੀਰ ਜੀ। ਕਿਉਂਕਿ ਜਿਹੜੇ ਹੋਸਟ ਆ ਭਾਜੀ ਹਮੇਸ਼ਾ ਹੀ ਬੰਦਾ ਚਾਹੁੰਦਾ ਜੀ ਕਿਸੇ ਨੂੰ ਹੌਸਲਾ ਦੇਣਾ। ਜੇ ਡਾਕਟਰ ਦੇ ਕੋਲ ਕੋਈ ਮਰੀਜ਼ ਦਵਾਈ ਲੈਣ ਜਾਂਦਾ ਤੇ ਡਾਕਟਰ ਨੂੰ ਪਤਾ ਵੀ ਹੋਵੇ ਬੰਦੇ ਨੇ ਨਹੀਂ ਬਚਣਾ, ਪਰ ਡਾਕਟਰ ਕਹੂਗਾ ਕੋਈ ਗੱਲ ਨਹੀਂ, ਟੈਨਸ਼ਨ ਨਾ ਲੈ, ਤੂੰ ਠੀਕ ਹੋ ਜਾਣਾ। ਸਾਡਾ ਫਰਜ਼ ਹੈ ਜੀ, ਅਸੀਂ ਇਸ ਮੀਡੀਆ ਇਸ ਪਲੇਟਫਾਰਮ ਤੇ ਬੈਠੇ ਹਾਂ, ਅਸੀਂ ਚਾਹੁੰਦੇ ਹੌਸਲਾ ਦੇਣਾ ਵੀ ਬੰਦਿਆਂ ਨੂੰ ਕੋਈ ਗੱਲ ਨਹੀਂ, ਆਪਣੀ ਮਾਨਸਿਕਤਾ ਦਾ ਜਿਹੜਾ ਪੱਧਰ ਆ ਉੱਚਾ ਰੱਖੋ, ਆਪਣੇ ਆਪ ਨੂੰ ਇੰਨਾ ਸਟਰੋਂਗ ਕਰ ਲਓ ਵੀ ਜਿਹੜਾ ਕੈਂਸਰ ਦੇ ਨਾਲ ਵੀ ਲੋਕ ਲੜ ਜਾਂਦੇ ਆ। ਇਸ ਕਰਕੇ ਅਸੀਂ ਚੰਗਾ ਸੁਝਾਅ ਦਿੰਦੇ ਹੁੰਦੇ ਹਾਂ ਜੀ ਵੀ ਕੋਈ ਗੱਲ ਨਹੀਂ, ਸਾਰਾ ਕੁਝ ਠੀਕ ਹੋ ਜਾਣਾ। ਪਰ ਜਿਹੜਾ ਜੋ ਹੈ ਤਾਂ ਸਾਰਿਆਂ ਦੇ ਸਾਹਮਣੇ ਆ। ਕੋਰੋਨਾ ਵਾਇਰਸ ਨੇ ਪੂਰੀ ਦੁਨੀਆ ਨੂੰ ਝੰਜੋੜ ਕੇ ਰੱਖ ਦਿੱਤਾ। ਢਿੱਲੋਂ ਸਾਹਿਬ ਆਪਾਂ ਕਾਲ ਲੈ ਲਈਏ, ਇਕੱਠਾ ਜਵਾਬ ਦਿਓ ਜੀ। ਹਾਂਜੀ ਵੀਰ ਜੀ ਸਵਾਗਤ ਹੈ ਜੀ ਤੁਹਾਡਾ 8782। ਵੀਰੇ ਸਤਿ ਸ੍ਰੀ ਅਕਾਲ ਤੁਹਾਨੂੰ। ਵੀਰੇ ਜਿਹੜੀ ਇਹ ਫੀਮ ਦਾ ਲਾਇਸੈਂਸ ਹੁੰਦਾ ਸੀ ਅੱਜ ਤੋਂ 35-36 ਸਾਲ ਪਹਿਲਾਂ, ਮੈਂ 9 ਸਾਲ ਦਾ ਹੋਊਗਾ, 10 ਸਾਲ ਦਾ, ਮੈਂ ਬਿਮਾਰ ਹੋ ਗਿਆ ਸੀ। ਮੇਰੇ ਪਿਓ ਨੇ ਇੱਕ ਕਾਦੀ ਸਰਪੰਚ ਤੋਂ ਲਿਆ ਕੇ ਦਿੱਤੀ ਸੀ, ਉਹਦੇ ਵਿੱਚ ਸਟਿੱਕਰ ਹੀ ਨਹੀਂ ਸੀ ਹੁੰਦੀ, ਉਹਨਾਂ ਨੂੰ ਕੋਟੇ ਚੋਂ ਮਿਲਦੀ ਹੁੰਦੀ ਸੀਗੀ। ਇਹ ਉਦੋਂ ਦੇ ਲਾਇਸੈਂਸ ਜਿਹੜੇ ਤਾਂ ਮਰ ਗਏ ਸਰਪੰਚ ਠੀਕ ਆ, ਉਸ ਤੋਂ ਬਾਅਦ ਉਹਨਾਂ ਦੇ ਕੈਂਸਲ ਹੋ ਗਏ, ਪਰ ਉਸ ਤੋਂ ਬਾਅਦ ਲੋੜ ਹੀ ਨਹੀਂ ਪਈ। ਬਾਦਲਾਂ ਨੇ ਇੰਨੀ ਫ੍ਰੀ ਕਰਦੀ ਹੋਈ ਮੁਫਤੀ ਚੱਕੀ ਆ, ਇਹ ਥੋੜੀ ਵੇਚੀ ਆ। ਤੀਰਥ ਮਾਲੇ ਨੇ ਟਰੱਕਾਂ ਦੇ ਟਰੱਕ ਵੇਚਤੇ ਰਾਈਟ। ਤੇ ਰਹੀ ਗੱਲ 10 ਸਾਲ ਦੇ ਕਹਿੰਦੇ ਹੁੰਦੇ ਜਿਹੜੇ ਸ਼ਹੀਦ ਹੋਇਆ ਉਹਨਾਂ ਦੇ ਪੁੱਤ ਵੀ ਫੀਮ ਖਾਂਦੇ ਆ। ਅਮਰਧਾਰੀ ਬੰਦੇ ਖੁਦ ਮੈਂ ਆਪਣੀਆਂ ਅੱਖਾਂ ਮੈਂ ਲੈ ਕੇ ਵੀ ਆਇਆ ਉਦੋਂ 15-20 ਸਾਲ ਪਹਿਲਾਂ, ਜੇ ਕਿਰਪਾਨਾਂ ਪਾਈਆਂ ਵੀ ਉਹ ਵੀ ਫੀਮ ਖਾਂਦੇ ਆ। ਫੀਮ ਨੂੰ ਨਸ਼ਾ ਨਹੀਂ ਮੰਨਦੇ ਬਈ। ਤੇ ਦੋਨੋਂ ਬਾਕੀ ਇਹ ਗੱਲ ਪੁੱਛ ਕੇ ਦੀ ਚਲੋ। ਹਾਂ ਬਿਲਕੁਲ ਜੀ ਬਿਲਕੁਲ। ਢਿੱਲੋਂ ਸਾਹਿਬ ਹੋਲਡ ਰੱਖਿਆ, ਆਪਾਂ ਇੱਕ ਕਾਲ ਹੋਰ ਲੈ ਲਈਏ, ਇਕੱਠਾ ਜਵਾਬ ਦੇ ਦਿਓ। ਜੀ ਵੀਰ ਜੀ ਸਵਾਗਤ ਹੈ ਤੁਹਾਡਾ ਜੀ 6738 ਜੀ। ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਵੀਰ ਨਸ਼ੇ ਦੀ ਗੱਲ ਚੱਲੀ ਹੈ। ਜਿਹੜਾ ਪੁਰਾਣੇ ਸਮੇਂ ਨੂੰ ਤੇ ਹੋਣ ਵਾਲੇ ਸਮੇਂ ਨੂੰ ਕੰਪੇਅਰ ਕਰਨਾ ਹੈ ਬਿਲਕੁਲ ਗਲਤ ਗੱਲ ਹੈ। ਮੇਰੀ 62 ਸਾਲ ਦੀ ਉਮਰ ਹੋ ਗਈ ਹੈ। ਮੈਂ ਆਪਣੇ ਦਾਦਾ ਜੀ ਉਹਨਾਂ ਨੂੰ ਦੇਖਿਆ ਫੀਮ ਖਾਂਦੇ। ਉਹਨਾਂ ਨੂੰ ਮੈਂ ਪੁੱਛਿਆ ਸਵਾਲ ਇਹ, ਮੈਂ ਕਿਹਾ ਤੁਸੀਂ ਕਿਉਂ ਖਾਂਦੇ ਆ? ਕਹਿੰਦੇ ਅਸੀਂ ਉਦੋਂ ਫਿਜ਼ੀਕਲ ਵਰਕ ਜਿਹੜਾ ਸੀ, ਢਿੱਲੋਂ ਸਾਹਿਬ ਨੂੰ ਵੀ ਪਤਾ, ਉਦੋਂ ਕੰਮ ਬਹੁਤ ਜ਼ਿਆਦਾ ਹੁੰਦਾ ਸੀ। ਹਾਲਾਂ ਨਾਲ ਜ਼ਮੀਨਾਂ ਵਾਹੁਣੀਆਂ, ਹੱਥੀਂ ਕੰਮ, ਫਲਿਆਂ ਨਾਲ ਜ਼ਮੀਨਾਂ, ਫਲਿਆਂ ਨਾਲ ਲਾਗੇ ਨੂੰ ਗਾਉਣਾ, ਜੇ ਹਵਾ ਆਈ ਦਾ ਡਾਉਣਾ, ਕੰਮ ਬਹੁਤ ਜ਼ਿਆਦਾ ਸੀ। ਉਹ ਕਹਿੰਦੇ ਤਕੜੇ ਬਹੁਤ ਸੀਗੇ, ਖੁਰਾਕਾਂ ਬਹੁਤ ਸੀ।
ਹੁਣ ਵੀਰ ਜੀ ਇੱਕ ਤਾਂ ਹੁੰਦਾ ਪ੍ਰੈਕਟੀਕਲ, ਇੱਕ ਹੁੰਦਾ ਗੱਲਾਂ 에ਅਰ ਤੇ ਆ ਕੇ ਕਰਨੀਆਂ। ਮੈਂ ਖੁਦ ਪ੍ਰੈਕਟੀਕਲ ਕਰ ਰਿਹਾ, ਮੇਰੇ ਘਰੇ ਰਿਸ਼ਤੇਦਾਰ ਰੱਖੇ ਹੋਏ ਆ, 7 ਪਸ਼ੂ ਰੱਖ ਕੇ ਦਿੱਤੇ ਹੋਏ ਆ, ਦਾਣਾ ਮੈਂ ਪਾਉਣਾ, ਜ਼ਮੀਨ ਮਗਰ ਕਿੱਲਾ ਘਰ ਦੇ ਮਗਰ ਉਹਨਾਂ ਨੂੰ ਸਾਰਾ ਬੀਜ ਕੇ ਦਿੱਤਾ ਵਾ, ਬਿਜਲੀ ਦਾ ਬਿੱਲ ਮੇਰਾ ਹੈ, ਟੋਟਲ ਖਰਚਾ ਮੇਰਾ ਹੈ, ਪੱਠੇ ਪਾਉਣ ਨੂੰ ਉਹਨਾਂ ਨੂੰ ਲੇਡੀਜ਼ ਰੱਖ ਕੇ ਦਿੱਤੀਆਂ। ਵੀਰ ਜੀ ਡੱਕਾ ਨਹੀਂ ਤੋੜਦੇ ਉਹ। ਹੁਣ ਦੀ ਜਿਹੜੀ ਜਨਰੇਸ਼ਨ ਹੈ ਬਿਲਕੁਲ ਹੱਥ ਨਹੀਂ ਉਹਦੀ, ਰਾਤ ਨੂੰ ਉਲੂਆਂ ਨੂੰ ਇਹ ਜਾਗਦੇ ਆ, ਦਿਨ ਨੂੰ ਇਹ ਸੌਂਦੇ ਆ, ਕੰਮ ਨਹੀਂ ਕਰਦਾ ਕੋਈ ਵੀ। ਉਹ ਬੰਦੇ ਉਸ ਟਾਈਮ ਤੇ ਨਸ਼ਾ ਖਾਂਦੇ ਸੀ, ਉਹ ਕੰਮ ਲੈਂਦੇ ਸੀ ਫੀਮ ਤੋਂ। ਹੁਣ ਦੋਨੇ ਹੀ ਨਸ਼ੇ ਮਾੜੇ ਆ, ਮੈਂ ਤਾਂ ਇਹ ਕਹੂੰਗਾ, ਕਿਉਂਕਿ ਮੇਰੇ ਘਰ ਬੰਦੇ ਰੱਖੇ ਹੋਏ ਆ, ਤੁਸੀਂ ਬਲੀਵ ਨਹੀਂ ਕਰਨਾ ਕਿੰਨਾ ਖਰਚਾ ਮੈਂ ਕਰ ਰਿਹਾ ਉਹਨਾਂ ਬੰਦੇ ਤੇ ਬਿਲਕੁਲ ਹੱਥ ਨਹੀਂ ਲਾਉਂਦੇ ਜੀ। ਇਹ ਮੇਰਾ ਜਵਾਬ ਹੈ ਨਸ਼ਿਆਂ ਦੇ ਉੱਤੇ। ਧੰਨਵਾਦ ਵੀਰ ਜੀ। ਆਪਾਂ ਢਿੱਲੋਂ ਸਾਹਿਬ ਕੋਲੋਂ ਪੁੱਛਦੇ ਜੀ। ਢਿੱਲੋਂ ਸਾਹਿਬ ਸੰਖੇਪ ਚ ਰੱਖਿਓ ਜੀ, ਆਪਣੀਆਂ ਲਾਈਨਾਂ ਫਲੈਸ਼ ਕਰ ਰਹੀਆਂ ਉਹ ਵੀ ਲੈਣੀਆਂ ਜੀ। ਬਿਲਕੁਲ ਨਸ਼ੇ ਵਾਲੀ ਗੱਲ ਜਿਹੜੀ ਵੀਰ ਜੀ ਨੇ ਕੀਤੀ ਹੈ ਕਿ ਉਦੋਂ ਕੰਮ ਕਰਨ ਵਾਲੇ ਬੰਦੇ ਨਸ਼ਾ ਕਰਦੇ ਸੀਗੇ ਤੇ ਉਹਨਾਂ ਦੀ ਉਮਰ ਵੀ ਦੇਖੋ ਕਿੰਨੀ ਲੰਬੀ ਹੁੰਦੀ ਸੀ ਤੇ ਉਹਨਾਂ ਨੂੰ ਬਿਮਾਰੀ ਵੀ ਜਿਹੜੀ ਘਾਤਕ ਕਦੇ ਨਹੀਂ ਸੀ ਹੁੰਦੀ। ਹੁੰਦੀਆਂ ਸੀ ਬਿਮਾਰੀਆਂ ਪਰ ਉਸ ਲੈਵਲ ਦੀਆਂ ਨਹੀਂ। ਵੀਰ ਜੀ ਨੇ ਗੱਲ ਕੀਤੀ ਸੀ ਕੋਰੋਨਾ ਬਾਰੇ ਕਿ ਕੋਰੋਨਾ ਬਾਰੇ ਜਿਹੜੀ ਹੈਗੀ ਹੈ ਮਨੋਬਲ ਉੱਚਾ ਰੱਖਣਾ ਬਹੁਤ ਜ਼ਰੂਰੀ ਹੈ। ਤੁਸੀਂ ਠੀਕ ਜਵਾਬ ਦਾ ਪਹਿਲਾਂ ਦੇ ਚੁੱਕੇ ਹੋ। ਵੈਸੇ ਮੈਂ ਤਾਂ ਇੰਨੀ ਗੱਲ ਕਹੂੰਗਾ ਕਿ ਜੇ ਪੇਸ਼ੈਂਟ ਦੀ ਹਾਲਤ ਮਾੜੀ ਹੋਵੇ ਤੇ ਅਸੀਂ ਉਹਦਾ ਮਨੋਬਲ ਉੱਚਾ ਰੱਖੀਏ, ਉਹਨੂੰ ਹੌਸਲਾ ਦੇਈਏ, ਉਹ ਬੰਦਾ ਜਿਹੜਾ ਹੈਗਾ ਉਹਦਾ ਮੁਕਾਬਲਾ ਕਰ ਲੈਂਦਾ। ਕੈਂਸਰ ਦੀ ਬਿਮਾਰੀ ਦਾ ਮੁਕਾਬਲਾ ਤੁਹਾਡੇ ਕੈਨੇਡਾ 'ਚ ਹੀ ਹੁੰਦੇ ਸੀ। ਬਲਵੰਤ ਸਿੰਘ ਰਾਮੂਵਾਲੀਆ ਦੇ ਭਰਾ ਇਕਬਾਲ ਸਿੰਘ ਰਾਮੂਵਾਲੀਆ, ਉਹਨਾਂ ਨੂੰ ਕੈਂਸਰ ਹੋ ਗਿਆ ਸੀ ਤੇ ਉਹਨਾਂ ਨੂੰ ਜਿਹੜਾ ਹੈਗਾ ਮਨੋਬਲ ਜਿਹੜਾ ਘਰੋਂ ਮਿਲਿਆ ਸੀ, ਉਹਨਾਂ ਦੀ ਵਾਈਫ ਤੇ ਬੱਚੀਆਂ ਉਹਨਾਂ ਨੂੰ ਮਨੋਬਲ ਉਹਨਾਂ ਦਾ ਤਕੜਾ ਕਰਦੀਆਂ ਸੀ ਤੇ ਕਿੰਨਾ ਲੰਬਾ ਸਮਾਂ ਉਹ ਕੱਟ ਗਏ ਸੀ। ਇਸ ਕਰਕੇ ਮਨੋਬਲ ਉੱਚਾ ਰੱਖਣਾ ਬਹੁਤ ਜ਼ਰੂਰੀ ਹੈ। ਮਨੋਬਲ ਦੇ ਨਾਲ ਬਹੁਤ ਸਾਰੀਆਂ ਬਿਮਾਰੀਆਂ ਨੂੰ ਤੁਸੀਂ ਕਾਬੂ ਕਰ ਸਕਦੇ ਹੋ। ਤੁਹਾਡਾ ਇਮਿਊਨ ਸਿਸਟਮ ਵੀ ਵੱਧਦਾ। ਜੇ ਆਪਾਂ ਹੌਸਲਾ ਛੱਡ ਲਈਏ ਤਾਂ ਹੌਸਲਾ ਛੱਡਣ ਤੋਂ ਬਾਅਦ ਤਾਂ ਬੰਦਾ ਜਿਉਂਦਾ ਵੀ ਮਰਿਆ ਹੁੰਦਾ ਹੈ। ਇਸ ਕਰਕੇ ਜਿਹੜੀ ਹੈ ਠੀਕ ਹੈ, ਨਸ਼ਾ ਹੀ ਹੁੰਦਾ, ਮਾੜਾ ਹੈ ਨਸ਼ਾ, ਪਰ ਕਿਉਂਕਿ ਜੇ ਆਪਾਂ ਮੈਂ ਧਰਮਵੀਰ ਗਾਂਧੀ ਵਾਲੀ ਜਿਹੜੀ ਗੱਲ ਕੀਤੀ ਤਾਂ ਗਾਂਧੀ ਦਾ ਕਹਿਣਾ ਕਿ ਭਾਈ ਮੈਂ ਤਾਂ ਸਿੰਥੈਟਿਕ ਨਸ਼ੇ ਦੇ ਖਿਲਾਫ ਹਾਂ। ਸਿੰਥੈਟਿਕ ਨਸ਼ਾ ਜ਼ਿਆਦਾ ਘਾਤਕ ਹੈ ਤੇ ਇਹ ਘਾਤਕ ਹੈ। ਭਾਈ ਸਾਹਿਬ ਨੇ ਆਪਦਾ ਤਜਰਬਾ ਦੱਸਦਾ ਕਿ ਮੈਂ ਬੰਦੇ ਰੱਖੇ ਵੀ ਹੈ ਪਰ ਉਹ ਕਰਦੇ ਕੱਖ ਨਹੀਂ। ਕਰਦੇ ਤਾਂ ਹੁਣ ਸਾਡੇ ਜਿਹੜੇ ਕਹਿੰਦੇ ਕਹਾਉਂਦੇ ਬੰਦੇ ਆ, ਕਿਸਾਨਾਂ ਦੇ ਮੁੰਡੇ ਹੈ। ਤੁਸੀਂ ਪੰਜਾਬ ਦੇ ਵਿੱਚ ਦੇਖ ਲਓ, ਇਸ ਵੇਲੇ ਕ੍ਰਾਈਸਿਸ ਪਿਆ ਜਿਹਦੇ ਦਾ ਨਿਤੀਸ਼ ਕੁਮਾਰ ਦੀ ਸਰਕਾਰ ਆਈ, ਉਹਨੇ ਥੋੜਾ ਜਿਹਾ ਉੱਥੇ ਕੰਟਰੋਲ ਕੀਤਾ ਹੈ। ਉੱਥੋਂ ਬਿਹਾਰ 'ਚ ਲੇਬਰ ਆਉਣੀ ਸਾਡੇ ਕੋਲੇ ਘਟ ਗਈ ਹੈ ਤੇ ਕ੍ਰਾਈਸਿਸ ਹੋ ਗਿਆ ਸਾਡੇ ਕੋਲੇ ਕਿ ਅਸੀਂ ਝੋਨਾ ਲਾਵਾਂਗੇ ਤੇ ਲਾਵਾਂਗੇ ਕਿਵੇਂ। ਅਸੀਂ ਕਪਾਹ ਚੁਗਾਉਣੀ ਹੁੰਦੀ ਹੈ, ਚੁਗਾਵੇ ਅਸੀਂ ਬਾਹਰੋਂ ਲੈ ਕੇ ਆਉਂਦੇ ਤੇ ਉਹਨਾਂ ਨੂੰ ਅਸੀਂ ਬੈਨੀਫਿਟ ਵੀ ਦਿੰਦੇ ਹਾਂ ਵੀ ਆਓ ਭਾਈ ਸਾਡੇ ਚੁਗੋ, ਤੁਹਾਨੂੰ ਪੈਸੇ ਵੀ ਦੇਵਾਂਗੇ। ਸੋ ਹੈ ਸਮੱਸਿਆ ਆਪਦੀ ਥਾਂ ਤੇ, ਕੋਈ ਸ਼ੱਕ ਨਹੀਂ ਜੀ। ਬਿਲਕੁਲ ਜੀ, ਆਪਾਂ ਕਾਲ ਲੈ ਲਈਏ। ਹਾਂਜੀ ਵੀਰ ਜੀ, 2155। ਹਾਂਜੀ ਸਤਿ ਸ਼੍ਰੀ ਅਕਾਲ। ਮੈਂ ਰਵੈਦੀ ਨਾਲ ਨਸ਼ਿਆਂ ਦੀ ਗੱਲ ਕਰਦਾ, ਉਹ ਧਰਮਵੀਰ ਗਾਂਧੀ ਦੀ ਠੀਕ ਹੈ। ਇਹਦੇ ਨਾਲ ਰੈਵਨਿਊ ਆਉਂਦਾ ਸਾਡੇ ਵੀ ਇੱਥੇ। ਟੂਡੋ ਸਾਹਿਬ ਨੇ ਭੰਗ ਇਸ ਕਰਕੇ ਖੋਲੀ ਆ ਵੀ ਰੈਵਨਿਊ ਆਊਗਾ, ਪਰ ਉਹ ਭੰਗ ਦੇ ਨਾਲ ਰੈਵਨਿਊ ਤਾਂ ਇਹਨਾਂ ਨੂੰ ਆਉਣ ਲੱਗ ਪਿਆ। ਸਟੋਰ ਵੀ ਚੱਲ ਪਏ, ਜੋਬਾਂ ਵੀ ਹੋਰ ਖੁੱਲੀਆਂ, ਪਰ ਉਹਦੇ ਨਾਲ ਚੋਰੀਆਂ, ਡਕੈਤੀਆਂ ਤੇ ਗੋਲੀਆਂ ਇਹ ਵੀ ਵੱਧ ਗਈਆਂ। ਜਿਹੜੇ ਹੁਣ ਨਸ਼ਾ ਤੇ ਜਿੱਲੇ ਲੋਕ ਵੱਧ ਲੱਗੂਗੇ, ਪੈਸੇ ਕਿੱਥੋਂ ਆਣੇ ਆ? ਕੰਮ ਉਹ ਕਰਦੇ ਨਹੀਂ ਤਾਂ ਹੁਣ ਚੋਰੀਆਂ ਬਹੁਤ ਹੋ ਰਹੀਆਂ ਉਹਦੀਆਂ। ਇਹਦੇ ਨਾਲ ਚੋਰੀਆਂ ਤੇ ਭੈੜੇ ਕੰਮ ਵੀ ਵੱਧ ਜਾਂਦੇ ਨਸ਼ੇ ਦੇ ਨਾਲ। ਮੈਂ ਤਾਂ ਕਹਿੰਦਾ ਇਹਨਾਂ ਤੋਂ ਦੂਰੇ ਰਿਹਾ ਜਾਵੇ ਤਾਂ ਚੰਗੀ ਗੱਲ। ਜੇ ਨਸ਼ਾ ਖਾ ਕੇ ਇਸ ਨਸ਼ੇ ਨੂੰ ਕੰਮ ਦੇ ਵਿੱਚ ਰਗੜਾ ਲਾਣਾ ਆ ਫੇਰ ਠੀਕ ਵਾ। ਜੇ ਨਸ਼ਾ ਖਾ ਕੇ ਤੁਸੀਂ ਚੌਧਰਾ ਕਾਲੀਆਂ ਗਲੀਆਂ 'ਚ ਘੁੰਮਣਾ ਫੇਰ ਭੈੜਾ ਆ। ਤੇ ਉਹਨਾਂ ਚੋਰੀਆਂ ਤੇ ਡਾਕਿਆਂ ਤੇ ਬਦਮਾਸ਼ੀਆਂ ਇਹ ਵੱਧਦੀਆਂ ਜੀ। ਬਿਲਕੁਲ, ਵਾਕਿਆ ਹੀ ਧੰਨਵਾਦ ਆ ਜੀ ਤੁਹਾਡਾ। ਵਾਕਿਆ ਇੱਥੇ ਬਹੁਤ ਚੋਰੀਆਂ ਡਾਕੇ ਜਿਹੜੇ ਵੱਧ ਗਏ, ਨਸ਼ਾ ਖਾ ਕੇ ਲੋਕ ਬਹੁਤ ਕੁਛ ਕਰਦੇ ਆ। ਤਾਂ ਆਪਾਂ ਨੈਕਸਟ ਕਾਲ ਤੇ ਚੱਲਦੇ ਹਾਂ। ਜੀ ਵੀਰ ਜੀ 9823 ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜਿਹੜਾ ਚੋਰੀਆਂ ਜਿਹੜੀਆਂ ਚੋਰੀਆਂ ਦੀ ਗੱਲ ਕਰਦੇ ਤਾਂ ਜਿੰਨੀਆਂ ਡੱਕੇ ਸੀ ਉਨੀਆਂ ਕੇ ਆਉਣੇ ਆ। ਉਹ ਤਾਂ ਭਾਂਡਣ ਦੀ ਗੱਲ ਕਰਦੇ ਨਾ ਤਾਂ ਬੜੇ ਕੋਈ ਨਹੀਂ ਵਧੀਆ ਬੁਰੀਆਂ। ਮੈਂ ਗੱਲ ਕਰਦੀ ਸੀ ਕਰਦੇ ਅਮਰੀਕਾ ਦੀ ਗੱਲ। ਅਮਰੀਕਾ 'ਚ ਵੀ ਬੈਠਦਾ ਮੈਂ ਟਰੱਕ ਚਲਾਉਂਦਾ। ਮੈਂ ਨਿਊਯਾਰਕ ਸਿਟੀ ਦੇ ਵਿੱਚ ਆਉਂਦੀ ਆ ਇੱਕ ਬਰੋਟਲਨ ਸਿਟੀ, ਉੱਥੇ ਕਾਲੇ ਉਦਾਂ ਹੀ ਗਾਰਬੇਜ ਵਾਲੇ ਕਾਲੇ ਬੈਗ ਟਰੱਕ ਨਾਲ ਭਰ ਕੇ ਵੇਚਦੇ ਆ। ਕੋਈ ਪੁਲਿਸ ਵਾਲਾ ਨਹੀਂ ਫੜਦਾ, ਕੋਈ ਕੁਝ ਨਹੀਂ ਫੜਦਾ। ਪੰਜਾਬ 'ਚ ਦੰਦ ਨਹੀਂ ਵੇਚਦੇ ਜਿੱਦਾਂ ਇੱਥੇ ਕਾਲੇ ਸ਼ਰੇਆਮ ਵੇਚਦੇ ਆ। ਬਾਕੀ ਦਾ ਜਿਹੜੇ ਇੱਕ ਭਾਈ ਸਾਹਿਬ ਦਾ ਫੋਨ ਆਇਆ ਸੀ ਵੀ ਇਹ ਕੰਮ ਨਹੀਂ ਉਹ ਕਰਦੇ ਜਿਹੜੇ ਟੋਡੇ ਬੀਮ ਆ। ਜਦ ਅੱਗੇ ਇੱਥੇ ਤੁਹਾਨੂੰ ਪਤਾ ਹੋਣਾ ਇੱਥੇ ਵੀ ਮਿਲਦੇ ਸੀ, ਜਦ ਪਹਿਲਾਂ ਕਾਫੀ ਦੁਕਾਨਾਂ ਤੋਂ ਮਿਲਦੇ ਸੀ। ਉਦੋਂ ਜਿਹੜੇ ਬੰਦੇ ਟਰੱਕ ਚਲਾਉਂਦੇ ਸੀ ਇਹ ਠਾ ਕੇ ਉਹਦਾ ਟਰੱਕ ਵੀ ਕਾਫੀ ਚਲਾਉਂਦੇ ਸੀ। ਇਹ ਕੰਮ ਨੂੰ ਪੁੱਛ ਕਰਦਾ ਆ। ਜਿਹੜਾ ਚਿੱਟਾ ਚੁੱਟਾ ਇਹ ਤਾਂ ਸੌਸਤੀ ਪਾਉਂਦਾ ਹੋਊਗਾ ਤਾਂ ਹੀ ਨਹੀਂ ਕਰਦੇ ਕੰਮ। ਬਿਲਕੁਲ, ਵਾਕਿਆ ਗੱਲ ਸਹੀ ਹੈ ਵੀਰ ਜੀ। ਚਿੱਟਾ ਜਿਹੜਾ ਉਹ ਸਿਰਿੰਜ ਵਿੱਚ ਹੀ ਰਹਿ ਜਾਂਦੀ ਹੈ ਜੀ ਤੇ ਉਹਦੇ ਨਾਲ ਜਿਹੜਾ ਮੌਤ ਵੀ ਮੌਕੇ ਤੇ ਹੋ ਜਾਂਦੀ, ਬੰਦਿਆਂ ਦੇ ਕੋਲੋਂ ਦੱਸਿਆ ਵੀ ਨਹੀਂ ਜਾਂਦਾ। ਬਿਲਕੁਲ ਵਾਕਿਆ ਸਹੀ ਗੱਲ ਹੈ। ਢਿੱਲੋਂ ਸਾਹਿਬ ਆਪਾਂ ਇੱਕ ਕਾਲ ਹੋਰ ਲੈ ਲਈਏ ਫਿਰ ਇਕੱਠਾ ਜਵਾਬ ਦੇ ਦਿਓ। ਹਾਂਜੀ ਵੀਰ ਜੀ 4455 ਕੀ ਕਹਿਣਾ ਚਾਹੋਗੇ? ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਵੀਰ ਜੀ। ਮੈਂ ਹੁਣੇ ਪ੍ਰੋਗਰਾਮ ਸੁਣ ਰਿਹਾ ਸੀ ਤੁਹਾਡਾ। ਤੁਸੀਂ ਸਟੇਟਮੈਂਟ ਇੱਕ ਦਿੱਤੀ ਆ ਵੀ ਠੋਸ ਦਾ ਕੰਮ ਹੁੰਦਾ ਹੌਸਲਾ ਦੇਣਾ ਜੀ।
ਪਰ ਇੱਥੇ ਡਾਕਟਰ ਨਹੀਂ ਕਿਸੇ ਨੂੰ ਇਦਾਂ ਝੂਠਾ ਨਹੀਂ ਹੌਸਲਾ ਦਿੰਦੇ। ਤੁਹਾਨੂੰ ਪਤਾ ਨਹੀਂ, ਮੈਨੂੰ ਲੱਗਦਾ ਕਿੰਨਾ ਚਿਰ ਹੋ ਗਿਆ ਕੈਨੇਡਾ 'ਚ ਰਹਿੰਦਿਆਂ ਨੂੰ, ਕੋਈ ਡਾਕਟਰ ਤੁਹਾਨੂੰ ਕੋਈ ਕਿਸੇ ਡਾਕਟਰ ਦਾ ਕਿਸੇ ਹਸਪੀਟਲ ਦਾ ਰੈਕਡ ਤੁਸੀਂ ਦੱਸ ਸਕਦੇ ਆ ਵੀ ਜਿਹਨੇ ਉਦਾਂ ਝੂਠਾ ਹੌਸਲਾ ਦਿੱਤਾ ਹੋਵੇ ਕਿਸੇ ਨੂੰ? ਵੀਰ ਜੀ ਜਿਹੜਾ ਹਿਊਮਨ ਸਿਸਟਮ ਨੂੰ ਥੋੜਾ ਕਾਇਮ ਕਰਨ ਵਾਸਤੇ ਇਹ ਤਾਂ ਡਾਕਟਰ ਪਹਿਲਾਂ ਦੱਸਦੇ ਕੁਛ ਨਹੀਂ, ਪਹਿਲਾਂ ਟੈਸਟ ਹੀ ਕਰਾਈ ਜਾਂਦੇ ਜੀ। 6-7 ਮਹੀਨੇ ਤੋਂ ਬੰਦੇ ਦੇ ਟੈਸਟ ਦੇ ਵਿੱਚ ਹੀ ਕੁਛ ਹੋ ਜਾਂਦੇ, ਪਰ ਫਿਰ ਵੀ ਹੌਸਲਾ ਦਿੱਤਾ ਜਾਂਦਾ ਵੀ ਕੋਈ ਗੱਲ ਨਹੀਂ, ਭਰੋਸਾ ਰੱਖ, ਕੋਈ ਨਹੀਂ, ਤੂੰ ਠੀਕ ਹੋ ਜਾਣਾ। ਬੰਦੇ ਜਾਂਦੇ ਨੂੰ ਕਹਿ ਦਈਏ ਵੀ ਤੂੰ ਤਾਂ ਬਸ ਮਰ ਜਾਣਾ। ਏਦਾਂ ਨਹੀਂ ਮੈਨੂੰ, ਮੈਂ ਤਾਂ ਇਹ ਨਹੀਂ ਪੁੱਛ ਰਿਹਾ ਵੀ ਉਹ ਟੈਸਟ ਕਿੰਨੇ ਕਰਾਉਂਦੇ ਆ, ਮੈਂ ਕਹਿੰਦਾ ਉਹ ਕਲੈਰਿਟੀ ਨਾਲ ਦੱਸਦੇ ਆ ਨਾ ਵੀ ਤੁਹਾਨੂੰ ਬਿਮਾਰੀ ਕੀ ਆ। ਜਦੋਂ ਬੰਦੇ ਨੂੰ ਬਿਮਾਰੀ ਦਾ ਪਤਾ ਲੱਗ ਗਿਆ, ਉਹਨੂੰ ਪਤਾ ਲੱਗ ਜਾਂਦਾ ਵੀ ਕੀ ਹੋਣ ਵਾਲਾ ਆ ਜੀ। ਇਹ ਇਦਾਂ ਨਹੀਂ ਹੈਗਾ ਵੀ ਇੱਥੇ ਕੋਈ ਦੱਸਦਾ ਨਹੀਂ ਗਾ, ਇਹ ਇਦਾਂ ਨਹੀਂ, ਇਹ ਗੱਲ ਤੁਸੀਂ ਗਲਤ ਨਾ ਇਦਾਂ ਨਾ ਕਿਸੇ ਨੂੰ ਦੂਜਾ ਨਾ ਕਰੋ, ਹਨਾ। ਗਲਤ ਸਟੇਟਮੈਂਟ ਦੇ ਕੇ ਇੱਥੇ ਵੀ ਡਾਕਟਰ ਇਦਾਂ ਹੀ ਦੱਸਦੇ ਆ ਵੀ ਕੋਈ ਨਹੀਂ, ਇੱਥੇ ਕੋਈ ਵੀ ਡਾਕਟਰ ਇਦਾਂ ਨਹੀਂ ਕਹਿੰਦਾ ਕੋਈ ਨਹੀਂ, ਉਹ ਕਹਿੰਦਾ ਵੀ ਆਹ ਤੇਰੀ ਪ੍ਰੋਬਲਮ ਆ, ਆਹ ਤੇਰੇ ਟੈਸਟ ਹੋਣ ਵਾਲੇ, ਇਹਦੇ ਤੋਂ ਬਾਅਦ ਦੇ ਵਿੱਚ ਅਸੀਂ ਆਹ ਇਹਦਾ ਇਲਾਜ ਕਰਾਂਗੇ ਜੀ। ਬਿਲਕੁਲ ਜੀ, ਆਪਾਂ ਇਸ ਵਿਸ਼ੇ ਤੇ ਵੀ ਗੱਲਬਾਤ ਕਰਾਂਗੇ, ਇੱਕ ਦਿਨ ਜ਼ਰੂਰ ਰੱਖਾਂਗੇ। ਇਹ ਵਾਕਿਆ ਹੈਲਥ ਡਿਪਾਰਟਮੈਂਟ ਨੂੰ ਲੈ ਕੇ ਵੀ ਇਹਦੇ ਤੇ ਵੀ ਬੜੀ ਵੱਡੀ ਗੱਲ ਕਰਨ ਵਾਲੀ ਹੈ ਜੀ। ਆਪਣਾ ਜਿਹੜਾ ਸਮਾਂ ਥੋੜਾ ਜਿਹਾ ਜੀ, ਆਪਾਂ ਇੱਕ ਕਾਲ ਹੋਰ ਲੈ ਲਈਏ ਜੀ। ਵੀਰ ਜੀ ਸਵਾਗਤ ਹੈ ਤੁਹਾਡਾ 7609 ਜੀ। ਸ਼ਾਇਦ ਲਾਈਨ ਡ੍ਰੌਪ ਹੋ ਗਈ ਵੀਰ ਜੀ ਉਹਨਾਂ ਦੀ। ਜੀ ਢਿੱਲੋਂ ਸਾਹਿਬ ਕੀ ਕਹਿਣਾ ਚਾਹੋਗੇ ਤੁਸੀਂ 1 ਮਿੰਟ ਦੇ ਵਿੱਚ? ਦੇਖੋ ਗੱਲ ਹੈ ਤਾਂ ਆਪਣੀ ਡਿਬੇਟ ਬਣ ਗਈ ਵਧੀਆ, ਤੇ ਮੈਂ ਤਾਂ ਇਹੀ ਕਹੂੰਗਾ ਕਿ ਨਸ਼ੇ ਦੇ ਮਾਮਲੇ ਤੇ ਵੀ ਤੇ ਬਿਮਾਰੀਆਂ ਦੇ ਮਾਮਲੇ 'ਚ ਵੀ, ਜਿਵੇਂ ਭਾਜੀ ਨੇ ਕਿਹਾ ਕਿ ਇੱਥੋਂ ਦੇ ਡਾਕਟਰ ਦੱਸਦੇ, ਸਾਡੇ ਦੱਸਦੇ ਨਹੀਂ। ਸਾਡੇ ਡਾਕਟਰ ਵੀ ਟ੍ਰੀਟਮੈਂਟ ਕਰਦੇ, ਉਹ ਮਰੀਜ਼ ਨੂੰ ਨਹੀਂ ਦੱਸਦੇ, ਮਰੀਜ਼ ਦੇ ਵਾਰਸਾਂ ਨੂੰ ਦੱਸਦੇ ਆ ਜੀ। ਇਹ ਤੁਹਾਡੇ ਬੰਦੇ ਨੂੰ ਭਾਈ ਬਿਮਾਰੀ ਹੈ, ਤੁਸੀਂ ਇਹਨੂੰ ਇਸ ਤਰ੍ਹਾਂ ਜਿਵੇਂ ਐ ਰੱਖੋ। ਕਈ ਵਾਰੀ ਤੁਸੀਂ ਦੇਖਿਆ ਹੋਣਾ, ਆਪਾਂ ਨੂੰ ਆਮ ਤੌਰ ਤੇ ਪੇਸ਼ੈਂਟ ਨੂੰ ਜਦੋਂ ਡਿਸਚਾਰਜ ਕਰਦੇ ਉਹ ਕਹਿੰਦੇ ਆ ਭਾਈ ਇਹਦੀ ਸੇਵਾ ਕਰੋ ਜੀ। ਉਹ ਸੇਵਾ ਤੋਂ ਭਾਵੇਂ ਹੁੰਦਾ ਪਤਾ ਹੈ ਕਿ ਹੁਣ ਇਹਦਾ ਇਲਾਜ ਹੋ ਨਹੀਂ ਸਕਦਾ, ਹੁਣ ਇਹਦੀ ਸੇਵਾ ਕਰੋ, ਬੰਦੇ ਨੇ ਜਾਣਾ ਹੀ ਜਾਣਾ। ਸੋ ਮੇਰਾ ਖਿਆਲ ਹੈ ਬਿਹਤਰ ਇਹ ਰਹੂਗਾ ਕਿ ਤੁਸੀਂ ਕਿਸੇ ਬੰਦੇ ਨਾਲ, ਵਧੀਆ ਤਾਂ ਇਹ ਰਹੂਗਾ ਕਿ ਦੋਨੇ ਗੱਲਾਂ ਹੀ ਹੋ ਜਾਣਗੀਆਂ। ਧਰਮਵੀਰ ਗਾਂਧੀ ਨੂੰ ਬੁਲਾ ਲਓ, ਧਰਮਵੀਰ ਗਾਂਧੀ ਨਸ਼ਿਆਂ ਦੇ ਮੁੱਦੇ ਤੇ ਵੀ ਗੱਲ ਕਰ ਲੈਣਗੇ, ਤੇ ਜਿਹੜੀਆਂ ਇਸ ਕਿਸਮ ਦੀਆਂ ਬਿਮਾਰੀਆਂ ਉਹਦੇ ਤੇ ਵੀ ਕਰ ਲੈਣਗੇ, ਤੇ ਉਹਨੂੰ ਖੁੱਲੇ ਸਵਾਲ ਵੀ ਸਾਡੇ ਸਰੋਤੇ ਕਰ ਲੈਣਗੇ ਜੀ। ਡਿਬੇਟ ਬਹੁਤ ਸੋਹਣੀ ਹੋ ਜਾਣੀ, ਉਹਨਾਂ ਨਾਲ ਬੁਲਾ ਲਓ ਕਿਸੇ ਵੇਲੇ ਜੀ। ਬਿਲਕੁਲ ਢਿੱਲੋਂ ਸਾਹਿਬ, ਆਪਣਾ ਜਿਹੜਾ ਪ੍ਰੋਗਰਾਮ ਦਾ ਸਮਾਂ ਸਮਾਪਤ, ਸਾਰੀਆਂ ਲਾਈਨਾਂ ਜਿਹੜੀਆਂ ਫਲੈਸ਼ ਕਰ ਸਕਦੀਆਂ ਆਪਾਂ ਕਾਲ ਨਹੀਂ ਲਾ ਸਕਦੇ, ਉਹਦੇ ਲਈ ਅਸੀਂ ਮਾਫੀ ਚਾਹੁੰਦੇ ਜੀ ਆਪਣੇ ਸਰੋਤਿਆਂ ਦੇ ਕੋਲੋਂ, ਕਿਉਂਕਿ ਪਰਮਜੀਤ ਜੱਜ ਜੀ ਹੁਣੀ ਜਿਹੜੇ ਆ ਚੁੱਕੇ ਆ। ਉਸ ਤੋਂ ਬਾਅਦ 12 ਤੋਂ 2 ਵਜੇ ਤੱਕ ਅਮਰ ਸਿੰਘ ਪੱਡਾ ਹੋਣਗੇ। ਦੇਖਦੇ ਰਹੋ, ਸੁਣਦੇ ਰਹੋ 1690 AM ਤੇ PTN 24। ਦਿਓ ਇਜਾਜ਼ਤ, ਸਤਿ ਸ਼੍ਰੀ ਅਕਾਲ।